सत श्री अकाल, सलाम, नमस्कार, आदाब, सब सत्कार सज्जनों ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ 6:41 ਹੈ, ਵੀਰਵਾਰ ਦੀ ਸ਼ਾਮ। ਪਹਿਲੇ ਨਰਾਤੇ ਹੁਣ ਤੀਆਂ ਪਿਛੋਂ ਆਊਂ ਕਿ ਸਬੱਬੀ ਮਿਲ ਜਾਊਂ, ਹੁਣੇ ਤੋਂ ਮੈਨੂੰ ਭੁੱਲ ਜਾਵੇ, ਹੁਣ ਹੋਣਗੇ ਸਬੱਬੀ ਮੇਲੇ, ਪਹਿਲੇ ਨਰਾਤੇ ਮੇਰਾ ਵਿਆਹ ਵੇ। ਗੀਤ ਕੁਛ ਇਦਾਂ ਦੇ ਨੇ, ਸੱਭਿਆਚਾਰ ਦੀ ਬਣ ਗਈ ਆ, ਬਚਪਨ ਦੇ ਵਿੱਚ ਸੁਣੇ ਨੇ ਉਸ ਵਕਤ ਜੋ ਸਪੀਕਰਾਂ ਤੇ ਚੱਲਦੇ ਸੀ। ਕੇਦੀਪ ਤੇ ਜਗਮੋਹਨ ਕੌਰ ਦਾ ਗੀਤ ਹੈ। ਸੋ ਮਨ ਇਹਦੇ ਭਾਵੇਂ ਕੁਛ ਹੋਰ ਨੇ, ਪਰ ਸਾਡਾ ਇੱਥੇ ਮਨ ਸਿਰਫ ਇਹ ਹੈ ਕਿ ਪਹਿਲੇ ਨਰਾਤੇ ਮੇਰਾ ਵਿਆਹ ਵੇ। ਸੋ ਵਿਆਹ ਚੱਲ ਰਹੇ ਨੇ, ਵਿਆਹਾਂ 'ਚ 20 ਦੇ ਲਿਖੇ ਚੱਲ ਰਹੇ ਨੇ। ਲੰਘ ਗਏ ਸ਼ਰਾਧ ਤੇ ਆ ਗਏ ਨਰਾਤੇ, ਤੇ ਬਾਹਮਣ ਬੈਠੇ ਚੁੱਪ ਚੁਪਾਤੇ। ਬ੍ਰਾਹਮਣ ਤਾਂ ਸਿਆਣੇ ਨੇ, ਚੁੱਪ ਚੁਪਾਤੇ ਬਹਿ ਗਏ ਨੇ। ਪਰ ਇਸ ਦੌਰਾਨ ਜਿਹੜੇ ਸ਼ੋਰ ਸ਼ਰਾਬਾ ਪਾਉਣ ਵਾਲੇ ਲੋਕ ਨੇ ਉਹ ਚੁੱਪ ਚੁਪਾਤੇ ਨਹੀਂ ਹੈ, ਨਾ ਸਿਆਸੀ ਤੇ ਨਾ ਸਿਰਫ ਇਹ ਸ਼ੋਰ ਸ਼ਰਾਬਾ ਪੂਰਾ ਪੀਕ ਤੇ ਹੈ। ਤੇ ਧੁੱਕੀ ਕੱਢੀ ਪਈ ਆ ਹਰ ਗਲੀ ਮੁਹੱਲੇ, ਧਾਰਮਿਕ ਸਮਾਗਮ, ਵਿਆਹ ਸ਼ਾਦੀਆਂ, ਡੀਜੇ ਸ਼ੀਜੇ। ਰੁੱਤ ਬਹੁਤ ਸੋਹਣੀ ਹੁੰਦੀ ਹੈ ਅੱਸੂ ਦੀ, ਤੇ ਇਸ ਦੌਰਾਨ ਇਸ ਰੁੱਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਰੱਤ ਪੀਣੇ ਕਵਾਂਗੇ, ਉਹਨਾਂ ਨੂੰ ਦੁਖੀ ਕਰਨੇ, ਉਹਨਾਂ ਦਾ ਸ਼ੋਰ ਸ਼ਰਾਬਾ ਉਸੇ ਤਰ੍ਹਾਂ ਜਿਹੜਾ ਵੱਧ ਰਿਹਾ। ਖਾਸ ਕਰਕੇ ਨਰਾਤਿਆਂ 'ਚ ਇਹ ਚੀਜ਼ਾਂ ਇੱਕਦਮ ਇਜ਼ਾਫਾ ਹੋ ਜਾਂਦਾ। ਅੱਜ 7 ਅਕਤੂਬਰ ਸਨ 2021 ਵੀਰਵਾਰ ਦੀ ਸ਼ਾਮ ਹੈ। 22 ਅੱਸੂ ਨਾਨਕਸ਼ਾਹੀ ਸੰਮਤ 553 ਦਾ ਦਿਨ, ਤੇ ਸੁਹਾਣੀ ਸ਼ਾਮ ਹੈ। ਮੌਸਮ ਬਾਹਰ ਬਹੁਤ ਸੋਹਣਾ, ਫਸਲਾਂ ਦੀ ਕਟਾਈ ਚੱਲ ਰਹੀ ਹੈ, ਬਹੁਤਾ ਨੁਕਸਾਨ ਝੋਨੇ ਦਾ ਨਹੀਂ ਹੈ। ਤੇ ਇਸ ਦੌਰਾਨ ਝੋਨੇ ਦੇ ਕਣਕਾਂ ਦੇ ਪਾਲਕ ਨੇ ਜਿਹੜੇ ਉਹ 2-4 ਹੋ ਰਹੇ ਨੇ ਸਰਕਾਰਾਂ ਦੇ ਨਾਲ, ਕਾਰਪੋਰੇਟ ਦੇ ਨਾਲ, ਤੇ ਕਣਕਾਂ ਦੇ ਪਾਲਕਾਂ ਨੂੰ ਲਾਮਬੰਦੀ ਕਰਨੀ ਪੈ ਰਹੀ ਹੈ, ਪਾਲ ਕਰਨੀ ਪੈ ਰਹੀ ਹੈ ਪੋਲੀਟੀਕਲ ਲੋਕਾਂ ਦੇ ਆਲੇ ਦੁਆਲੇ। ਇਸ ਤਰ੍ਹਾਂ ਦੇ ਹਾਲਾਤ ਬਣੇ ਨੇ। ਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ, ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਆਪ ਜੀ ਦੇ ਨਾਲ ਜੁੜਦੇ ਹਾਂ। ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਤੇ ਸੁਣਦੇ ਹੋ, ਤੇ ਜਲਦ ਉੱਥੇ ਖਬਰਾਂ ਵੀ ਤੁਹਾਡੀ ਸੁਵਿਧਾ ਦੇ ਮੁਤਾਬਕ ਪਾਇਆ ਕਰਾਂਗੇ। ਅਜੇ ਥੋੜੀ ਸੋਰਸ ਦੀ ਕਮੀ ਹੈ, ਵੈਬਸਾਈਟ ਓਕੇ ਹੋ ਗਈ ਹੈ, ਤੇ ਜਿਵੇਂ ਜਿਵੇਂ ਵਿੱਤ ਹੋਊ ਤਿਉਂ ਵਾਧਾ ਕਰਦੇ ਜਾਵਾਂਗੇ। ਪਰ ਇਸ ਦੌਰਾਨ ਉੱਥੇ ਤੁਸੀਂ ਸਾਡੀਆਂ ਐਪਸ ਨੇ ਜਿਹੜੀਆਂ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਨੇ, ਇੰਸਟਾਲ ਕਰੋ, ਵੱਧ ਤੋਂ ਵੱਧ ਦੋਸਤਾਂ ਨੂੰ ਇੰਸਟਾਲ ਕਰਾਓ ਤਾਂ ਜੋ ਇਹ ਤੁਹਾਡਾ ਪਸੰਦੀਦਾ ਮੰਚ ਹੋਰ ਲੋਕਾਂ ਤੱਕ ਪਹੁੰਚ ਸਕੇ। ਇਸ ਦੌਰਾਨ ਟਿਵਾਣਾ ਰੇਡੀਓ ਦਾ ਫੇਸਬੁੱਕ ਤੇ ਯੂਟਿਊਬ ਪੇਜ ਦਾ ਲਿੰਕ ਆਪ ਜੀ ਨੂੰ ਮਿਲੇਗਾ, ਸ਼ੇਅਰ ਤੇ ਸਬਸਕ੍ਰਾਈਬ ਕਰੋ। ਤੇ ਇਸ ਦੇ ਨਾਲ ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਕਾਲ ਟੂ ਲਿਸਨ ਨੰਬਰ ਹੈ 667 930 9260 667-930-9260 ਨੰਬਰ ਹੈ। ਉਸ ਨੰਬਰ ਨੂੰ ਵੀ ਤੁਸੀਂ ਇੰਸਟਾਲ ਕਰੋ, ਸੇਵ ਕਰੋ। ਸਾਡੇ ਨਾਲ ਕੋਈ ਗੱਲ ਕਰਨੀ ਹੈ, ਪ੍ਰੋਗਰਾਮਾਂ ਨੂੰ WhatsApp ਦੇ ਜ਼ਰੀਏ ਮੰਗਵਾਉਣਾ, ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ, WhatsApp ਦੁਆਰਾ ਰਿਕਾਰਡ ਕੀਤਾ ਸੁਨੇਹਾ ਦੇਣਾ, ਸਦੀਵੀ ਸਾਂਝ ਆਪਣੀ ਬਣੀ ਰਹੇ, ਉਸ ਦੇ ਲਈ ਮੇਰਾ ਸੰਪਰਕ ਨੰਬਰ 9876 09655 9876309655 ਨੰਬਰ ਹਮੇਸ਼ਾ ਜ਼ਿਹਨ 'ਚ ਰੱਖੋ। ਤੇ ਇਸ ਦੌਰਾਨ ਲਖੀਮਪੁਰ ਕਾਂਡ ਤੇ ਚਰਚਾ ਕਰਾਂਗੇ। ਲਖੀਮਪੁਰ ਖੀਰੀ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਸੁਣਵਾਈ ਕੀਤੀ ਹੈ। ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ, ਮੋਨੂ ਮਿਸ਼ਰਾ, ਮਹਾਰਾਜ ਪੰਡਤ ਨੂੰ ਵੀ ਤਲਬ ਕੀਤਾ, ਉਹ ਵੀ ਚੁੱਪ ਚਪੀਤਾ ਹੋ ਗਿਆ। ਮੀਡੀਆ 4 ਦਿਨ ਗੱਲਾਂ ਕਰਕੇ ਤਲਬ ਕੀਤਾ ਗਿਆ। ਦੋਸਤ ਤੇ ਕਥਿਤ ਸਹਿਯੋਗੀ ਅਣਪਛਾਤਿਆਂ ਦੇ ਵਿੱਚ ਜੋ ਨਾਮਜ਼ਦ ਸੀ ਲਵ ਕੁਸ਼ ਤੇ ਆਸ਼ੀਸ਼ ਪਾਂਡੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਬ੍ਰਾਹਮਣਾਂ ਦੇ ਮੁੰਡੇ ਨੇ ਤੇ ਕਿਵੇਂ ਰੰਗੜਾਂ ਵਾਲਾ ਕੰਮ ਕਰਦੇ ਨੇ, ਕਿਉਂਕਿ ਉੱਥੇ ਮਿਸ਼ਰਾ ਜਾਂ ਖਾਸ ਕਰਕੇ ਮਹਾਰਾਜ ਜਿਹੜਾ ਹੈਗਾ, ਬ੍ਰਾਹਮਣ ਨੂੰ ਕਿਹਾ ਜਾਂਦਾ ਮਹਾਰਾਜ, ਤੇ ਪੰਡਤ ਜੀ ਨਹੀਂ ਕਿਹਾ ਜਾਂਦਾ, ਮਹਾਰਾਜ ਕਿਹਾ ਜਾਂਦਾ। ਸੋ ਮਹਾਰਾਜ ਦੇ ਮੁੰਡੇ ਨੇ, ਪਹੁੰਚ ਇਹਨਾਂ ਦੀ ਮਹਾਰਾਜਿਆਂ ਤੱਕ ਹੈ। ਸੋ ਕਿਸ ਤਰ੍ਹਾਂ ਦਾ ਕੋਹਰਾਮ ਮਚਾਇਆ, ਵੀਡੀਓ ਜਨਤਕ ਹੋ ਰਹੀਆਂ ਨੇ। ਤੇ ਕਾਂਗਰਸ ਦਾ ਕਾਫਲਾ ਸਹਾਰਨਪੁਰ ਦੇ ਵਿੱਚ ਰੋਕਿਆ ਗਿਆ। ਨਵਜੋਤ ਸਿੰਘ ਸਿੱਧੂ ਤੇ ਕਈ ਨੇਤਾ ਹਿਰਾਸਤ ਵਿੱਚ ਲਏ ਗਏ ਨੇ। ਕਸ਼ਮੀਰ ਦੇ ਵਿੱਚ ਵੀ ਅਸ਼ਾਂਤੀ ਹੈ। ਉੱਥੇ ਇੱਕ ਪ੍ਰਿੰਸੀਪਲ ਸੁਪਿੰਦਰ ਕੌਰ ਤੇ ਸਣੇ 2 ਅਧਿਆਪਕਾਂ ਦਾ ਸਿਰਫਿਰਿਆਂ ਨੇ, ਦਹਿਸ਼ਤਗਰਦਾਂ ਨੇ ਕਤਲ ਕੀਤਾ। ਸੋ ਵੋਟ ਫਲੋਟ ਹੋਏਗੀ, ਪਹਿਲਾਂ ਕਸ਼ਮੀਰੀ ਪੰਡਤਾਂ ਦਾ ਟਾਰਗੇਟ, ਤੇ ਹੁਣ ਸੁਪਿੰਦਰ ਕੌਰ ਪ੍ਰਿੰਸੀਪਲ ਸਿੱਖ ਭਾਈਚਾਰੇ ਚੋਂ ਸੀ, ਉਸ ਦਾ ਵੀ ਸਕੂਲ ਦੇ ਅਹਾਤੇ ਦੇ ਵਿੱਚ ਅੱਜ 11:15 ਵਜੇ ਕਤਲ ਕੀਤਾ ਗਿਆ।
जो सरकारी सैकंडरी स्कूल के अध्यापक से उन्होंने कतल किया गया, जिस दौरान प्रिंसीपल सुपिंदर कौर ते दीपक चंद की मौत हुई है। तो ये सारा 5-7 सूबों च जिहड़ी वोटां की राजनीति है उस नूं पानी लाउण दी कवायद तो इलावा कुछ नहीं है। साडी बदकिस्मती है कि साडे ज़हन दे विचों अपनी कौम, अपना मजहब, अपना भाईचारा नहीं निकलदा। जे असी सोच नूं एडी सीमित करांगे तो हालात साडे ही होने ने, किते सिखां दा, किते हिंदुआं दा, किते कश्मीरी पंडितां दा, ते किसी मुसलमानां दा, बोधियां पारसियां दा कतल होना। सो इस करके ये सानू समझ लेना चाहिए। गुआढ़ी मुल्क बर्मा उत्थे ही कुछ होया, रहंगियां मुसलमानां नूं, गरीब लोकां नूं किस तरह कतल किया गया, कतलेआम किया गया। तो ये घट कोई नहीं है जिस कोल सत्ता आउंदी है, भावें बोधी है, सिख है, पारसी है, हिंदू है, मुस्लिम है, घट कोई नहीं है। सत्ताधारी है, कोई उसका मजहब नहीं है। सो इस करके वीरो बेनती है कि अपने मन दे विचों ये मजहब का जिहड़ा फतूर है कढ दिओ। मेरे कहण दा मतलब ये नहीं कि मजहब छड्ड दिओ, मजहब ना छड्डो, मजहब दीआं अच्छियां गल्लां अडॉप्ट करो। दूसरे मजहब का कोई भी मनमोहना व्यक्ति है उसनूं उन्नी मुहब्बत करो, सत्कार दिओ। जरूरी नहीं कि सिख दा ही बहुता खास है, बथेरे सिखां ने सिखां दा खून पीता है। जदों दी गुरगद्दी शुरू हुई है, सिख फलसफा शुरू होया, सिख परिवारां चों, सिख गुरु साहबान दे परिवारां चों ही तुसीं वेख लो, पड़चोल कर लो, दूर जाण दी जरूरत नहीं है। यही कुछ हिंदुआं च होया, कौरव पांडवां दी जंग, यही कुछ इस्लाम च होया। करबला दा मैदान, किहनूं नहीं पता कि हजरत मुहम्मद साहब दे परिवारक मैंबरां दे नाल की कुछ होया। करबला दे मैदान दे विच 6-6 महीने दे दुध पींदे बच्चों नूं तरसा के वड्ढिया गया, कित्थे की नहीं होया। इस करके बेनती है कि अपने मनां तो, अपनी अखां तो मजहब दा जाला ला लो। सो सखाले रहोगे, नहीं तो हालात यही कुछ रहने जो कुछ हो रहा है। तो एडवोकेट सुरेंद्र वीर स्वागत, सत श्री अकाल। सत श्री अकाल, बहुत बहुत धन्यवाद सुरेंद्र भाई जी, मेहरबानी। तो माहौल का मैं जिक्र कर रहा सी, शोर शराबा तुहाडे वल भी बहुत है ते इन्ने कतूरे टौं टौं करते फिरदे ने, इन्ने कुत्ते भौंकते फिरदे ने गलियां च। सवेरे मैं एडिटिंग कर रहा सीगा ते बाद विच आवाज़ां दा पता लगदा, कई वारी एयर ते नहीं लगदा। जदों सियासतदानां नूं भंडदे आ ते कुत्ते भौंकदे ने उन्हां नूं ये नहीं पता कि असीं भी तां खैर डॉग हैं। मीडिया वालिआं नूं वाच डॉग कहा जांदा है। कुत्ता होना, गुरु दा कूकर होना कोई माड़ा नहीं है, पर एक कुत्ते नूं जदों कतीड़ कहा जांदा ते फिर किस तरह दी जिहड़ी है ਉਹਦੇ माने बदल जाते हैं। सो ये जिहड़ा सिलसिला चलदा है, मौसम बहार बहुत सोहनी है, शोर शराबे वध गए ने, सियासी भी ते समाजिक भी। जिस तरह नरात्यां दी आमद हो गई है, त्योहारां दी रुत है, बाजारां दे विच इन्ना गधी गाह पिया होया, रहे रब दा नां। मैं शाम नूं थोड़ा कंप्यूटर सिस्टम सैट करा के आया सी, क्योंकि अज आपां इतफाकन फेसबुक ते भी लाइव हो गए हां। कोई बाजार च जाके तां समस्या मुल लैण वाली है। जे तुहाडे कोल वाहन छोटा ते मैं कहना चंगे हो, जे किते कार लैके, वो भी नवीं ते वड्डी कार लैके बाजार च वड़ गए ते समझो तुसीं ब्लड प्रैशर दा शिकार। इसे करके आपां तां स्कूटी दी कोशिश करीदी है, स्कूटी नहीं ते साइकिल, जिथे साइकिल दा सरदा उत्थे पैदल, वो तरीका बेहतर है। जिस तरह बाई जी वो कहंदा लंघ गए शराध ते आ गए नराते ते बाहमण बैठे चुप चपाते, इत्थे ब्राह्मण उस पुजारी श्रेणी नूं कहा गया। पर यह जिहड़ा सिलसिला है कि बहुत सोहनी रुत है, श्राद्धां दी समाप्ति ते पितरां दी पूजा हो गई है ते मित्रां दी पूजा शुरू हो गई है। पर इस दौरान जिहड़ा ये शोर शराबा, गधी गाह, जिहड़ा खास करके आवाज प्रदूषण, एक ते इम्तिहानां दी रुत शुरू है ते नाल नाल एक कन्न पाड़वें शोर शुरू हो गए ने। हालांकि धर्मां दे पक्षों वेदांती अपने आप च विवादत होवे। जथेदार साहब उन्हें एक रूल उदों भी लागू किया सी कि गुरु घर दे स्पीकर की आवाज यदि 4 दीवारी तो बाहर नहीं जानी चाहिए, पर पुछदा कौन है। यही कुछ जागरण गली गली हो रहे ने, जगराते हो रहे ने ते घरां घरां च डीजे लगे ने। गीत इदां दे आ गए, ओए गवांढी आ कन्न बंद कर लै, अपना संगीत चले अपना संगीत। हुण तां बाई जी गुआंढियां दा साह बंद करन वाली वो हालात बन गई है मेरा ख्याल है, जिस तरह की स्थिति बनी हुई है। जी कंटिन्यू सुरेंद्र वीर। तुसीं गल सरहदां दी कीती, मेरे कोल एक पाई सी, पोस्ट पाई सी, मैं पाई नहीं, मैं कहा भी यह धर्म विशेष ते हो जाऊगी, ते बड़ी सोहनी पोस्ट सीगी, मैं कहा भी ना ही पावां, एवें काहनूं नूं कलेश च पैना। ठीक है, वो बड़ी सोहनी पाई हुई सी, कहंदा जी श्राद्ध कराउण तो पहला पंडित जी नूं पुछो भी दसो साडा वड्डा वडेरा जिहड़ा किहड़ी जून च पिया। ठीक है, कहंदा
ਜੇ ਤੇ ਪਿਆ ਕਿਸੇ ਡੰਗਰ ਦੀ ਜੂਨ ਚ ਤਾਂ ਕਹਿੰਦਾ ਫੇਰ ਤਾਂ ਤੂੜੀ 5 ਕਿਲੋ ਲੈ ਕੇ ਉਹ ਚ ਖਾਲ ਰਲਾ ਕੇ ਤੇ ਪੰਡਤ ਜੀ ਦੇ ਮੋਹਰੇ ਰੱਖ ਦੋ, ਠੀਕ ਹੈ। ਕਹਿੰਦਾ ਜੇ ਸੂਰ ਦੇ ਪਿਆ ਜੂਨ ਚ ਤਾਂ ਕਹਿੰਦਾ ਫਿਰ ਗੰਦ ਦਾ ਟੋਕਰਾ ਲਿਜਾ ਕੇ ਰੱਖ ਦੇ, ਠੀਕ ਹੈ। ਨਹੀਂ, ਉਹ ਜਿਹੜਾ ਪਿੱਤਰਾਂ ਨੂੰ ਭੇਜਿਆ ਜਾਂਦਾ ਪਹਿਲਾਂ ਬ੍ਰਾਹਮਣ ਨੂੰ ਵੀ ਸਿਖਾਇਆ ਜਾਂਦਾ ਹੈ। ਹੁਣ ਜੇ ਕਹੇ ਭਾਈ ਸਾਡਾ ਪਿੱਤਰ ਤਾਂ ਮੁਰਗਾ ਖਾਂਦਾ ਸੀ, ਹੈ ਪੰਡਤ ਜੀ ਛਕੋ ਮੁਰਗਾ, ਉਹਨੇ ਕਹਿਣਾ ਸ਼੍ਰੀ ਸ਼੍ਰੀ ਸ਼੍ਰੀ। ਪੰਡਤ ਜੀ ਸਾਡਾ ਪਿਓ ਤਾਂ ਦਾਰੂ ਪੀਂਦਾ ਸੀ, ਫਿਰ ਉਹਨੇ ਕਹਿਣਾ ਰਮ 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 ਜੀ। ਨਹੀਂ, ਕੁਲਦੀਪ ਮਾਨਕ ਬੜਾ ਸੋਹਣਾ ਗੀਤ ਗਾ ਕੇ ਗਿਆ ਸੀਗਾ। ਘਰ ਪੰਡਤਾਂ ਦੇ ਮੁਰਗੇ ਰਿੱਝ ਗਏ, ਮੁੰਡੇ ਕਾਜ਼ੀਆਂ ਦੇ ਦਾਰੂ ਪੀਣਗੇ। ਉਹ ਕਿਤੇ ਕਮਲ ਥੋੜੀ ਸੀ ਉਹ ਗਾ ਕਰਕੇ ਗਿਆ। ਉਹ ਆਪਾਂ ਵੀ ਬਾਅਦ ਚ ਸੋਚਣਾ ਵੀ ਅਸੀਂ ਪੀਂਦੇ ਨਹੀਂ, ਪਰ ਜਿਹੜੇ ਸਾਡੇ ਨਾਲ ਪੰਡਤ ਸੀ ਉਹ ਸਾਰੇ ਪੀਂਦੇ ਸੀਗੇ ਤੇ ਪੀਂਦੇ ਵੀ ਘਰ ਦੇ ਤੋਂ ਚੋਰ ਪੀਂਦੇ ਨੇ। ਜਿਹੜਾ ਕਹਿੰਦੇ ਸੀ ਮੁੰਡੇ ਕਾਜ਼ੀਆਂ ਦੇ ਦਾਰੂ ਪੀਣਗੇ ਜੀ, ਇਹਨੂੰ ਬਚਪਨ ਚ ਮੈਂ ਪਤਾ ਕੀ ਗਾਉਂਦਾ ਸੀ, ਅੱਗੇ ਕਾਜ਼ੀ ਦਾ ਨਹੀਂ ਸੀ ਪਤਾ ਹੁੰਦਾ, ਉਹ ਕਾਲੀ ਸੁਣੇ ਹੋਏ ਸੀ, ਅੱਗੇ ਮੁੰਡੇ ਕਾਲੀਆਂ ਦੇ ਦਾਰੂ ਪੀਣਗੇ ਜੀ ਨੇ। ਤੇ ਉਹ ਚਲੋ ਉਹ ਪੀਂਦੇ ਵੀ ਚੋਰੀ ਸੀ। ਅੱਛਾ, ਮੇਰਾ ਦੋਸਤ ਸੀ, ਉਹਦਾ ਚਾਚਾ ਨਾ ਸਿਵਲ ਸਰਜਨ ਸੀਗਾ। ਉਹਨੇ ਇੱਕ ਵਿਆਹ ਦੇ ਵਿੱਚ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਕਿਉਂ ਨਹੀਂ ਆਏ? ਕਹਿੰਦਾ ਯਾਰ ਮੇਰੀ ਗੱਲ ਸੁਣ, ਇਹ ਜਿਹੜੀ ਮੰਡੀਰ ਹੈ ਨਾ, ਇਹਨਾਂ ਨੇ ਉੱਥੇ ਚੋਰੀ ਪੀਣੀ ਹੈ, ਮੈਂ ਚਲ ਗਿਆ ਤੇ ਇਹਨਾਂ ਦਾ ਖਾਣਾ ਦਾਣਾ ਬੰਦ ਹੋ ਜੂ, ਤੇ ਮੈਂ ਕਾਹਨੂੰ ਜਾਵਾਂ? ਮੈਨੂੰ ਪਤਾ ਇਹਨਾਂ ਪੀਣੀ ਡੱਫਣੀ ਤੇ ਡੱਫ ਲੈਣ ਦੇ, ਠੀਕ ਹੈ। ਮੈਂ ਉੱਥੇ ਜਾ ਕੇ ਕਾਹਨੂੰ ਡਿਸਟਰਬ ਕਰਾਂ? ਕਹਿੰਦਾ ਪੀਣੀ ਫੇਰ ਵੀ ਆ, ਕਹਿੰਦਾ ਹੁਣ ਸਾਹਮਣੇ ਬਹਿ ਕੇ ਪੀ ਲੈਣਗੇ, ਜਦੋਂ ਮੈਂ ਚਲ ਗਿਆ ਚੋਰੀ ਪੀਣਗੇ, ਤੇ ਕਹਿੰਦਾ ਮੈਂ ਕਾਹਨੂੰ ਆਖੇ ਦਖਲਅੰਦਾਜ਼ੀ ਕਰਾਂ, ਰਹਿਣ ਦੇ। ਚਲੋ ਉਹ ਲੰਗੀ ਗੱਲ ਤੋਂ ਹੀ ਜਿਵੇਂ ਫੁੱਫੜ ਕਈ ਨਿਆਣੇ ਨੇ ਡਰਦੇ ਨਿਆਣੇ ਤੁਹਾਡੇ ਤੋਂ ਵੀ ਬਹੁਤ ਆ, ਮੈਨੂੰ ਪਤਾ। ਹੋਰ ਦੇਖੋ, ਆਪਾਂ ਇੱਕ ਕਾਲਰ ਨੂੰ ਨਾਲ ਲੈ ਲਈਏ। ਰਾਮ ਬਾਬਾ ਮਾਣੂਕੇ ਜੀ, ਮਾਣੂਕੇ ਸਾਹਿਬ ਕਿਵੇਂ ਆ ਜਗਰਾਵਾਂ ਦੀਆਂ ਰੌਸ਼ਨੀਆਂ ਜੀ? ਮਾਣੂਕੇ ਸਾਹਿਬ ਹੈਲੋ। ਮੇਰੇ ਖਿਆਲ ਕਾਲ ਕੱਟ ਗਈ। ਮਾਣੂਕੇ ਸਾਹਿਬ ਕਾਫੀ ਦੇਰ ਤੋਂ ਹੋਲਡ ਤੇ ਸੀਗੇ। ਹੈਲੋ ਜੀ। ਖੈਰ ਜੀ ਸੁਰਿੰਦਰ, ਮੈਂ ਕਿਹਾ ਡਰਦੇ ਨਿਆਣੇ ਤੁਹਾਡੇ ਤੋਂ ਵੀ ਬਹੁਤ ਹੈ ਜੀ। ਚਲੋ ਇੰਨਾ ਵੀ ਨਹੀਂ ਹੁੰਦਾ, ਥੋੜਾ ਬਹੁਤਾ ਤਾਂ ਦੇਖੋ। ਮੇਰੀ ਗੱਲ ਸੁਣੋ, ਬੱਚਾ ਸੁਧਰਦਾ ਕਦੋਂ ਜੀ? ਆਪਾਂ ਵੀ ਘਰਦਿਆਂ ਤੋਂ ਜਿੰਨੀ ਦੇਰ ਡਰਦੇ ਸੀ ਉਨੀ ਦੇਰ ਸੁਧਰਿਆ ਰਿਹਾ ਸੀ। ਵਿਗੜੇ ਵੀ ਆਪਾਂ ਉਦੋਂ ਸੀ ਜਦੋਂ ਆਪਾਂ ਡਰ ਨੂੰ ਹਟ ਗਏ ਸੀਗੇ, ਠੀਕ ਹੈ ਨਾ। ਹਾਂ, ਹੁਣ ਗੱਲ ਅਗਲੀ ਤੁਹਾਨੂੰ ਦੱਸਾਂ। ਹੁਣ ਆ ਗਏ ਸਰਾਧ, ਸੌਰੀ ਨਰਾਤਿਆਂ ਦੀ ਤੁਸੀਂ ਗੱਲ ਕੀਤੀ, ਹੁਣ ਨਰਾਤਿਆਂ ਦੀ ਇੱਕ ਸੁਣਾ ਦਿਆਂ। ਕੀ ਹੋਇਆ, ਇੱਥੇ ਨਾ 5-4 ਮੰਦਿਰ ਨੇ ਸਾਡੇ ਸੱਜੇ ਖੱਬੇ ਸਾਰੇ ਬੰਨਿਆਂ ਚ। ਉਹਨਾਂ ਕੀ ਕੀਤਾ, ਇੱਕ ਪੰਡਤ ਜੀ ਨੇ ਕੀ ਕਹਿਤਾ, ਉਹਨੇ ਕਹਿਤਾ, ਸਾਰੇ ਮਹਾਜਨ ਨੇ ਉਹਨਾਂ ਨੇ ਕਹਿਤਾ ਜੀ ਏਦਾਂ ਕਰੋ, ਐਤਕੀ ਨਰਾਤੇ ਬੜੇ ਸਖਤ ਆ। ਕਹਿੰਦੇ ਫੇਰ? ਕਹਿੰਦੇ ਰੋਜ਼ ਇੱਕ ਨਾਰੀਅਲ ਚੜਾਇਆ ਕਰੋ, ਠੀਕ ਹੈ ਜੀ। ਪੰਡਤ ਉਹ ਜਿਹੜਾ ਰੇਹੜੀ ਵਾਲਾ ਸੀ, ਉਹ ਪੰਡਤ ਜੀ ਦਾ ਭੇਜਿਆ ਹੋਇਆ ਸੀ। ਉਹਨੇ ਸਵੇਰੇ ਨਾ 6 ਵਜੇ ਆ ਜਾਣਾ, ਰੇਹੜੀ ਭਰ ਕੇ ਨਾਰੀਅਲ ਲਾਓ ਪੂਰਾ ਉਹਨੇ ਜੀ ਛੇਕ ਲੰਬੀ। ਮੈਂ ਕਹਿਣਾ ਯਾਰ ਇਹ ਤੇ ਨਾਰੀਅਲ ਕਿੱਥੋਂ ਵੇਚਣ ਲੱਗ ਗਿਆ, ਤੇ ਸਬਜ਼ੀ ਵੇਚਦਾ ਹੁੰਦਾ ਸੀ। ਅੱਛਾ, ਉਹ ਸਾਰੀਆਂ ਨੇ ਬਾਹਰ ਭੱਜਣਾ, ਸਾਰੀਆਂ ਨੇ ਲੈ ਲੈਣੇ, ਸ਼ਾਮ ਤੱਕ ਚੜਾ ਤੇ ਰਾਤ ਨੂੰ 10 ਵਜੇ ਪੰਡਤ ਜੀ ਨੇ ਉਹੀ ਅੱਧੇ ਰੇਟ ਤੇ ਉਸੇ ਰੇਹੜੀ ਵਾਲੇ ਨੂੰ ਫੇਰ ਵੇਚਦੇ ਨੇ, ਠੀਕ ਹੈ। ਉਹ ਦੂਜੇ ਦਿਨ ਫੇਰ ਭਰ ਕੇ ਲੈ। ਇੱਕ ਦਿਨ ਅਸੀਂ ਨਾ ਗੁਰਦੁਆਰਾ ਸਾਹਿਬ ਤੋਂ ਆਈਏ, ਅਸੀਂ ਵਿਚਲੇ ਨਾ ਕੱਚੇ ਰਸਤੇ ਪੈ ਗਏ, ਅਸੀਂ ਅੱਗੇ ਆਈਏ ਤਾਂ ਪੰਡਤ ਜੀ ਉਹਨੂੰ ਵੇਚਣ ਦਾ। ਮੈਂ ਕਿਹਾ ਤੇਰਾ ਪੱਠਾ ਬਹਿ ਜੇ, ਉਹ ਤੇਰਾ ਮੈਂ ਇੱਜੇ ਉਹਨੂੰ ਕਿਹਾ, ਉਹ ਮੈਂ ਕਿਹਾ ਤੂੰ ਆ ਜਾ, ਤੇਰਾ ਸਵੇਰੇ ਪੜਦੇ ਚੱਕਦਾ ਤੇਰੇ, ਕੋਈ ਨੀ ਤੂੰ ਆ ਜਾ। ਮੈਂ ਕਿਹਾ ਤੂੰ ਕਿਹੜੇ ਕੁੱਤੇ ਕੰਮ ਲੱਗਾ ਹੈ? ਉਹ ਜੀ ਪੰਡਤ ਜੀ ਵੀ ਮੈਨੂੰ ਹੱਥ ਜੋੜੇ ਤੇ ਰੇਹੜੀ ਵਾਲਾ ਕਵੇ ਤੂੰ ਸਾਡਾ ਰੁਜ਼ਗਾਰ ਕਿਉਂ ਮਾਰਦਾ ਹੈ? ਮੈਂ ਨਾ, ਮੈਂ ਤਾਂ ਤੁਹਾਡਾ ਪੜਦਾ ਖੋਲੂ। ਉਹ ਜੀ ਮੇਰੇ ਵਿਚਾਰੇ ਹੱਥ ਜੋੜਨ ਮਗਰ। ਉਹ ਮੈਂ ਕਿਹਾ ਜਾ ਯਾਰ ਜੀ ਤੁਸੀਂ ਨਾਰੀਅਲ ਲੈ ਜਾਓ, ਤੇਲ ਕਢਾ ਕੇ ਪੀ ਲਿਓ। ਮੈਂ ਕਿਹਾ, ਮੈਂ ਚਲੋ ਮੈਂ ਕਿਹਾ ਕੱਲ ਨੂੰ ਰੋਟੀ ਰੋਜੀ ਮਾਰਨੀ, ਮੈਂ ਚੁੱਪ ਰਹਿ ਗਿਆ। ਅਖੀਰ ਕੀ ਹੋਇਆ, ਜਦੋਂ ਨਰਾਤੇ ਲੰਘ ਗਏ, ਉਹ ਫਿਰ ਜਿੰਨੇ ਸਾਡੇ ਆਂਢੀ ਗੁਆਂਢੀ ਸੀ, ਇੱਕ ਦਿਨ ਮੈਂ ਸਾਰਿਆਂ ਨੂੰ ਇਕੱਠੇ ਹੋਏ ਤੇ ਮੈਂ ਦੱਸਤਾ, ਮੈਂ ਕਿਹਾ ਜਿਹੜੇ ਤੁਹਾਡੇ ਨਾਰੀਅਲ ਸੀ ਰੋਜ਼ ਪੰਡਤ ਜੀ ਵੇਚ, ਫਿਰ ਵੀਰ ਜੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮੈਂ ਕਿਹਾ ਮੈਂ ਕਰਦਾ, ਉਹ ਤੇ ਮੇਰੇ ਗੋਡੇ ਫੜ ਕੇ ਬਹਿ ਗਏ ਉੱਥੇ ਪੈਰ ਹੈ। ਮੈਂ ਕਿਹਾ ਜਿਹਨੂੰ ਤੁਸੀਂ ਮੱਥਾ ਟੇਕਦੇ ਹੋ ਮੈਨੂੰ ਟੇਕੀ ਜਾਂਦਾ ਸੀ, ਮੈਂ ਦੱਸੋ ਕੀ ਕਰਦਾ ਫਿਰ ਹੈ? ਮੈਂ ਮੇਰੀ ਮਜਬੂਰੀ ਹੈ। ਹੁਣ ਆਪਣੇ ਉਹਨਾਂ ਨੂੰ ਛੱਡੀਏ, ਆ ਸਾਡੇ ਵਾਲਾ ਲਾਣਾ ਕਿ ਰੁਮਾਲੇ ਨਹੀਂ ਵੇਚਦਾ, ਸਾਡੇ ਵਾਲਾ ਲਾਣਾ ਵੀ ਆਹੀ ਕੁਛ ਕਰਦਾ। ਆਪਾਂ ਮਾਣੂਕੇ ਸਾਹਿਬ ਨੂੰ ਲੈ ਲਈਏ ਨਾਲ। ਮਾਣੂਕੇ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਡੋਣਾ ਸਾਹਿਬ, ਸਤਿ ਸ਼੍ਰੀ ਅਕਾਲ ਸੁਰਿੰਦਰ ਬਾਈ ਨੂੰ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਉਹਨਾਂ ਦੇ ਏਰੀਏ ਤੇ ਫਿਰਦੇ ਆ ਜੀ, ਸ਼ਾਹਕੋਟ ਦੇ ਲੱਗ ਗਿਆ। ਮੈਂ ਚਲੋ ਬਾਈ ਉਹਨਾਂ ਨੂੰ ਦੇ ਦਈਏ ਵਧਾਈਆਂ। ਤੇ ਲੋਕੀ ਹੁਣ ਆਪਣੇ ਕਿਸਾਨ ਝੋਨੇ ਦੀ ਕਟਾਈ ਲੱਗੇ ਹੋਏ ਆ ਜੀ, ਤੇ ਆਪਣੇ ਜਥੇਬੰਦੀ ਵਾਲੇ ਬੰਦੇ ਸਾਰੇ ਮੋਰਚੇ ਤੇ ਵੀ ਡਟੇ ਹੋਏ ਆ। ਆਪਣੇ ਟੂਲ ਟੈਕਸ ਤੇ ਜੀ ਸ਼ਾਹਕੋਟ ਵਾਲੇ ਮੋਗੇ ਨੂੰ ਜਾਂਦਾ ਰੋਡ ਸਾਨੀ ਜਿੰਦਾਬਾਦ ਹੈ ਜੀ। ਲੇਕਿਨ ਹਲਕੇ ਵਾਲੇ ਝੋਨੇ ਕੱਟਣ ਲੱਗੇ ਜੀ, ਪੂਰੀ ਕਟਾਈ ਇੱਧਰ ਸਟਾਰਟ ਨਹੀਂ ਹੋਈ।
ਵੈਰੀ ਗੁੱਡ, ਥੈਂਕ ਯੂ। ਓਕੇ ਸਰ, ਥੈਂਕ ਯੂ, ਮਿਹਰਬਾਨੀ ਮਿਹਰਬਾਨੀ। ਰਾਮ ਬਾਬਾ ਮਾਣੂਕੇ ਤੁਹਾਡੇ ਨਾ ਪੇਕੇ ਪਿੰਡ ਵੱਲ ਘੁੰਮ ਰਿਹਾ, ਸ਼ਾਹਕੋਟ ਵੱਲ। ਅੱਛਾ, ਹਾਂ, ਉਹ ਕਹਿੰਦੇ ਅਸੀਂ ਵੀ ਹਾਜ਼ਰੀ ਲਵਾ ਦਈਏ, ਬਾਈ ਜੀ ਹੋਰਾਂ ਦੇ ਪਿੰਡਾਂ ਵੱਲ ਘੁੰਮ ਰਹੇ ਆ। ਸੋ ਗੱਲ ਦੇਖੋ ਸੁਰਿੰਦਰ ਵੀਰ, ਹੁਣ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਵੀ ਨਾ, ਕਈਆਂ ਨੇ ਕਹਿਣਾ ਚਲੋ ਸਾਨੂੰ ਕੀ, ਜਿਹੜਾ ਕਰੂਗਾ ਸੋ ਭਰੂਗਾ। ਇਹ ਧਰਮ ਦੇ ਨਾਂ ਤੇ ਜਿਹੜੀ ਅਖੌਤੀ ਲੁੱਟ ਹੈ ਨਾ, ਨਾਲੇ ਤਾਂ ਖੀਰ ਖਵਾਓ ਤੇ ਨਾਲੇ ਦੰਦ ਘਸਾਈ ਦਿਓ। ਅਸੀਂ ਬ੍ਰਾਹਮਣਵਾਦ ਨੂੰ ਨਹੀਂ ਭੰਡਦੇ, ਪਰ ਜਿਹੜਾ ਪੁਜਾਰੀ, ਹਾਲਾਂਕਿ ਆਪਣੇ ਬ੍ਰਾਹਮਣ ਸਭ ਤੋਂ ਵੱਧ ਉਸਨੇ ਕਿੰਨੇ ਬ੍ਰਾਹਮਣ ਤੁਸੀਂ ਜਿਹੜੇ ਨੇ ਬਹੁਤ ਸੋਹਣੀਆਂ ਜੌਬਾਂ ਤੇ ਮੁੰਡੇ ਕੁੜੀਆਂ ਸੈੱਟ ਕਰਾਏ ਨੇ, ਪਤਾ ਆਪਾਂ ਨੂੰ ਸਾਰਾ ਸਿਸਟਮ ਹੈ ਨਾ। ਉਦੋਂ ਵੀ ਜਦੋਂ ਦਹਿਸ਼ਤਗਰਦੀ ਦਾ ਦੌਰ ਸੀ, ਬੜੇ ਪਰਿਵਾਰਾਂ ਦੀ ਮਦਦ ਕੀਤੀ ਹੈ ਜਿਨ੍ਹਾਂ ਨੂੰ ਲਟੇਰੇ ਲੁੱਟਦੇ ਸੀ, ਡਰਾਉਂਦੇ ਸੀ, ਬੜਾ ਕੁਛ ਕਰਦੇ ਸੀ, ਹੈ ਨਾ। ਇੱਕ ਤੇ ਜਿਹੜੇ ਨੇ ਅਧਿਆਪਕ ਸੀਗੇ, ਉਹਨਾਂ ਦੀ ਬੇਟੀ ਵਾਪਸ ਕਰਾਈ, ਬੜਾ ਜਿੰਨੀ ਵਿੱਤ ਸੀ, ਕੋਈ ਅਹਿਸਾਨ ਨਹੀਂ, ਇਹ ਖਾਲਸੇ ਦਾ ਫਰਜ਼ ਹੈ ਇਹਨਾਂ ਲਟੇਰਿਆਂ ਤੋਂ ਬਚਾਉਣਾ। ਸੋ ਇਸ ਤਰ੍ਹਾਂ ਬਾਈ ਜੀ ਗੱਲ ਇਹ ਹੈ ਨਾ, ਜੇ ਤੁਸੀਂ ਇਹ ਕੁਛ ਕਰੋਗੇ, ਅਗਲਾ ਕਹਿੰਦਾ ਇਹ ਧਰਮ ਵਿਰੋਧੀ ਨੇ। ਪ੍ਰੋਬਲਮ ਇਸ ਗੱਲ ਦੀ ਹੈ। ਤੇ ਉਹ ਜਿਹੜਾ ਦੇਖੋ ਆਰੀਆ ਸਮਾਜ ਲਹਿਰ ਬਹੁਤ ਵਧੀਆ ਲਹਿਰ ਸੀ, ਪਰ ਗੱਲ ਇਹ ਹੈ ਨਾ, ਤੇ ਜੇ ਤੁਸੀਂ ਉਸ ਪਖੰਡ ਦਾ ਪਰਦਾ ਚੁੱਕਦੇ ਹੋ ਤੇ ਤੁਹਾਨੂੰ ਐਂਟੀ ਰਿਲੀਜਨ, ਨਾਸਤਕ, ਕਾਮਰੇਡ ਬਣਾ ਦਿੱਤਾ ਜਾਂਦਾ ਹੈ। ਬਦਕਿਸਮਤੀ ਹੈ ਸਾਡੇ ਸਿਸਟਮ ਦੀ, ਹੈ ਨਾ। ਸੋ ਹੁਣ ਦੇਖੋ ਕਿ ਬੱਚਿਆਂ ਦੀ ਪੜ੍ਹਾਈ ਦੀ ਰੁੱਤ ਆ, ਇੰਨਾ ਸ਼ੋਰ ਸ਼ਰਾਬਾ ਸ਼ੁਰੂ ਹੋ ਗਿਆ। ਜੇ ਤੁਸੀਂ ਕਿਸੇ ਨੂੰ ਸਮਝਾਓ ਤੇ ਅਗਲਾ ਗਾਲ ਪੈਂਦਾ, ਉਹ ਇਹ ਗਵਾਂਢੀ ਆ, ਕੰਨ ਬੰਦ ਕਰ ਲਾ, ਆਪਣਾ ਸੰਗੀਤ ਵੱਜੇ, ਆਪਣਾ ਸੰਗੀਤ। ਇੱਦਾਂ ਦੇ ਵਾਹਿਆਤ ਗਾਣੇ ਆ ਗਏ ਨੇ, ਗਵਾਂਢੀਆਂ ਦੇ ਤਾਂ ਸਾਹ ਬੰਦ ਕੀਤਾ ਜਾਂਦਾ ਹੈ। ਤੁਹਾਡੀ ਆਜ਼ਾਦੀ ਤੁਹਾਡੀ ਨੱਕ ਤੱਕ ਹੁੰਦੀ ਹੈ, ਤੁਹਾਡੀ ਜਿੱਥੇ ਨੱਕ ਖਤਮ ਉੱਥੇ ਤੁਹਾਡੀ ਆਜ਼ਾਦੀ ਖਤਮ। ਪਰ ਗੱਲ ਧਰਮ ਦਾ ਮਸਲਾ ਨਾ, ਕਹੋਗੇ ਕਿਹਨੂੰ? ਨਾ ਸਿੱਖ ਘੱਟ ਨੇ, ਨਾ ਹਿੰਦੂ ਘੱਟ ਨੇ, ਨਾ ਮੁਸਲਿਮ ਘੱਟ ਨੇ ਧਰਮ ਦੇ ਨਾਂ ਤੇ। ਉਹਨਾਂ ਦੀ ਅਜ਼ਾਨ ਨੂੰ ਤਾਂ ਸੋਨੂ ਨਿਗਮ ਕਹਿੰਦਾ ਸੀ ਕੰਨ ਪਾੜ ਵੀ ਅਜ਼ਾਨ ਹੈ, 5 ਵਜੇ ਸ਼ੋਰ ਸ਼ਰਾਬਾ। ਪਰ ਜਿਹੜਾ ਗਣਪਤੀ ਬੱਪਾ ਮੋਰੀਆ ਬੰਬੇ 'ਚ ਚੱਲਦਾ ਹੈ, ਕਰੋੜਾਂ ਜਲਚਰ ਜੀਵ ਮਰਦੇ ਨੇ ਉਸ ਜ਼ਹਿਰ ਦੀ ਬਣੀ ਮੂਰਤੀ ਦੇ ਨਾਲ, ਪੈਸਟੀਸਾਈਡ ਦੀ ਜੋ ਬਣੀ ਹੋਈ ਹੈ, ਪਲਸਟਰ ਆਫ ਪੈਰਿਸ ਦੀ। ਉਹ ਕਦੇ ਕਿਸੇ ਨੇ ਪੁੱਛਿਆ ਕਿ ਉਹ ਜਲਚਰ ਜੀਵ ਵੀ ਉਸੇ ਭਗਵਾਨ ਦਾ ਰੂਪ ਨੇ ਜਿਹੜੇ ਤੁਸੀਂ ਉੱਥੇ ਮੂਰਤੀਆਂ ਸਿੱਟਦੇ ਹੋ ਗਣਪਤੀ ਬੱਪਾ ਦੇ ਨਾਂ ਤੇ? ਤੇ ਉਸ ਗਣਪਤੀ ਬੱਪਾ ਨੂੰ ਕਿਵੇਂ ਗੰਦ 'ਚੋਂ ਜਿਹੜਾ ਸੁੱਟਿਆ ਜਾਂਦਾ ਹੈ ਨਾ। ਇਸੇ ਤਰ੍ਹਾਂ ਰੁਮਾਲਿਆਂ ਦਾ ਹਾਲ ਹੈ, ਸਿੱਖਾਂ ਦੇ ਵੇਖ ਲਓ। ਉੱਦਾਂ ਅਸੀਂ ਰੁਮਾਲਾ ਸਾਹਿਬ ਕਹਿੰਦੇ ਹਾਂ ਤੇ ਉਹ ਕਿਵੇਂ ਭਰ ਭਰ ਕੇ ਉਹ ਸਿੱਟਦੇ ਆ, ਹੈ ਨਾ। ਪਰ ਉਹ ਜਿਹੜਾ ਹੈਗਾ ਨਾ, ਕਿਤੇ ਨਾ ਕਿਤੇ ਉਸ ਨੂੰ ਸਲੀਕੇ ਨਾਲ ਵਰਤਣ ਦੀ ਜ਼ਰੂਰਤ ਹੈ। ਧਰਮ ਮਾੜਾ ਨਹੀਂ ਹੈ, ਇਹਨਾਂ ਪੁਜਾਰੀਆਂ, ਭਾਈਆਂ, ਜਥੇਦਾਰਾਂ, ਮੌਲਵੀਆਂ ਨੇ, ਪੋਪਾਂ ਨੇ ਬੇੜਾ ਗਰਕ ਕਰ ਦਿੱਤਾ। ਹੁਣ ਤੁਸੀਂ ਵੇਖੋ ਕਿ ਵੈਟੀਕਨ ਦੇ ਵਿੱਚ ਜਿਹੜਾ ਪੋਪ ਨੂੰ ਮਾਫੀ ਮੰਗਣੀ ਪਈ ਹੈ ਕਿ 70 ਸਾਲਾਂ 'ਚ ਕੈਥੋਲਿਕ ਚਰਚਾਂ ਦੇ ਵਿੱਚ 3,30,000 ਬੱਚਿਆਂ ਦੇ ਨਾਲ ਬਦਫੈਲੀਆਂ, ਜਬਰ ਜਨਾਹ ਹੋਇਆ ਚਰਚਾਂ ਦੇ ਵਿੱਚ। ਇਹ ਰਿਪੋਰਟ ਸਾਹਮਣੇ ਆਈ ਹੈ ਤੇ ਕੱਲ ਪੋਪ ਨੇ ਇਸ 'ਚ ਮਾਫੀ ਮੰਗੀ ਹੈ। 80% ਮੁੰਡੇ ਨੇ ਜਿਹੜੇ ਸ਼ੋਸ਼ਣ ਦਾ ਸ਼ਿਕਾਰ ਹੋਏ ਨੇ ਤੇ 20% ਲੜਕੀਆਂ ਨੇ। ਇਹ ਢਕੀ ਰਿੱਝਦੀ ਹੈ ਬਾਈ ਜੀ। ਜੀ ਸੁਰਿੰਦਰ ਵੀਰ, ਦੇਖੋ ਤੁਸੀਂ ਗੱਲ ਕੀਤੀ ਕਿ ਕੁੱਤੇ ਭੌਂਕਣ ਦੀ। ਜੇ ਅਵਾਰਾ ਕੁੱਤੇ ਗਲੀਆਂ 'ਚ ਘੁੰਮਣਗੇ ਤੇ ਦੂਜੇ ਬੰਨੇ ਸਾਨ ਘੁੰਮਣਗੇ ਤੇ ਫਿਰ ਇਹੀ ਆਵਾਜ਼ਾਂ ਆਉਣਗੀਆਂ ਨਾ, ਤੇ 2 ਆਵਾਜ਼ਾਂ ਤਾਂ ਪੱਕੀਆਂ ਆਉਂਦੀਆਂ ਨੇ, ਠੀਕ ਹੈ ਨਾ। ਅਵਾਰਾ ਕੁੱਤਿਆਂ ਦੀਆਂ ਆਉਣਗੀਆਂ ਭੌਂਕਣ ਦੀਆਂ, ਤੇ ਇੱਕ ਜਿਹੜੇ ਆ ਜਾਨਵਰ ਆ ਉਹਨਾਂ ਦੀਆਂ ਉਹ ਆਉਣਗੀਆਂ। ਲਾਲਾ ਹੋਈ ਪਈ ਆ। ਹੁਣ ਜਾਊਗਾ ਬੰਦਾ, ਜਾਂ ਤਾਂ ਡਾਂਗ ਚੱਕ ਕੇ ਘੁੰਮ ਲਵੇ, ਕਿੰਨੀ ਕੁ ਦੇਰ ਘੁੰਮ ਲਓਗੇ, ਕਿੰਨੀ ਕੁ ਦੇਰ ਭਜਾ ਲਓਗੇ, ਠੀਕ ਹੈ। ਭਜਾ ਲਓਗੇ, ਤੁਸੀਂ ਆ ਕੇ ਬੈਠੋਗੇ, ਫੇਰ ਗਲੀ 'ਚ ਵੜ ਜਾਣਗੇ, ਫੇਰ ਕੀ ਕਰੋਗੇ, ਠੀਕ ਹੈ। ਹੁਣ ਇਹ ਬੜੀ ਸਮੱਸਿਆ ਆ ਰਹੀ ਹੈ। ਹੁਣ ਹਾਲਾਤ ਇਹ ਬਣ ਰਹੀ ਆ, ਅੱਜ ਹੁਣ ਤਕਰੀਬਨ ਨਾ ਇਹ ਲਾ ਲਓ ਕਿ ਦਰਵਾਜ਼ੇ ਸਾਰੇ ਬੰਦ ਕਰਨੇ ਪਏ ਆ, ਠੀਕ ਹੈ। ਨਹੀਂ ਤੇ ਡੀਜੇ ਜਿਹੜਾ ਨੇੜੇ ਚੱਲਣਾ, ਉਹ ਡੀਜੇ ਇੰਨੇ ਕੋ ਕੰਨ ਖਾਊਗਾ ਤੇ ਪ੍ਰੋਗਰਾਮ ਹੀ ਕੈਂਸਲ ਕਰਨ ਵਾਲਾ ਕੰਮ ਬਣ ਜੂ। ਆਹ ਹਾਲਾਤ ਬਣ, ਠੀਕ ਹੈ ਨਾ। ਹੁਣ ਹਰ ਬੰਦਾ ਆਪੋ ਆਪਣੀ, ਉਹ ਕਹਿੰਦਾ ਜੀ ਸਾਡੇ ਤਾਂ ਅੱਜ ਪਾਠ ਆ ਜੀ, ਪਾਠ ਪਤਾ ਨਹੀਂ, ਉਹ ਮੈਨੂੰ ਸਮਝ ਨਹੀਂ ਆਉਂਦੀ ਕਿ ਫਿਰ ਡੀਜੇ ਚੱਲਣਾ, ਗੱਲ ਖਤਮ। ਉਦੋਂ ਤੱਕ ਕਿਸੇ ਨੇ ਨਹੀਂ ਆਉਣਾ ਜਦੋਂ ਤੱਕ ਭੋਗ ਪੈਣਾ, ਤੇ ਸਾਰੇ ਰਾਤ ਦੀਆਂ ਰੋਟੀਆਂ ਖਾ ਕੇ ਚੁੱਪ ਕਰਕੇ ਤੁਰਦੇ ਬਣਨੇ ਆ, ਗੱਲ ਖਤਮ, ਠੀਕ ਹੈ ਨਾ। ਹਾਂ, ਹੁਣ ਕਿਹੜੇ ਬੰਨੇ ਜਾਣਾ ਤੇ ਕੀ ਕੁਛ ਹੋਣਾ ਉਹ ਸਭ ਨੂੰ ਪਤਾ ਹੀ ਆ। ਇਸ ਤਰ੍ਹਾਂ ਖਬਰਾਂ ਕਈ ਆ ਰਹੀਆਂ ਨੇ ਕਿ ਹਰਿਆਣਾ ਦੇ ਵਿੱਚ ਵੀ ਇੱਕ ਭਾਜਪਾ ਆਗੂ ਜਿਹੜਾ ਨਾਇਬ ਸੈਣੀ ਦੀ ਕਾਰ ਨੇ ਕਿਸਾਨ ਨੂੰ ਫੇਟ ਮਾਰੀ ਹੈ। ਤੇ ਆਪਾਂ ਸ਼ੁਰੂਆਤ ਕਰਦੇ ਹਾਂ ਲਖੀਮਪੁਰ ਮਾਮਲੇ 'ਚ ਜਿਹੜੀ ਸੁਣਵਾਈ ਸੁਪਰੀਮ ਕੋਰਟ ਨੇ ਅੱਜ ਕੀਤੀ ਹੈ। ਸੁਪਰੀਮ ਕੋਰਟ ਨੇ ਫਾਲਨ ਕੀਤਾ ਯੂਪੀ ਸਰਕਾਰ ਨੂੰ ਕਿ ਕਿਹੜੇ ਮੁਲਜ਼ਮ ਨੇ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ, ਸਾਨੂੰ ਦੱਸੋ। ਇਹ ਵੀ ਦੱਸੋ ਕਿ ਜਿਨ੍ਹਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਹੋਏ ਨੇ ਕੀ ਉਹ ਅਰੈਸਟ ਹੋ ਗਏ ਨੇ। ਤਾਂ ਯੂਪੀ ਸਰਕਾਰ ਨੇ ਆਖਿਆ ਕਿ ਉਹ ਇਸ ਬਾਰੇ ਰਿਪੋਰਟ ਦਾਖਲ ਕਰੇਗੀ ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਤੇ ਅਗਲੀ ਸੁਣਵਾਈ ਹੋਵੇਗੀ।
ਕੀ ਵੇਖਦੇ ਹੋ ਸੁਪਰੀਮ ਕੋਰਟ ਦਾ ਇਸ ਮਾਮਲੇ 'ਚ ਇੰਟਰਵੀਨ ਕਰਨਾ? ਆਪਾਂ ਜਿਵੇਂ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਰਾਹੀਂ ਵੀ ਰਾਹ ਪੱਧਰਾ ਕਰ ਰਹੀ ਹੈ ਮੋਦੀ ਸਰਕਾਰ ਕਿ ਆਨੇ ਬਹਾਨੇ ਇਹਨਾਂ ਪ੍ਰਦਰਸ਼ਨਾਂ ਨੂੰ ਕਿਵੇਂ ਡੱਕਿਆ ਜਾਵੇ। ਕਿਵੇਂ ਅੱਜ ਦੀ ਸੁਣਵਾਈ ਤੇ ਇਹ ਮਾਮਲਾ ਵੇਖਦੇ ਹੋ? ਇਸ ਤੋਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਦੀ ਗ੍ਰਿਫਤਾਰੀ, ਪ੍ਰਿयंका ਤੇ ਰਾਹੁਲ ਦੀਆਂ ਯੂਪੀ ਗੇੜੀਆਂ, ਕੀ ਮਹਿਸੂਸ ਕਰਦੇ ਹੋ? ਕੰਟੀਨਿਊ ਪਲੀਜ਼। ਗੱਲ ਇਹ ਹੈ ਕਿ ਜਿਹੜਾ ਕਿਸਾਨ ਆਗੂਆਂ ਨਾਲ ਸਮਝੌਤਾ ਹੋਇਆ ਸੀ ਉਹਦੇ 'ਚ ਕਿਹਾ ਗਿਆ ਸੀ ਕਿਸੇ ਵੀ ਕਿਸਾਨ ਆਗੂ ਨੂੰ ਜਾਂ ਉੱਥੇ ਕਿਸੇ ਵੀ ਕਿਸਾਨ ਨੂੰ ਜੋ ਕੁਛ ਲਖੀਮਪੁਰ ਖੀਰੀ 'ਚ ਹੋਇਆ ਸੀ ਉਹ 'ਚ ਗ੍ਰਿਫਤਾਰ ਨਹੀਂ ਕੀਤਾ ਜਾਏਗਾ, ਇਹ ਸਮਝੌਤਾ ਸੀ। ਪਰ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੂੰ ਵਿੱਚ ਲਿਆਂਦਾ ਗਿਆ, ਇੱਕ ਗੱਲ ਬੜੀ ਸਪਸ਼ਟ ਆ, ਇਹ ਕੱਲਾ ਇਹ ਨਹੀਂ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਨੂੰ ਪਕੜਨਾ ਜਾਂ ਉਹਨੂੰ ਪਕੜਨਾ। ਉਹਦੇ ਨਾਲ ਇੱਕ ਗੱਲ ਬੜੀ ਸਪਸ਼ਟ ਆ ਕਿ ਜਿਹੜੇ ਕਿਸਾਨ ਆਗੂ ਆ ਇਹਨਾਂ ਤੇ ਵੀ FIR ਦਰਜ ਹੋਈ ਆ, ਇਹਨਾਂ ਨੂੰ ਕਿਉਂ ਨਹੀਂ ਅਰੈਸਟ ਕੀਤਾ? ਇਹ ਐਂਡ ਤੇ ਜਾ ਕੇ ਇਹ ਕੋ ਤੁਹਾਡੇ ਸਾਹਮਣੇ ਆਊਗਾ। ਯਾਨੀ ਕਿ ਇਹ ਸਾਰੀ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਨੋਟਿਸ ਲਿਆ ਗਿਆ ਤੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਜਿਹੜਾ ਵਾ ਉਹ ਰਿਕੁਐਸਟ ਕੀਤੀ ਗਈ ਸੁਪਰੀਮ ਕੋਰਟ ਨੂੰ ਤੇ ਉਹਦੇ ਉੱਤੇ ਉਹ ਉੱਠ ਕੇ ਸਾਹਮਣੇ ਆ ਗਿਆ। ਤੇ ਹੁਣ ਅੱਜ ਜਿਸ ਤਰ੍ਹਾਂ ਉਹਨਾਂ ਨੂੰ ਕਿਹਾ ਕਿ ਕੱਲ ਤੱਕ ਦਾ, ਪਹਿਲਾਂ ਅੱਜ ਤੱਕ ਦਾ ਸਮਾਂ ਸੀ, ਹੁਣ ਕੱਲ ਤੱਕ ਦਾ ਦੇ ਦਿੱਤਾ। ਠੀਕ ਹੈ, ਕਿਹਾ ਕਿ ਕੱਲ ਨੂੰ ਰਿਪੋਰਟ ਪੇਸ਼ ਕਰੋ। ਠੀਕ ਹੈ, ਹੁਣ ਰਿਪੋਰਟ ਪੇਸ਼ ਕਰ ਦੇਣਗੇ ਕਿ ਅਸੀਂ 2 ਫੜ ਲੈ 3 ਫੜ ਲੈ। ਜਿਹੜੀ ਮੇਰੇ ਕੋਲ ਅਜੇ ਤੱਕ ਦੀ ਇਨਫੋਰਮੇਸ਼ਨ ਆ ਉਹ ਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡਾ ਜਿਹੜਾ ਉਹ ਪੁਲਿਸ ਦੇ ਕੋਲੇ ਆ। ਠੀਕ ਹੈ, ਕੱਲ 12 ਵਜੇ ਤੋਂ ਉਹਨਾਂ ਦੇ ਕੋਲੇ ਆ, ਉਹਦੀ ਅਰੈਸਟ ਨਹੀਂ ਪਾਈ, ਅਜੇ ਕੁਛ ਨਹੀਂ ਕੀਤਾ, ਪਰ ਪੁਲਿਸ ਦੀ ਹਿਫਾਜ਼ਤ ਦੇ ਵਿੱਚ ਆ। ਠੀਕ ਹੈ, ਹੁਣ ਇਹ ਕੀ ਕਰਨਗੇ ਕਿ ਮੁੜ ਕੇ ਹੌਲੀ ਜੇ ਜਦੋਂ ਗ੍ਰਿਫਤਾਰੀ ਪਾਉਣੀ ਹੋਈ ਪਾ ਦੇਣਗੇ। ਅਜੇ ਕਹਿਣਗੇ ਅਸੀਂ ਲੱਭ ਰਹੇ ਹਾਂ ਜਾਂ ਕੁਛ ਕਰ ਰਹੇ ਹਾਂ, ਜਾਂ ਹੋ ਸਕਦਾ ਅੱਜ ਰਾਤ ਤੱਕ ਗ੍ਰਿਫਤਾਰੀ ਪਾ ਦੇਣ ਤੇ ਸਵੇਰੇ ਕਹਿ ਦੇਣ ਜੀ ਅਸੀਂ ਉਹਨੂੰ ਫੜ ਲਿਆ। ਉਹਦੇ ਪਿਓ ਦਾ ਅਜੇ ਤੱਕ ਦੋਸ਼ ਸਿੱਧ ਨਹੀਂ ਹੋ ਰਿਹਾ, ਅਜੇ ਇਨਵੈਸਟੀਗੇਸ਼ਨ ਹੋ ਰਹੀ ਆ। ਉਹਦੇ ਬਾਅਦ ਦੇਖਾਂਗੇ ਕਿ ਉਹਦੇ ਪਿਓ ਦਾ ਕਿੰਨਾ ਕੁ ਦੋਸ਼ ਸਿੱਧ ਹੁੰਦਾ, ਫਿਰ ਉਹਦੇ ਬਾਅਦ ਦੇਖਾਂ। ਏਦਾਂ ਕਰਕੇ ਉਹਦੇ ਬਾਅਦ ਅਗਲਾ ਆ ਜਾਊਗਾ ਕਿ ਜੀ ਇਸ ਕੇਸ 'ਚ ਤਾਂ ਫੜ ਲਿਆ, ਜਿਹੜੇ ਬਾਕੀ ਦੇ 3-4 ਵਿਅਕਤੀਆਂ ਦੀ ਜਾਨ ਗਈ ਉਹਦੇ 'ਚ ਕਿਹਨੂੰ ਪਕੜਿਆ? ਫਿਰ ਕਹਿ ਦੇਣਗੇ ਜੀ ਉਹ ਕਿਸਾਨ ਆਗੂਆਂ ਤੇ ਉਹਦਾ ਐਲੀਗੇਸ਼ਨ ਆਉਂਦਾ, ਫਿਰ ਸੁਪਰੀਮ ਕੋਰਟ ਕਹੂ ਉਹਨਾਂ ਨੂੰ ਕਿਉਂ ਨਹੀਂ ਪਕੜਿਆ? ਫਿਰ ਉਹ ਕਹਿਣਗੇ ਜੀ ਦੇਖੋ ਸਾਡੇ ਹੱਥ ਵੱਜ ਗਏ, ਸੁਪਰੀਮ ਕੋਰਟ ਇੰਟਰਵੇਨ ਕਰ ਗਿਆ, ਹੁਣ ਸਾਨੂੰ ਅਰੈਸਟ ਕਰਨੇ ਪੈਣੇ। ਫਿਰ ਉਹਨਾਂ ਤੇ ਤਲਵਾਰ ਲਟਕਾ ਦੇਣਗੇ, ਕ੍ਰਾਸ ਕੇਸ ਕਰ ਦੇਣ, ਗੱਲ ਖਤਮ। ਇਹ ਕੁਝ ਕਰਨਾ ਹੀ ਕਰਨਾ, ਕਿਉਂਕਿ ਸੁਪਰੀਮ ਕੋਰਟ ਨੂੰ ਇਹਨਾਂ ਨੇ ਹਥਿਆਰ ਬਣਾਇਆ ਹੋਇਆ ਤੇ ਹਥਿਆਰ ਬਣਾ ਕੇ ਪਹਿਲਾਂ ਉਸ ਕੇਸ ਦੇ ਵਿੱਚ ਫਸਾਉਣਗੇ ਸਾਰੇ ਕਿਸਾਨਾਂ ਨੂੰ। ਫਿਰ ਉਹਦੇ ਬਾਅਦ ਸੁਪਰੀਮ ਕੋਰਟ ਸਾਹਮਣੇ ਆਊਗੀ, ਕਹੂਗੀ ਕਿ ਕਿਸੇ ਵੀ ਜਗ੍ਹਾ ਤੇ ਪ੍ਰਦਰਸ਼ਨ ਨਹੀਂ ਹੋਏਗਾ। ਜੇ ਪ੍ਰਦਰਸ਼ਨ ਕਰਨਾ ਤਾਂ ਡਿਸਟ੍ਰਿਕਟ ਮੈਜਿਸਟ੍ਰੇਟ, ਆਪਣੇ DC ਕਹਿ ਦਿੰਦੇ, ਉੱਥੇ DM ਕਹਿ ਦਿੰਦੇ, ਉਸ ਤੋਂ ਪਰਮਿਸ਼ਨ ਲੈਣੀ ਪਊ। ਕੋਈ ਵੀ ਸਟੇਟ ਦੇ ਵਿੱਚ ਸਰਕਾਰ ਦੇ ਪੁੱਛੇ ਤੋਂ ਬਗੈਰ ਕੋਈ ਵੀ DM ਜਿਹੜਾ ਉਹ ਤੈਨੂੰ ਪਰਮਿਸ਼ਨ ਨਹੀਂ ਦੇਗਾ ਦੂਸਰਾ ਪ੍ਰਦਰਸ਼ਨ ਕਰਨ ਦੀ। ਜਦੋਂ ਪਰਮਿਸ਼ਨ ਨਹੀਂ ਦਊਗਾ ਆਟੋਮੈਟਿਕਲੀ ਉਹ ਰੁਕੂਗਾ ਸਾਰਾ ਕੁਝ। ਠੀਕ ਹੈ, ਉਹਦੇ ਬਾਅਦ ਉਹ ਆ ਜਾਣਗੇ ਰਸਤੇ ਖਲਾਉਣ ਤੇ, ਜਿਹੜਾ ਸਖਤ ਰੋਕਾ ਅਖਤਿਆਰ ਕੀਤਾ ਹੋਇਆ ਹੈ। ਸਾਰਾ ਕੁਝ ਐਂਡ ਇਹ ਆ ਕਿ ਐਜੀਟੇਸ਼ਨ ਨੂੰ ਫੇਲ ਕਰਨਾ, ਪ੍ਰਦਰਸ਼ਨ ਰੋਕਣੇ ਆ ਤੇ ਉਹਦੇ ਬਾਅਦ ਰਸਤੇ ਖਲਾਉਣੇ ਆ। ਇਸ ਬੰਨੇ ਨੂੰ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਚਲਾਉਣ ਲਈ ਉਤਰੀ ਪਈ ਆ। ਜਿਵੇਂ ਯੂਪੀ ਬੈਕਬੋਨ ਹੈ ਇੰਡੀਆ ਦੀ ਸਿਆਸਤ ਦੀ, ਪਾਰਲੀਮੈਂਟ 'ਚੋਂ ਰਾਹ ਇਸਥੋਂ ਹੀ ਨਿਕਲਦਾ ਹਰ ਪਾਰਟੀ ਦਾ। ਹੁਣ ਸੰਜੇ ਰੌਤ ਤੋਂ ਲੈ ਕੇ ਸ਼ਰਦ ਪਵਾਰ ਤੋਂ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ, ਹਾਲਾਂਕਿ ਬਸਪਾ ਚੁੱਪ ਹੈ, ਉਹਦੀ ਭਾਈਵਾਲੀ ਕਿਤੇ ਨਾ ਕਿਤੇ ਪਤਾ ਹੀ ਹੈ ਪੰਜਾਬ 'ਚ ਕਿਸ ਪਾਸੇ ਹੈ ਤੇ ਉਧਰ ਕਿਸ ਪਾਸੇ ਹੈ। ਤੇ ਸਮਾਜਵਾਦੀ ਪਾਰਟੀ ਦਾ ਕਾਰਵਾਂ ਵੱਧ ਰਿਹਾ, ਉਧਰ ਕਾਂਗਰਸ ਪਾਰਟੀ ਦਾ ਵੱਧ ਰਿਹਾ। ਇਹ ਦੋਨੇ ਇਸ ਦੌੜ ਦੇ ਵਿੱਚ ਸਿਹਰਾਬੰਦੀ ਦੀ ਤਿਆਰੀ 'ਚ ਨੇ। ਪ੍ਰਿयंका ਵਾਡਰਾ ਜਿਸ ਤਰ੍ਹਾਂ ਰਿਸਕ ਲੈ ਕੇ ਘੁੰਮ ਰਹੀ ਹੈ, ਰਾਹੁਲ ਪਹੁੰਚ ਗਏ ਨੇ, ਨਵਜੋਤ ਸਿੰਘ ਸਿੱਧੂ ਪਹੁੰਚ ਗਏ ਨੇ। ਯਾਨੀ ਭਾਰਤ ਦੀ ਸਿਆਸਤ ਦਾ ਗੜ੍ਹ ਯੂਪੀ ਦੇ ਵਿੱਚ ਇਹ ਜਿਹੜਾ ਮੁੱਦਾ ਉੱਠਿਆ ਲਖੀਮਪੁਰ ਕਾਂਡ ਦਾ, ਇਸ ਦੇ ਵਿੱਚ ਜਿਹੜੀਆਂ ਸਿਆਸੀ ਸਰਗਰਮੀਆਂ, ਧਰਨੇ ਮੁਜ਼ਾਹਰੇ ਵਧਣਗੇ। ਅੱਜ 7 ਦਿਨ ਦਾ 8 ਦਿਨ ਦਾ ਸਮਾਂ, ਉਸ ਤੋਂ ਬਾਅਦ ਉਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਪ੍ਰਦਰਸ਼ਨ ਵਧਣਗੇ। ਇਸ ਦੇ ਨਾਲ ਨਾਲ ਹੋਰ ਬਹੁਤ ਸਮੱਸਿਆਵਾਂ ਨੇ। ਇਲੈਕਸ਼ਨ ਈਅਰ ਹੈ ਤੇ ਇੱਥੇ ਜਿਹੜਾ ਹੈਗਾ ਯੋਗੀ ਸਰਕਾਰ ਦੇ ਖਿਲਾਫ, BJP ਦੇ ਸਰਕਾਰ ਦੇ ਖਿਲਾਫ, ਇਹਨਾਂ ਸਿਆਸੀ ਪਾਰਟੀਆਂ ਦਾ ਜਿਹੜਾ ਤਿਕੜਮਬਾਜ਼ੀਆਂ ਨੇ ਉਹ ਵੀ ਰਹਿਣਗੀਆਂ ਤੇ ਯੋਗੀ ਦੀਆਂ ਵੀ ਰਹਿਣਗੀਆਂ। ਇਸ ਦੌਰਾਨ ਕਿ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਹੀ ਕੋਈ ਸਖਤ ਫੈਸਲਾ ਸੁਪਰੀਮ ਕੋਰਟ ਲਿਆਉਣ ਦੀ ਤਾਕ ਦੇ ਵਿੱਚ ਹੈ ਤੇ ਕਿ ਲੋਕਾਂ ਦਾ ਜਿਹੜਾ ਇੱਕ ਹਕੂਕ ਹੈ ਪ੍ਰਦਰਸ਼ਨ ਦਾ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੋਇਆ ਜਾਵੇ। ਮੁੱਕਦੀ ਕਵਾਇਦ ਇਹੀ ਹੈ ਇਸ ਦੇ ਵਿੱਚ ਜੀ? ਨਹੀਂ, ਬਿਲਕੁਲ ਇਹੀ ਆ। ਦੇਖੋ ਹੁਣ ਪਤਾ ਗੱਲ ਕੀ ਆ, ਸਾਰੇ ਹੱਥ ਕੰਡੇ ਅਪਣਾ ਕੇ ਕੇਂਦਰ ਸਰਕਾਰ ਨੇ ਦੇਖ ਲਿਆ
ਉਹਨਾਂ ਨੂੰ ਪਤਾ ਨਾ ਅਸੀਂ ਕਾਨੂੰਨ ਅਪੀਲ ਕਰਨੀ ਆ, ਨਾ ਅਸੀਂ ਕੀ ਕਹਿੰਦੇ ਹੁੰਦੇ ਆ ਇਹਦੇ ਵਿੱਚ ਕੀ ਕਹਿੰਦੇ ਹੁੰਦੇ ਆਪਣਾ ਸੋਧ ਕੋਈ ਆਪਾਂ ਕੀ ਉਹਦੀ ਹੁੰਦੀ ਆ ਕਰਨੀ ਆ, ਅਮੈਂਡਮੈਂਟ ਕੋਈ ਹੋਣੀ ਆ, ਕੁਛ ਨਹੀਂ ਅਸੀਂ ਕਰਨਾ। ਠੀਕ ਹੈ, ਨਾ ਅਸੀਂ ਵਾਪਸ ਲੈਣੇ ਆ। ਜੇ ਕਰਨਾ ਹੀ ਕੁਛ ਨਹੀਂ ਤੇ ਫਿਰ ਗੱਲਬਾਤ ਵੀ ਕਾਹਦੀ ਆ। ਠੀਕ ਹੈ, ਗੱਲਬਾਤ ਜਿਹੜੀ ਚਲਾਈ ਸੀ ਉਹ ਇਸੇ ਕਰਕੇ ਸੀਗੀ ਕਿ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਸਾਹਮਣੇ ਲੈ ਜਾਈਏ, ਦੇਖੋ ਜੀ ਕਿਸਾਨ ਆਗੂ ਨਹੀਂ ਮੰਨ ਰਹੇ। ਠੀਕ ਹੈ ਨਾ, ਹੁਣ ਉਹਨਾਂ ਕੋਲ ਰਾਹ ਕਿਹੜਾ ਬਚਿਆ ਇਸ ਅੰਦੋਲਨ ਨੂੰ ਖਤਮ ਕਰ ਲਈ? ਉਹਨਾਂ ਕੋਲ ਸੁਪਰੀਮ ਕੋਰਟ ਸੀਗੀ, ਸੁਪਰੀਮ ਕੋਰਟ ਦੇ ਸਿਰ ਤੇ ਰੱਖ ਕੇ ਉਹਨਾਂ ਚਲਾਉਣੀ ਆ। ਜ਼ਰੂਰੀ ਨਹੀਂ ਕਿ ਸੁਪਰੀਮ ਕੋਰਟ ਦੇ ਸਿਰ ਤੇ ਰੱਖ ਕੇ ਉਹਦੇ ਮੋਢੇ ਤੇ ਰੱਖ ਕੇ ਚੱਲ ਜਵੇ, ਹੋ ਸਕਦਾ ਗੇਮ ਪੁੱਠੀ ਵੀ ਪੈ ਜਾਵੇ। ਲਖੀਮਪੁਰ ਖੀਰੀ ਵਾਲੀ ਗੇਮ ਬੀਜੇਪੀ ਨੂੰ ਬਹੁਤ ਪੁੱਠੀ ਪਈ ਆ। ਜਿਹੜੀ ਬਾਣੀਆਂ ਬਿਰਤੀ ਹੈ ਨਾ, ਮਹਾਜਨ ਬੁੱਧੀ ਹੈ ਨਾ, ਉਹ ਸੋਚਦੀ ਹੈ ਕਿ ਜਿਵੇਂ ਵਹੀ ਹੈ, ਵਹੀ ਦਾ ਅਗਲਾ ਰੂਪ ਕਾਨੂੰਨ ਹੈ, ਸੁਪਰੀਮ ਕੋਰਟਾਂ ਬਾਕੀ ਨੇ। ਸੋ ਇਹ ਸੋਚਦੇ ਆ ਨਾ ਕਿ ਜਿਵੇਂ ਜੱਟ ਵਹੀ ਤੋਂ ਡਰਦਾ, ਕਹੀ ਤੋਂ ਨਹੀਂ ਡਰਦਾ, ਇਵੇਂ ਜੱਟ ਹੈ ਨਾ ਜਿਹੜਾ ਉਹ ਸੱਪ ਤੋਂ ਭਾਵੇਂ ਨਾ ਡਰੇ ਕਿ ਕਾਨੂੰਨ ਤੋਂ ਵੀ ਡਰਦਾ। ਸੁਪਰੀਮ ਕੋਰਟ ਇਹ ਵਹਿਮ ਹੈ, ਕਿਉਂਕਿ ਇਹਨਾਂ ਦੇ ਕਈ ਵਹਿਮ ਪੂਰੇ ਹੋ ਗਏ। ਸੀਏ ਜਾਂ ਬਾਕੀ ਕਾਨੂੰਨ ਲਿਆਏ ਵਿਧਾਨ ਸਭਾ ਦੀਆਂ ਧੱਜੀਆਂ ਉਡਾ ਕੇ। ਧਰਮ ਨਿਰਪੱਖਤਾ ਸੀ ਜਿਹੜਾ ਭਾਰਤ ਦਾ ਸੰਵਿਧਾਨ, ਉਹਨੂੰ ਜਿਹੜਾ ਉਡਾ ਦਿੱਤਾ ਕਿ ਇਹ ਤਾਂ ਇੰਦਰਾ ਗਾਂਧੀ ਜਬਰੀ ਲੈ ਕੇ ਆਈ ਸੀ। ਉਸ ਤੋਂ ਬਾਅਦ ਸੀਏ, ਨੈਸ਼ਨਲ ਕੈਪੀਟਲ ਰਜਿਸਟਰ, ਉਸ ਤੋਂ ਬਾਅਦ ਕਸ਼ਮੀਰ ਦਾ ਮਸਲਾ, ਕਸ਼ਮੀਰ ਤੋਂ ਬਾਅਦ 3 ਤਲਾਕ ਦਾ ਮਸਲਾ, ਜਿਹੜਾ ਮਤਲਬ ਇਹ ਹੱਲ ਕਰਨਾ ਚਾਹੁੰਦੇ ਸੀ ਆਪਣੇ ਹਿਸਾਬ ਨਾਲ, ਉਹ ਇਹਨਾਂ ਨੇ ਕੀਤਾ। ਜਦੋਂ ਆਪਣਾ ਸਬਰੀਮਾਲਾ ਮੰਦਿਰ ਦੇ ਵਿੱਚ ਹਿੰਦੂ ਔਰਤਾਂ ਨੂੰ ਬੈਨ ਹੈ ਇਸ ਕਰਕੇ ਕਿ ਇਹਨਾਂ ਨੂੰ ਮਾਨਸਿਸ ਆਉਂਦੇ ਨੇ, ਉੱਥੇ ਸੁਪਰੀਮ ਕੋਰਟ ਕੀ ਕਹਿੰਦੀ ਉਹਦਾ ਕੋਈ ਫਿਕਰ ਨਹੀਂ। ਸੁਪਰੀਮ ਕੋਰਟ 'ਚ ਬੈਠੀ ਜੱਜ ਇੰਦੂ ਮਲਹੋਤਰਾ, ਉਹ ਇੱਕ ਔਰਤ ਹੋ ਕੇ ਵੀ ਇਸ ਫੈਸਲੇ ਦੇ ਖਿਲਾਫ ਸੀ ਕਿ ਇਹ ਧਰਮ ਦਾ ਮਾਮਲਾ ਇਹ ਐਜ਼ ਇਟ ਇਜ਼ ਰਹਿਣਾ ਚਾਹੀਦਾ, ਉੱਥੇ ਔਰਤਾਂ ਦਾ ਦਾਖਲਾ ਨਹੀਂ ਹੋਣਾ ਚਾਹੀਦਾ। ਇਹ ਸੋਚ ਔਰਤ ਦੀ ਔਰਤਾਂ ਪ੍ਰਤੀ ਜੋ ਇੰਦੂ ਮਲਹੋਤਰਾ ਦੀ ਸਟੇਟਮੈਂਟ ਸੀ। ਪਰ ਫਿਰ ਵੀ 2-3 ਦੇ ਫਰਕ ਦੇ ਨਾਲ ਉਹ ਫੈਸਲਾ ਆਇਆ, ਜਿਹੜਾ ਮਤਲਬ ਇਹਨਾਂ ਦੇ ਕੱਚਘਰੜ ਸਿਸਟਮ ਵੱਲ, ਮਨੂਵਾਦ ਵੱਲ ਨੂੰ ਉਂਗਲ ਖੜੀ ਕਰਦਾ ਹੈ। ਉੱਥੇ ਸੁਪਰੀਮ ਕੋਰਟ ਜ਼ੀਰੋ ਹੈ, ਉੱਥੇ ਸੁਪਰੀਮ ਕੋਰਟ ਦੇ ਫੈਸਲੇ ਦੀ ਕੋਈ ਔਕਾਤ ਨਹੀਂ, ਵੈਲਿਊ ਨਹੀਂ, ਉੱਥੇ ਕੋਈ ਕੋਰਟ ਕੰਟੈਂਪਟ ਨਹੀਂ ਹੈ। ਹੁਣ 2015 ਤੋਂ ਜਿਹੜਾ NRI ਨੂੰ ਵੋਟ ਦਾ ਰਾਈਟ ਮਿਲਿਆ, ਆ ਜਿਹੜੇ ਬਾਹਰ ਭਾਜਪਾ ਵਾਲੇ ਨੇ, ਮੈਂ ਪੁੱਛਣਾ ਚਾਹਾਂਗਾ ਇਹਨਾਂ ਨੂੰ, ਜੇ ਤੁਹਾਨੂੰ ਐਡਾ ਹੀ ਹੇਜ ਹੈ, ਤੁਹਾਨੂੰ ਵੀ ਵੋਟ ਦਾ ਰਾਈਟ ਨਹੀਂ ਦੇ ਰਹੇ, ਕਿਉਂਕਿ NRI ਜਿਹੜਾ ਵਿਦੇਸ਼ 'ਚ ਹੈ ਉਹ ਭਾਵੇਂ ਬੀਜੇਪੀ ਦਾ ਭਾਵੇਂ ਦੂਜਾ, ਉਹ ਕਾਫੀ ਸੁਚੇਤ ਹੈ, ਜਿਹਦੇ ਤੇ ਧਰਮ ਦਾ ਜਾਲ ਨਹੀਂ ਹੈ ਅੱਖਾਂ ਤੇ, ਜਿਹਨੂੰ ਧਰਮ ਦਾ ਮੋਤੀਆਬੰਦ ਨਹੀਂ ਚੜਿਆ ਹੋਇਆ ਜਾਂ ਆਪਣੀਆਂ ਪਾਰਟੀਆਂ ਦਾ ਮੋਤੀਆਬੰਦ ਨਹੀਂ ਚੜਿਆ, ਉਹ ਬਹੁਤ ਜ਼ਿਆਦਾ ਨਾ ਸੋਚ ਰੱਖਦਾ। ਮਸਲਨ NRI ਨੂੰ ਵੋਟ ਦਾ ਰਾਈਟ ਮਿਲੇ 5 ਸਾਲ ਹੋ ਗਏ ਨੇ, ਤੇ ਕਿਸੇ ਵੀ ਭਾਜਪਾ ਭਗਤ ਨੇ ਜਾਂ ਹੋਰ ਨੇ ਉਜ਼ਰ ਨਹੀਂ ਕੀਤਾ ਕਿ ਕਿਉਂ ਨਹੀਂ ਲਾਗੂ ਹੁੰਦਾ। ਸੁਪਰੀਮ ਕੋਰਟ ਦੀ ਕੰਡੈਂਪਟ ਹੈ ਇਹ ਸਾਰੀ, ਪਰ ਉੱਥੇ ਪੁੱਛਣ ਵਾਲਾ ਨਹੀਂ ਕੋਈ ਮੀਡੀਆ ਉਹਦੇ ਤੇ ਗੱਲ ਨਹੀਂ ਕਰਦਾ। ਤੇ NRI ਵੀ ਮੈਨੂੰ ਉਹਨਾਂ ਦੀ ਸੋਚ ਤੇ ਹੈਰਾਨ ਹੈ ਕਿ ਕਿਉਂ ਨਹੀਂ ਇਸ ਮਾਮਲੇ ਨੂੰ, ਮੈਂ ਡਾਕਟਰ ਗਾਂਧੀ ਨੂੰ ਵੀ ਪੁੱਛਿਆ ਸੀ, ਉਹ ਕਹਿੰਦਾ ਯਾਰ ਤੂੰ ਬਹੁਤ ਮਸਲਾ ਇਸ ਦਾ ਚੱਕਦਾ। NRI ਤੋਂ ਨੋਟ ਸਾਰੇ ਲੈਣਾ ਚਾਹੁੰਦੇ ਨੇ, ਸਪੋਰਟ ਸਾਰੇ ਲੈਣਾ ਚਾਹੁੰਦੇ ਨੇ, ਪਰ ਉਹਨਾਂ ਦੀ ਵੋਟ ਨਹੀਂ ਚਾਹੁੰਦੇ, ਕਿਉਂਕਿ ਵੋਟ ਉਹਨਾਂ ਦੇ ਵੀ ਖਿਲਾਫ ਪੈਂਦੀ ਹੈ। ਸੋ ਇਸ ਕਰਕੇ ਕੋਰਟ ਦੀਆਂ 2 ਵੱਡੀਆਂ ਕੰਟੈਂਪਟ ਨੇ, ਇੱਕ ਸਬਰੀਮਾਲਾ ਤੇ ਇੱਕ NRI ਵੋਟ ਦੀ, ਜਿਹੜੀਆਂ ਬੀਜੇਪੀ ਦੇ ਖਿਲਾਫ ਜਾਂਦੀਆਂ ਨੇ, ਪਰ ਉਹਨਾਂ ਦੇ ਮਾਮਲੇ 'ਚ ਚੁੱਪ ਹੈ। ਉਹਦਾ ਮਾਣਯੋਗ ਸੁਪਰੀਮ ਕੋਰਟ ਨੂੰ ਆਪਣੇ ਮਫਾਦ ਲਈ ਵਰਤ ਰਹੇ ਨੇ ਲੋਕ। ਜਦੋਂ ਸੁਪਰੀਮ ਕੋਰਟ ਦਾ ਮੁੱਖ ਜੱਜ ਅਯੁੱਧਿਆ ਦਾ ਫੈਸਲਾ ਕਰਾਉਣਾ ਤੇ ਬਾਹਮ ਰੋਡ ਦਿੱਤੀ ਜਾਂਦੀ ਹੈ, ਤੇ ਮੁੜ ਕੇ ਫਿਰ ਇੱਕ MP ਦਾ ਅਹੁਦਾ ਦੇ ਕੇ ਬੁਰਕੀ ਪਾ ਦਿੱਤੀ ਜਾਂਦੀ ਹੈ। ਇਹ ਤੇ ਔਕਾਤ ਹੈ। ਤੇ ਲੋਕਾਂ ਨੂੰ ਕਹਿੰਦੇ ਸਰਵਉੱਚ ਅਦਾਲਤ, ਮਾਣਯੋਗ ਕਾਨੂੰਨ। ਕੀ ਇਹ ਮਾਣਯੋਗ ਕਾਨੂੰਨ ਇਹਨਾਂ ਕਈਆਂ ਵਾਲਿਆਂ ਨੂੰ ਡੱਕ ਸਕੇਗਾ ਜੀ ਸੁਰਿੰਦਰ? ਦੇਖੋ, ਕਈਆਂ ਵਾਲੇ ਡੱਕਣੇ ਬੜੇ ਔਖੇ ਆ। ਠੀਕ ਹੈ, ਤੁਸੀਂ ਦਰੜ ਕੇ ਦੇਖ ਲਿਆ ਲਖੀਮਪੁਰ ਖੀਰੀ 'ਚ। ਉਸ ਤੋਂ ਪਹਿਲਾਂ ਤੁਸੀਂ 26 ਤਰੀਕ ਨੂੰ ਗਾਜ਼ੀਆਬਾਦ ਬਾਰਡਰ ਦੇ ਉੱਪਰ, ਉੱਥੇ ਵੀ ਤੁਸੀਂ ਰਕੇਸ਼ ਟਕੈਤ ਨੂੰ ਦਰੜਨ ਲੱਗੇ ਸੀ। ਹੋ ਸਕਦਾ ਰਕੇਸ਼ ਟਕੈਤ ਕੱਲਾ ਰਗੜਿਆ ਜਾਂਦਾ, ਪਰ ਉਸ ਵੇਲੇ ਤੇਜਿੰਦਰ ਸਿੰਘ ਵਿਰਕ ਤੇ ਜਸਵੀਰ ਸਿੰਘ ਵਿਰਕ 2 ਬੰਦੇ ਅੜ ਕੇ ਖੜੇ ਹੋਏ ਸੀ। ਸਭ ਤੋਂ ਵੱਧ ਤੇਜਿੰਦਰ ਸਿੰਘ ਵਿਰਕ ਖੜਿਆ ਹੋਇਆ ਸੀ, ਜਿਨ੍ਹਾਂ ਨੂੰ ਕਿਹਾ ਸੀ ਕਿ ਖੜ ਜਾ, ਤੂੰ ਖੜੇਗਾ ਅਸੀਂ ਤੇਰੇ ਇਰਦ ਗਿਰਦ ਆ, ਜੇ ਤੂੰ ਖਿਸਕ ਗਿਆ ਤੇ ਸਾਰਾ ਕੁਝ ਖਿੱਲਰ ਜਾਣਾ ਹੀ, ਸਾਂਭਿਆ ਨਹੀਂ ਜਾਣਾ। ਹੋ ਸਕਦਾ ਰਕੇਸ਼ ਟਕੈਤ ਜਿਹੜਾ ਸੀ ਉਹ ਠਠੰਬਰ ਜਾਂਦਾ, ਪਰ ਉਹਨਾਂ ਨੇ ਨਹੀਂ ਉਹਨੂੰ ਉੱਥੋਂ ਜਿਹੜਾ ਸੀ ਉਹ ਥਿੜਕਣ ਦਿੱਤਾ। ਤੇ ਅਲਟੀਮੇਟਲੀ ਕੀ ਹੋਇਆ, ਰਕੇਸ਼ ਟਕੈਤ ਦੇ ਜਿਹੜੇ ਅਥਰੂ ਸੀ
ਉਹਨਾਂ ਨੇ ਦੁਬਾਰਾ ਅੰਦੋਲਨ ਜਿਹੜਾ ਸੀ ਉਹ 'ਚ ਜਾਨ ਭਰਤੀ। ਜੇ ਉਸ ਵੇਲੇ ਅੱਜ ਭਾਵੇਂ ਤਜਿੰਦਰ ਸਿੰਘ ਵਿਰਕ ਜਿਹੜਾ ਉਹ ਹਸਪੀਟਲ ਪਿਆ, ਪਰ ਇਹ ਉਹਦੀ ਬਦੌਲਤ ਸੀ, ਸਟੈਂਡ ਉਹਨਾਂ ਦਾ ਹੀ ਸੀਗਾ ਉਸ ਵੇਲੇ ਦਾ। ਭਾਵੇਂ ਉਹ ਕੀ ਕਹਿੰਦੇ ਉੱਤਰ ਪ੍ਰਦੇਸ਼ ਤੇ ਉੱਤਰਾਂਚਲ ਦੀ ਹੱਦ ਤੇ ਜਾ ਕੇ ਬੈਠਾ ਸੀ ਉਹ ਵਿਅਕਤੀ, ਠੀਕ ਹੈ, ਪਰ ਉੱਥੇ ਬੈਠ ਕੇ ਵੀ ਜਿਹੜੀ ਮਰਦਾਨਗੀ ਉਹਨਾਂ ਦਿਖਾਈ ਆ, ਅੰਦੋਲਨ ਨੂੰ ਜੋ ਮਰਜ਼ੀ ਆ, ਜੋ ਜਾਨ ਅੰਦੋਲਨ 'ਚ ਉਹਨਾਂ ਪਾਈ ਆ, ਨਹੀਂ ਤੇ ਉਦਣ ਜੋ ਮਰਜ਼ੀ ਸੀ। ਸਰਗਰਮ ਭਾਵੇਂ ਇਹ ਸੁਰਿੰਦਰ ਵੀ ਸਭ ਤੋਂ ਪਿੱਛੋਂ ਹੋਏ ਨੇ, ਪਹਿਲਾਂ ਉਗਰਾਹਾਂ ਗਰੁੱਪ ਜਾਂ ਡਕੌਂਦਾ ਜਾਂ ਰਾਜੇਵਾਲ, ਇਹ ਗਰੁੱਪ ਸਰਗਰਮ ਹੋਏ ਨੇ ਇਸ ਕਾਨੂੰਨ ਦੇ ਖਿਲਾਫ, ਤੇ ਉਸ ਤੋਂ ਬਾਅਦ ਹਰਿਆਣੇ ਵਾਲੇ ਸਰਗਰਮ ਹੋਏ, ਚੜੂਨੀ ਹੋ ਰਹੀ, ਤੇ ਫਿਰ ਬਾਰਡਰ ਤੇ BM ਸਿੰਘ ਜਾਂ ਖਾਸ ਕਰਕੇ ਰਕੇਸ਼ ਟਕੈਤ ਹੋਣੀ ਤਾਂ ਚਲੋ ਬਾਅਦ ਚ ਆਏ ਨੇ, ਪਰ ਫਿਰ ਵੀ ਇਸ ਇਲਾਕੇ ਦੇ ਜਿਹੜੇ ਤੇਜਿੰਦਰ ਵਿਰਕ, ਜਸਵੀਰ ਜਾਂ ਜਿਹੜੇ ਵੀ ਹੋਰ ਲੋਕ ਨੇ, ਡਿਵੜਵਾ ਸਾਹਿਬ ਵੀ ਨੇ, ਉਹਨਾਂ ਚ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਰਾਜਸਥਾਨ ਬੁੱਢਾ ਜੋੜ ਤੋਂ ਲੈ ਕੇ ਸਾਰੇ ਇਹਨਾਂ ਨੇ ਐਜੀਟੇਸ਼ਨ ਸੰਭਾਲੀ। ਇਸ ਦੌਰਾਨ ਹੁਣ ਜਿਹੜੀ ਵੀਡੀਓ ਆਉਂਦੀ ਹੈ, ਸੁਪਰੀਮ ਕੋਰਟ ਆਪਣੀ ਕਰੇਗਾ ਕੋਸ਼ਿਸ਼, ਪਰ ਲੱਗਦਾ ਕਿ ਲੋਕਾਂ ਦੇ ਅੱਗੇ ਕੋਰਟਾਂ ਦੀਆਂ ਬਥੇਰੀਆਂ ਧੱਜੀਆਂ ਉੱਡਦੀਆਂ ਨੇ, ਪੂਰੀ ਦੁਨੀਆ ਦੇ ਵਿੱਚ ਕੋਈ ਪਰਵਾਹ ਨਹੀਂ ਕਰਦਾ ਫਿਰ ਕਾਲੇ ਕੋਰਟ ਦੀ। ਇਸ ਦੌਰਾਨ ਕਿਉਂਕਿ ਜਦੋਂ ਅਗਲੇ ਸਿੱਧਾ ਪੰਗਾ ਲੈਣ ਦੇ ਰੌਚ ਨੇ, ਕੀ ਕਰੋਗੇ ਦਫਾ 44 ਲਾ ਕੇ, ਕੀ ਕਰੋਗੇ ਕਰਫਿਊ ਲਾ ਕੇ, ਡੱਕ ਥੋੜੀ ਲਾਓਗੇ ਤੁਸੀਂ ਆਵਾਮ ਨੂੰ। ਇੱਕ ਜਾਇਜ਼ ਮੰਗ ਹੈ, ਤੁਸੀਂ ਅੰਬਾਨੀਆਂ ਨੂੰ ਤਾਂ ਗਰੰਟੀ ਦਿੰਦੇ ਹੋ, ਅਡਾਨੀਆਂ ਨੂੰ 30 ਸਾਲ ਦੀ ਕਿ 2 ਰੁਪਏ ਕਿਲੋ ਤੁਹਾਨੂੰ ਰੇਟ ਦੇਵਾਂਗੇ ਕਣਕ ਰੱਖਣ ਦਾ, ਤੇ ਪਰ ਸਾਲ ਮਹਿੰਗਾਈ ਦੀ ਦਰ ਦੇ ਮੁਤਾਬਕ ਵਧਾਵਾਂਗੇ ਵੀ, ਤੇ ਕਿਸਾਨਾਂ ਨੂੰ ਜਿਹੜਾ MSP ਕੌਣ, ਪਾਪਾ ਜੀ ਦਊ ਤੁਹਾਡਾ ਕੋਈ ਆ ਕੇ, ਹੈ ਨਾ, ਜਾਂ ਜਸਟਨ ਟਰੂਡੋ ਦੇਊਗਾ। ਇਹ ਤੁਹਾਡੀ ਜ਼ਿੰਮੇਵਾਰੀ ਨਹੀਂ, ਤੁਹਾਨੂੰ ਬਣਾਇਆ ਕਾਹਦੇ ਵਾਸਤੇ ਹੈ? ਜੇ ਤੁਸੀਂ MSP ਤੈਅ ਕਰ ਦਿਓ, MSP ਦੇਗਾ ਕੌਣ, ਉਹਦੀ ਗਰੰਟੀ। ਹੁਣ ਤੁਸੀਂ ਕਾਨੂੰਨ ਬਣਾਇਆ, ਕਾਨੂੰਨ ਇੰਪਲੀਮੈਂਟ ਹੁੰਦਾ, ਵਰਸਸ ਸਟੇਟ ਕੇਸ ਹੁੰਦੇ ਨੇ ਜੇ ਕਿਸੇ ਨਾਲ ਜਾਤੀ ਹੁੰਦੀ ਹੈ। ਹੁਣ ਜੇ ਉਸ MSP ਮਿਲਦੀ ਨਹੀਂ ਤਾਂ ਦਵਾਉਣੀ ਤੁਹਾਡੀ ਜ਼ਿੰਮੇਵਾਰੀ ਹੈ ਨਾ, ਕਿਸੇ ਹੋਰ ਦੀ ਥੋੜੀ ਹੈ। ਨਾਲ ਇਹ ਵੀ ਨਹੀਂ ਕਿ MSP ਤੋਂ ਘੱਟ ਜਿਹੜਾ ਹੈਗਾ ਕਿਤੇ ਚੌਲ ਵਿਕਦਾ ਦਿਖਾ ਦਿਓ, ਤੁਸੀਂ ਕਣਕ ਵਿਕਦੀ ਦਿਖਾ ਦਿਓ, ਤੁਸੀਂ ਲੁਟਵਾ ਰਹੇ ਹੋ ਬਾਣੀਆਂ ਦੇ ਰਾਹੀਂ। ਹੁਣ ਛੋਟੇ ਬਾਣੀਆਂ ਨੂੰ ਨਿਗਲਣੇ ਵੱਡੇ ਬਾਣੀਏ ਆ ਗਏ ਨੇ। ਬਦਕਿਸਮਤੀ ਹੈ ਕਿ ਛੋਟਾ ਮਹਾਜਨ ਅਜੇ ਵੀ ਮੁਹੱਬਤ ਕਰਦਾ, ਹੇਜ ਕਰਦਾ BJP ਦਾ ਕਿ ਸਾਡੀ ਪਾਰਟੀ ਹੈ, ਰਾਮ ਲੱਲਾ ਦੀ ਪਾਰਟੀ ਹੈ। ਕੀ ਕਰੋਗੇ ਰਾਮ ਲੱਲਾ ਦੀ ਪਾਰਟੀ ਨੂੰ? ਫਿਰ ਇਹ ਰਾਮ ਲੱਲਾ ਦੀ ਨਹੀਂ, ਰਿਲਾਇੰਸ ਦੀ ਪਾਰਟੀ ਹੈ। ਇਸ ਦੌਰਾਨ ਸੁਰਿੰਦਰ ਵੀਰੇ ਜਿਹੜੀ ਵੀਡੀਓ ਆਈ ਹੈ, ਉਹ ਜਿਹੜੀ ਵੀਡੀਓ ਫੇਟ ਵਾਲੀ ਥਾਰ ਵਾਲੀ ਸੀ, ਉਹਦਾ ਅਗਲਾ ਪੋਰਸ਼ਨ ਥੋੜਾ ਜਿਹਾ ਆਇਆ, ਜਿਹਦੇ ਵਿੱਚ ਉਹ ਗੱਡੀਆਂ ਥੋੜੀਆਂ ਜਿਹੀਆਂ ਪਿੱਛੋਂ ਵਿਖਾਈਆਂ ਗਈਆਂ ਨੇ, 3 ਗੱਡੀਆਂ ਦੀ ਲੋਕੇਸ਼ਨ ਦਿਖਾਈ ਗਈ ਹੈ। ਉਹ ਗੱਡੀਆਂ ਕਿਵੇਂ, ਜਿਸ ਤਰ੍ਹਾਂ ਹੁਣ ਸ਼ਨਾਖਤ ਹੋ ਰਹੀ ਹੈ ਕਿ ਇਹ ਤੇਜਿੰਦਰ ਸਿੰਘ ਵਿਰਕ ਜਿਹਨੂੰ ਕਹਿੰਦੇ ਨੇ ਇਹਨੇ ਹਿੰਸਾ ਕੀਤੀ ਹੈ, ਉਹ ਜਿੱਥੇ ਉਹ ਬਜ਼ੁਰਗ ਨਛੱਤਰ ਸਿੰਘ ਨੂੰ ਚੱਕ ਕੇ ਮਾਰਿਆ, ਬੰਪਰ ਤੇ ਡਿੱਗਿਆ, ਉਹ ਬੋਨਟ ਤੇ ਡਿੱਗਿਆ, ਉਸ ਤੋਂ 15 ਕੁ ਬੰਦੇ ਅੱਗੇ ਤੇਜਿੰਦਰ ਸਿੰਘ ਵਿਰਕ ਤੁਰਿਆ ਜਾਂਦਾ, ਤੇ ਪਹਿਲਾਂ ਉਸ ਬਜ਼ੁਰਗ ਨੂੰ ਤੇ ਫਿਰ ਤੇਜਿੰਦਰ ਵਿਰਕ ਹੋਰਾਂ ਨੂੰ ਹਿੱਟ ਕੀਤਾ ਗਿਆ। ਉਸ ਤੋਂ ਬਾਅਦ 3 ਗੱਡੀਆਂ ਵਾਹੋਦਾਹੀ ਆਦਮਬੋ ਕਰਦੀਆਂ ਹੁੰਦੀਆਂ ਨੇ। ਗੱਡੀਆਂ ਦੇ ਪਿੱਛੇ ਜਿਹੜੀ ਪਿਛਲੇ ਵਾਲੀ ਗੱਡੀ ਸੀ ਸਕਾਰਪੀਓ, ਉਹਦੇ ਤੇ ਇੱਕ ਗਨਮੈਨ ਲਟਕ ਰਿਹਾ, ਜਿਵੇਂ ਪੰਜਾਬ ਪੁਲਿਸ ਵਾਲੇ ਖੜਦੇ ਹੁੰਦੇ ਨੇ ਬੋਨਟ ਤੇ ਬੰਪਰ ਤੇ ਪੈਰ ਰੱਖ ਕੇ, ਉੱਪਰਲੀ ਜਿਹੜੀ ਛੱਤ ਵਾਲੀ ਰੋਡ ਆ ਉਹਨੂੰ ਫੜ ਕੇ। ਤੇ ਇਹ ਤੋਂ ਪਤਾ ਕਿ ਉਹਨਾਂ ਤੇ ਕੋਈ ਅਟੈਕ ਨਹੀਂ ਹੋਇਆ, ਤੇ ਪਿੱਛੋਂ ਗੱਡੀਆਂ ਸਪੀਡ 'ਚ ਆ ਰਹੀਆਂ ਨੇ ਤੇ ਭੀੜ ਨੂੰ ਮਗਰੋਂ ਦਰੜਦੀਆਂ ਆਉਂਦੀਆਂ ਨੇ। ਫਿਰ ਤੇਜਿੰਦਰ ਵਿਰਕ ਕਿਵੇਂ ਇਸ ਘਟਨਾ ਦਾ ਕੁੱਟਮਾਰ ਦਾ ਦੋਸ਼ੀ ਹੋ ਗਿਆ? ਉਹ ਤਾਂ ਹਿੱਟ ਹੋਣ ਸਾਰ ਡਿੱਗ ਗਿਆ, ਸਿਰ 'ਚ ਉਹਦੇ ਗੰਭੀਰ ਸੱਟ ਹੈ, ਏਮਸ ਦੇ ਵਿੱਚ ਉਹ ਦਾਖਲ ਹੈ। ਕੀ ਸਿਰ ਦੀ ਸੱਟ ਦੇ ਬਾਵਜੂਦ ਬੰਦਾ ਗੱਡੀਆਂ ਤੇ ਅਟੈਕ ਕਰ ਸਕਦਾ? ਜਿਹੜਾ ਤੇਜਿੰਦਰ ਵਿਰਕ ਤੇ ਇਹ ਕੇਸ ਕੀਤਾ ਗਿਆ, ਇਹ ਬਿਲਕੁਲ ਇੱਕ ਤਰਫ ਹੈ, ਕਿਉਂਕਿ ਉਹ ਵੀਡੀਓ ਦੇਖੋ, ਤੇਜਿੰਦਰ ਵਿਰਕ ਦੀ ਹੁਣ ਸ਼ਨਾਖਤ ਹੁੰਦੀ ਹੈ, ਕਿਉਂਕਿ ਪਹਿਲੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਵੀਡੀਓ ਫੋਨ ਦੇ ਰਾਹੀਂ, ਫੋਨ ਤੋਂ ਵੀਡੀਓ ਬਣੀ ਹੋਈ ਸੀ, ਮਤਲਬ ਉਹ ਅੱਗੇ ਫੋਨ ਤੋਂ ਅੱਗੇ ਸੈਂਡ ਨਹੀਂ ਸੀ ਹੋਈ, ਫੋਨ ਤੇ ਸਕਰੀਨ ਤੋਂ ਦੁਬਾਰਾ ਫੋਨ ਤੇ ਰਿਕਾਰਡ ਹੋਈ ਸੀ, ਜਿਸ ਕਰਕੇ ਉਹ ਬਲਰ ਸੀ ਕੁਆਲਿਟੀ ਉਹਦੀ। ਜਿਹੜੀ ਹੁਣ ਲੇਟੈਸਟ ਵੀਡੀਓ ਆਈ ਹੈ ਉਹਦੇ 'ਚ ਹਾਲਾਂਕਿ ਅੱਗੇ ਦੀ ਅੱਗੇ ਇਹ ਸੈਂਡ ਹੋਈਆਂ ਵੀ ਨੇ, ਇਹਦੀ ਕੁਆਲਿਟੀ ਗ੍ਰਾਫਿਕਸ ਮੱਧਮ ਪੈ ਰਹੇ ਨੇ, ਪਰ ਜਿਹੜੀਆਂ ਓਰੀਜਨਲ ਵੀਡੀਓ ਨੇ ਉਹਦੇ 'ਚੋਂ ਦਿਖ ਰਿਹਾ ਕਿ ਤੇਜਿੰਦਰ ਵਿਰਕ ਤਾਂ ਆਪ ਹਿੱਟ ਹੋਇਆ, ਉਸ ਬਜ਼ੁਰਗ ਤੋਂ ਬਾਅਦ 10-15 ਬੰਦੇ ਅੱਗੇ ਤੇਜਿੰਦਰ ਵਿਰਕ ਤੁਰਿਆ ਜਾਂਦਾ ਸਭ ਤੋਂ ਪਹਿਲਾਂ, ਜਿਹਨੂੰ ਹਿੱਟ ਕੀਤਾ ਗਿਆ ਬਾਅਦ ਦੇ ਵਿੱਚ। ਉਹ ਵੀ ਮਤਲਬ ਇਸ ਕਤਲ ਦਾ ਦੋਸ਼ੀ ਬਣਾ ਦਿੱਤਾ ਸ਼ੋਭਮ ਮਿਸ਼ਰਾ ਹੋਰਾਂ ਦੇ ਜੀ। ਹਾਂ, ਇਹ ਨਾ ਅੱਜ ਮਾਰਨਿੰਗ ਆਈ ਹੈ ਇਹ ਵੀਡੀਓ ਜਿਹੜੀ ਹੈ ਨਾ, ਪਰ ਇਹ ਬੜੀ ਕਲੀਅਰ ਆ, ਇਹਦੇ 'ਚ ਸਾਰਾ ਕੁਝ ਕਲੀਅਰ ਦਿਖਾਈ ਵੀ ਦੇ ਰਿਹਾ ਵਾ, ਠੀਕ ਹੈ ਨਾ। ਇੱਕ ਵੀਡੀਓ ਇਹ ਆਈ ਆ, ਇੱਕ ਵੀਡੀਓ ਆਈ ਆ ਜਿਹੜਾ ਇੱਕ ਦੋਸ਼ੀ ਫੜਿਆ ਜਿਹੜਾ ਮੰਨਦਾ, ਕਹਿੰਦਾ ਭਈਆ ਆਗੇ ਵਾਲੀ ਗਾੜੀ ਵਿੱਚ। ਹਾਂ, ਉਹ ਤਾਂ ਕੱਲ ਦੀ ਆਈ ਵੀ, ਪਰ ਉਹ ਮੱਧਮ ਸੀਗੀ, ਉਹਦੇ 'ਚ ਵੀ ਉਹ ਮੰਨ ਰਿਹਾ ਕਿ ਭਈਆ ਗੱਡੀ 'ਚ ਸੀਗਾ, ਭਈਆ ਦੇ ਨਾਲ ਸੀ ਅਸੀਂ, ਉਹ ਮੰਨ ਰਿਹਾ। ਇੱਕ ਜਿਹੜੀ ਹੋਰ ਆਈ ਆ ਜਿੱਥੇ ਨਾ ਆਪਣੇ ਵਾਲਾ ਜਿਹੜਾ ਬੋਦੀ ਮੀਡੀਆ ਇਹ ਗੰਦ ਪਾ ਰਿਹਾ, ਇਹ ਜਿਹੜਾ ਸ਼ੋਅ ਕਰ ਰਿਹਾ ਵੀ ਇੱਕ ਵਿਅਕਤੀ ਉਸ ਗੱਡੀ 'ਚੋਂ ਉਤਰ ਕੇ ਭੱਜ ਰਿਹਾ, ਉਹ ਬੇਸਿਕਲੀ ਉਹ ਕੇਂਦਰੀ ਜਿਹੜਾ ਹੋਮ ਸਟੇਟ ਹੋਮ ਮਿਨਿਸਟਰ ਆ, ਉਹ ਅਜੇ ਮਿਸ਼ਰਾ ਦਾ ਮੁੰਡਾ ਨਹੀਂ ਹੈ ਉਹ, ਠੀਕ ਹੈ, ਹੋਰ ਹੈ ਕੋਈ, ਹਾਂ ਉਹ ਹੋਰ ਕੋਈ ਹੈ।
ਇਹ ਕਦੋਂ ਭੱਜਦਾ, ਅਜੇ ਮਿਸ਼ਰਾ ਦਾ ਮੁੰਡਾ ਉਦੋਂ ਭੱਜਦਾ ਜਦੋਂ ਗੱਡੀ ਪਲਟ ਜਾਂਦੀ ਆ। ਪਲਟਣ ਤੋਂ ਬਾਅਦ ਇਹਨੂੰ ਪਤਾ ਲੱਗਦਾ ਵੀ ਹੁਣ ਗੱਡੀ ਅੱਗੇ ਤੁਰਨੀ ਨਹੀਂ, ਇਹ ਫੇਰ ਉਹਦੀ ਤਾਕੀ ਖੋਲ ਕੇ ਭੱਜਦਾ, ਉੱਥੇ ਫਾਇਰਿੰਗ ਕਰਦਾ, ਉੱਥੇ ਇਹਨੂੰ ਜੱਫਾ ਵੱਜਦਾ, ਉੱਥੇ ਸਾਰਾ ਕੁਝ ਹੁੰਦਾ। ਫੇਰ ਉਹ ਇੱਕ ਵੀਡੀਓ 'ਚ ਇੱਕ ਤੁਹਾਡੀ ਗੱਲ ਵਿਚਾਲੇ ਆ, ਜਿਹੜੀ ਥਾਰ ਹਿੱਟ ਕਰਦੀ ਆ ਨਾ, ਜਦੋਂ ਥਾਰ ਉਸ ਬਜ਼ੁਰਗ ਨੂੰ ਹਿੱਟ ਕਰਦੀ ਹੈ, ਤੁਸੀਂ ਯਕਦਮ ਵੇਖੋ ਕਿਉਂਕਿ ਥਾਰ ਦੇ ਡਰਾਈਵਰ ਨੇ ਸ਼ੀਸ਼ਾ ਖੋਲਿਆ ਹੋਇਆ ਤੇ ਥਾਰ ਦੇ ਸਿੰਗਲ ਡੋਰ ਹੁੰਦੀ ਹੈ ਡਰਾਈਵਰ ਵਾਲੇ, ਪਿੱਛੇ ਤੇ ਸ਼ੀਸ਼ੇ ਹੁੰਦੇ ਨੇ, ਪਿੱਛੇ ਬੈਠੇ ਬੰਦੇ ਵੀ ਦਿਸ ਰਹੇ ਨੇ ਕਿ ਬੰਦੇ ਉਹਦੇ 'ਚ ਹੈਗੇ ਨੇ। ਪਰ ਤੁਸੀਂ ਵੇਖੋ ਇੱਕ ਮੋਨਾ ਵਿਅਕਤੀ ਹੈ, ਸ਼ਾਇਦ ਉਹ ਪੱਤਰਕਾਰ ਰਮਨ ਕਸ਼ਪ ਹੈ, ਉਹਦੇ ਨਾਲ ਉਹ ਇੱਕਦਮ ਮੱਥੇ ਤੇ ਹੱਥ ਰੱਖਦਾ। ਮੋਨਾ ਬੰਦਾ ਹੈ ਉਹ, ਜਾਂ ਤਾਂ ਉਹਦੇ ਮੱਥੇ 'ਚ ਕੋਈ ਨਕੀਲੀ ਚੀਜ਼ ਵੱਜੀ ਹੈ, ਜਾਂ ਹੋ ਸਕਦਾ ਕਿਉਂਕਿ ਆਵਾਜ਼ ਤਾਂ ਨਹੀਂ ਆ ਰਹੀ ਬਹੁਤੀ, ਜਾਂ ਉਹਦੇ ਗੋਲੀ ਵੱਜੀ ਹੈ। ਉਹ ਮਤਲਬ ਜਿਵੇਂ ਸੱਟ ਉਹਦੇ ਲੱਗੀ ਨਾ, ਇੱਕਦਮ ਮੱਥੇ ਤੇ ਹੱਥ ਰੱਖਦਾ ਤੇ ਫਿਰ ਉਹ ਪਰਾਂ ਨੂੰ ਲੁੜਕਦਾ, ਮਤਲਬ ਪਿੱਛੇ ਹਟਦਾ, ਲੁੜਕਦਾ ਨਹੀਂ ਪਿੱਛੇ ਹਟਦਾ। ਉਹ ਇੱਕਦਮ ਮੱਥੇ ਤੇ ਹੱਥ ਰੱਖਦਾ ਵੀ ਜਾਂ ਤਾਂ ਉਹਦਾ ਮੱਥਾ ਟੱਚ ਹੋਇਆ ਜਾਂ ਉਹਦੇ ਕੁਛ ਸ਼ਰਾ ਤਾਂ ਉੱਥੇ ਖੈਰ ਨਹੀਂ ਹੈ ਕਿਉਂਕਿ ਉਹ ਪਿਸਟਲ ਦਾ ਫਾਇਰ ਸੀਗਾ, ਤੇ ਉਹਦੇ ਵੀ ਮਤਲਬ ਮੱਥੇ ਤੇ ਵੀ ਕੁਛ ਵੱਜਦਾ। ਉਹ ਵੀ ਮਤਲਬ ਵਿਅਕਤੀ ਮੋਨਾ ਹੈ ਉਹ, ਤੇ ਉਹ ਵੀ ਇਹਦੇ ਵਿੱਚ ਪ੍ਰਭਾਵਿਤ ਹੁੰਦਾ। ਉਹ ਮੱਥੇ ਤੇ ਹੱਥ ਰੱਖਦਾ ਇੱਕਦਮ ਜਦੋਂ ਕਾਰ ਉਸ ਬਜ਼ੁਰਗ ਨੂੰ, ਚਿੱਟੀ ਦਾੜੇ ਵਾਲੇ ਨੂੰ ਹਿੱਟ ਕਰਦੀ ਹੈ, ਉਸ ਤੋਂ ਇੱਕਦਮ ਬਾਅਦ। ਜੀ ਸੁਰਿੰਦਰ। ਨਹੀਂ ਬਿਲਕੁਲ ਮੈਂ ਉਸੇ ਤੇ ਉਹੀ ਆਉਣ ਲੱਗਾ। ਦੇਖੋ ਗੱਲ ਇਹ ਆ ਕਿ ਉਸ ਤੋਂ ਬਾਅਦ ਜਦੋਂ ਇਹ ਇਨਸੀਡੈਂਟ ਵਾਪਰ ਜਾਂਦਾ, ਉਹ ਗੱਡੀ 'ਚੋਂ ਭੱਜਦਾ, ਭੱਜ ਕੇ ਇੱਕ ਨਜ਼ਦੀਕ ਘਰ ਆ, ਉਸ ਘਰ ਵੱਲ ਨੂੰ ਭੱਜਦਾ। ਉਸ ਤੋਂ ਅੱਗੇ ਗੰਨੇ ਦੇ ਖੇਤ ਨੇ, ਉੱਥੇ ਜਾ ਕੇ ਵੜਦਾ। ਉੱਥੋਂ ਤੱਕ ਉਹ ਕੁੱਲ 12 ਗੋਲੀਆਂ ਜਿਹੜੀਆਂ ਉਹ ਚਲਾ ਕੇ ਨਿਕਲਦਾ। ਇਹ ਗੱਲ ਬਿਲਕੁਲ ਸਪਸ਼ਟ ਆ। ਪਰ ਹੁਣ ਗੱਲ ਤੇ ਇਹ ਆ ਕਿ ਜਿਹੜੀ ਇਨਵੈਸਟੀਗੇਸ਼ਨ ਟੀਮ ਆ ਉਹ ਕੀ ਕਰ ਰਹੀ ਆ, ਠੀਕ ਹੈ ਨਾ। ਹੁਣ ਜਿਹੜੀ ਸਭ ਤੋਂ ਜਿਹੜੀ ਇਹ ਵੀਡੀਓ ਆਈ ਹੈ, ਇਹਦੇ 'ਚ ਜਿਹੜੀ ਸਭ ਤੋਂ ਲੇਟੈਸਟ ਸਭ ਤੋਂ ਮਗਰਲੀ ਗੱਡੀ ਹੈ, ਪਿਛਲੀ ਗੱਡੀ ਹੈ, ਉਸ ਗੱਡੀ ਤੇ ਜਿਹੜਾ ਵਿਅਕਤੀ ਹੈ ਉਹ ਸਫਾਰੀ ਸੂਟ ਦੇ ਵਿੱਚ ਹੈ, ਜਿਹੜਾ ਡਰਾਈਵਰ ਦੇ ਨਾਲ ਬੰਪਰ ਤੇ ਜਿਹੜਾ ਬਣਿਆ ਹੁੰਦਾ ਫੁੱਟਰੈਸਟ ਤੇ ਪੈਰ ਰੱਖ ਕੇ ਗੱਡੀ ਦੀ ਸਕਾਰਪੀਓ ਦੀ ਰਾਡ ਫੜੀ ਖੜਾ। ਉਹ ਵਿਅਕਤੀ ਯੂਨੀਫਾਰਮ ਦੇ ਵਿੱਚ ਆ, ਗ੍ਰੇ ਕਲਰ ਦੀ ਉਹਦੀ ਯੂਨੀਫਾਰਮ ਹੈ ਜਿਵੇਂ ਗਨਮੈਨ ਦੀ ਹੁੰਦੀ ਹੈ। ਤੇ ਇਹਦਾ ਮਤਲਬ ਇਹਨਾਂ ਦੇ ਨਾਲ ਪੁਲਿਸ ਇਹਨਾਂ ਦੇ ਨਾਲ ਸੀ ਗੱਡੀਆਂ 'ਚ, ਕਿਉਂਕਿ ਜੇ ਇਹ ਫਾਇਰਿੰਗ ਕਰਕੇ ਬਚ ਕੇ ਨਿਕਲਿਆ ਜਾਂ ਪੁਲਿਸ ਨੇ ਮਦਦ ਕੀਤੀ ਹੈ ਤਾਂ ਇਹ ਤਾਂ ਫਿਰ ਕਲੀਅਰ ਹੀ ਹੈ ਕਿ ਉਹ ਆਮ ਬੰਦੇ ਦੀ ਸਿਕਿਉਰਿਟੀ ਤਾਂ ਨਹੀਂ ਹੋਏਗੀ। ਜਿਹੜਾ ਉਹਨੂੰ ਜਿਸ ਤਰ੍ਹਾਂ VIP ਕਾਰਵਾਂ ਹੁੰਦਾ, ਜਿਪਸੀਆਂ ਤੇ ਪੁਲਿਸ ਹੁੰਦੀ ਹੈ, ਉਹ ਜੇ ਇੰਨੀ ਭੀੜ 'ਚ ਜੇ ਬੰਦਾ ਇੰਨਾ ਰਿਸਕ ਲੈ ਕੇ ਵਿੱਚ ਬਹਿਣ ਦੀ ਬਜਾਏ ਉਹ ਗਨਮੈਨ ਦੇ ਤੌਰ ਤੇ ਗੱਡੀ ਦੇ ਬਾਹਰ ਲਮਕਦਾ ਜਾ ਰਿਹਾ, ਇਹਦਾ ਮਤਲਬ ਇਹ ਓਵਰ ਕੌਨਫੀਡੈਂਸ ਸੀ। ਤੇ ਇਹਦੇ 'ਚ ਕੋਈ VIP ਬੰਦਾ ਜ਼ਰੂਰ ਸੀ ਜਿਹੜਾ ਉਹ ਸਿਕਿਉਰਿਟੀ ਵਾਲਾ ਉਸ ਗੱਡੀ ਦੇ ਪਿੱਛੇ ਲਮਕ ਰਿਹਾ। ਅਦਰਵਾਈਜ਼ ਜਦੋਂ VIP ਨਹੀਂ ਹੁੰਦਾ, ਇਹ ਪਤਾ ਕਿ ਜਿਹੜੇ ਸਿਕਿਉਰਿਟੀ ਵਾਲੇ ਨੇ ਵਿੱਚ ਬੈਠ ਜਾਂਦੇ ਨੇ। ਜੀ ਸੁਰਿੰਦਰ। ਨਹੀਂ ਮੈਂ ਉਹੀ ਗੱਲ ਇਹ ਆ ਕਿ ਦੇਖੋ ਪੁਲਿਸ ਤਾਂ ਨਾਲ ਸੀਗੀ, ਠੀਕ ਹੈ ਨਾ। ਨਹੀਂ ਤਾਂ ਪੁਲਿਸ ਨੂੰ ਕੀ ਪਤਾ ਸੀ ਇੱਥੇ ਆ ਇੰਸੀਡੈਂਟ ਹੋ ਗਿਆ ਤੇ ਉਸ ਵੇਲੇ ਜਦੋਂ ਉਹਨੂੰ ਜੱਫਾ ਮਾਰਿਆ ਗਿਆ ਤੇ ਉਹ ਗੋਲੀ ਚਲਾ ਕੇ ਤੇ ਭੱਜਣ ਲੱਗਾ, ਤੇ ਜਿਹੜੇ ਬਾਕੀ ਦੇ ਸੀ ਇਹਨਾਂ ਨੇ ਨਾਲ ਦੀ ਨਾਲ ਹੈਂਡਓਵਰ ਪੁਲਿਸ ਨੂੰ ਕੀਤੇ ਆ ਪਕੜ ਕੇ। ਇਟ ਮੀਨਸ ਕਿ ਪੁਲਿਸ ਉੱਥੇ ਸੀਗੀ, ਠੀਕ ਹੈ। ਦੂਸਰੀ ਗੱਲ ਉਹਨਾਂ ਕੋਲ ਉੱਥੇ ਸੀਗੀ, ਠੀਕ ਹੈ। ਦੂਸਰੀ ਗੱਲ ਉਹਨਾਂ ਕੋਲ ਨਾਲ ਦੀ ਨਾਲ ਬੰਦੇ, ਨਹੀਂ ਤਾਂ ਭੀੜ ਨੇ ਇੰਨੀ ਦੇਰ ਛੱਡਣੇ ਸੀ, ਭੀੜ ਤਾਂ ਕਿਤੇ ਦੀ ਕਿਤੇ ਨਿਕਲ ਜਾਂਦੀ ਉਹਨਾਂ ਨੂੰ। ਈਵਨ ਕਿ ਇੱਕ ਵੀਡੀਓ ਹੋਰ ਆਈ ਆ ਜਿਹਦੇ 'ਚ ਕਿਸਾਨ ਆਗੂ ਕਹਿ ਰਿਹਾ ਕਿਸੇ ਨੇ ਹੱਥ ਨਹੀਂ ਲਾਉਣਾ, ਪੁਲਿਸ ਨੂੰ ਹੈਂਡਓਵਰ ਕਰਨੇ ਆ। ਸਟੇਜ ਤੋਂ ਖੜੇ ਹੋਏ ਆ, ਸਟੇਜ ਦੇ ਉੱਤੇ ਖੜੇ ਹੋ ਕੇ ਥੱਲੇ ਕੁਛ ਲੋਕ ਰੌਲਾ ਪਾਉਂਦੇ, ਉਹ ਕਹਿੰਦੇ ਬਿਲਕੁਲ ਨਹੀਂ, ਕਿਸੇ ਨੇ ਹੱਥ ਨਹੀਂ ਲਾਉਣਾ, ਆਪਾਂ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ, ਆਪਾਂ ਪੁਲਿਸ ਨੂੰ ਹੈਂਡਓਵਰ ਕਰਨੇ ਆ। ਉਹਨਾਂ ਨੇ ਉਹ ਵੀਡੀਓ ਵੀ ਸਾਹਮਣੇ ਆਈ ਹੋਈ ਹੈ। ਯਾਨੀ ਕਿ ਕੁੱਲ ਮਿਲਾ ਕੇ ਹੁਣ ਤੱਕ ਜਿਹੜੀਆਂ ਆਪਣੇ ਕੋਲ ਵੀਡੀਓ ਆਈਆਂ, 2 ਹਿੱਟ ਕਰਨ ਵਾਲੀਆਂ ਆ ਚੁੱਕੀਆਂ ਨੇ। ਇੱਕ ਵੀਡੀਓ ਆ ਜਿਹਦੇ ਵਿੱਚ ਇੱਕ ਵਿਅਕਤੀ ਗੱਡੀ 'ਚੋਂ ਉਤਰ ਕੇ ਭੱਜ ਰਿਹਾ। ਇੱਕ ਵੀਡੀਓ ਜਿਹੜੀ ਆ ਉਹ ਜਿਹੜਾ ਇੱਕ ਬੰਦੇ ਨੂੰ ਪੁਲਿਸ ਦੇ ਸਾਹਮਣੇ ਜਿਹੜੀ ਸਟੇਟਮੈਂਟ ਹੋ ਰਹੀ ਆ, ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਉਹ ਵਾ। ਤੇ ਇੱਕ ਜਿਹੜੀ ਸਟੇਜ ਵਾਲੀ ਆ ਉਹ ਆਈ ਆ। ਕੁੱਲ ਵੀਡੀਓ ਜਿਹੜੀਆਂ ਇਹ ਤਕਰੀਬਨ 5 ਵੀਡੀਓ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਹੁਣ ਤੱਕ ਦੀਆਂ ਉਹ ਆ ਚੁੱਕੀਆਂ ਨੇ। ਜੀ ਸੁਰਿੰਦਰ, ਆਪਣੇ ਨਾਲ ਨਾ ਪ੍ਰੋਫੈਸਰ ਹਰਦੇਵ ਸਿੰਘ ਕਾਮਲ ਨੇ, ਬਜ਼ੁਰਗ ਪ੍ਰੋਫੈਸਰ ਨੇ, ਉਹਨਾਂ ਦਾ ਨਾ ਰਿਕਾਰਡਡ ਸੁਨੇਹਾ ਆਇਆ WhatsApp ਤੇ। ਇਦਾਂ ਦਾ ਸੁਨੇਹਾ ਆਪ ਕੋਈ ਵੀ ਸਰੋਤਾ ਜੇ ਭੇਜਣਾ ਚਾਹੇ ਭੇਜ ਸਕਦੇ ਹੋ। ਸੁਣਿਆ ਉਹਨਾਂ ਦਾ ਸੁਣਦੇ ਆ। ਟੋੜਾ ਜੀ ਸਤਿ ਸ੍ਰੀ ਅਕਾਲ। ਟੋੜਾ ਯਾਰ ਜਿੰਨੇ ਪੰਜਾਬ ਦੇ ਲੀਡਰ ਹੈ ਨੱਠੇ ਜਾ ਰਹੇ UP ਨੂੰ, ਕਿਉਂਕਿ ਉੱਥੇ ਚਲੋ ਬਹੁਤ ਮਾੜੀ ਘਟਨਾ ਹੋਈ ਆ, ਮੈਂ ਬਹੁਤ ਨਿੰਦਿਆ ਕਰਦਾ। ਪਰ ਇਹ ਲੋਕ ਪੰਜਾਬ ਦੇ ਦੇਖੋ ਕਿੰਨੇ ਕਿਸਾਨ ਵਿਚਾਰੇ, ਕਿੰਨੇ ਗਰੀਬ ਵਿਚਾਰੇ ਕਿਸਾਨ ਪੂਰੇ ਹੋਏ ਆ ਇਸ ਸੰਘਰਸ਼ ਦੇ ਵਿੱਚ। ਕੋਈ ਚਲੋ ਹਾਰਟ ਨਾ ਹੋਇਆ ਜਾਂ ਬਿਮਾਰੀ ਨਾ ਹੋਇਆ ਜਾਂ ਕੋਈ ਹਾਦਸੇ ਵਿੱਚ ਕਿਸੇ ਟਰਾਲੀ ਹੇਠ ਆ ਕੇ ਪੂਰੇ ਹੋ ਗਏ ਵਿਚਾਰੇ। ਉਹਨਾਂ ਦੇ ਘਰਾਂ 'ਚ ਸਿੱਧੂ ਸਾਹਿਬ ਕਿੰਨੀ ਵਾਰ ਗਏ ਆ ਜੀ, ਚੰਨੀ ਸਾਹਿਬ ਕਿੰਨੀ ਵਾਰ ਗਏ ਆ ਜੀ। ਉਹਨਾਂ ਨੂੰ ਕਿੰਨਾ ਕੀ ਪੈਸਾ ਦਿੱਤਾ ਗੌਰਮੈਂਟ ਨੇ। ਉੱਥੇ ਤੁਸੀਂ 50-50 ਲੱਖ ਰੁਪਏ ਦੇ ਆਏ ਆ। UP ਦਾ ਉਹਦਾ ਛੱਤੀਸਗੜ੍ਹ ਦੇ ਆਏ ਜੀ, ਹੈ ਕਿ ਨਹੀਂ।
ਪੰਜਾਬ ਗੌਰਮੈਂਟ 50 ਲੱਖ ਰੁਪਏ ਆਈ ਹੈ। ਜਿਹੜੇ ਗਰੀਬ ਕਿਸਾਨ ਪੰਜਾਬ 'ਚ ਮਰੇ ਇਹਨਾਂ ਨੂੰ ਕੀ ਦਿੱਤਾ ਜੀ? ਮੈਨੂੰ ਸਮਝ ਨਹੀਂ ਲੱਗਦੀ। ਇਹ ਸਾਰੇ ਨੱਠੇ ਜਾ ਰਹੇ ਆ ਔਰ ਉੱਥੇ ਬਲਦੀ ਦੇ ਜਿਹੜੀ ਨਾ ਜਿੱਦਾਂ ਕਹਿੰਦੇ ਬਲਦੀ ਅੱਗ ਦੇ ਬੱਤੀ ਲਵਾਉਣ ਜਾ ਰਹੇ ਆ। ਇਹਨਾਂ ਕੋਈ ਹਮਦਰਦੀ ਨਹੀਂ ਜੀ। ਇਹ ਸਿਰਫ ਆਪਣੀ ਵੋਟਾਂ ਦੀ ਖਾਤਰ, ਆਪਣੇ ਚੌਧਰਪੁਣੇ ਦੀ ਖਾਤਰ ਜਾ ਰਹੇ ਆ। ਔਰ ਉੱਥੇ ਜਿਹੜੇ ਲੋਕ ਆ ਨਾ ਜੀ, ਉਹ ਦੁਖੀ ਆ ਇਹਨਾਂ ਲੋਕਾਂ ਤੋਂ। ਮੈਂ ਤਾਂ ਸੱਚੀ ਗੱਲ ਦੱਸ ਰਿਹਾ ਜੀ। ਸਾਡਾ ਇੱਕ ਬੰਦਾ ਮੇਰਾ ਵਾਕਫ ਰਹਿੰਦਾ ਉੱਥੇ, ਮੈਂ ਟੈਲੀਫੋਨ ਤੇ ਗੱਲ ਕੀਤੀ। ਉਹ ਕਹਿੰਦਾ ਜੀ ਅਸੀਂ ਤਾਂ ਦੁਖੀ ਹੋਏ ਹਾਂ, ਇਹ ਲੋਕ ਐਵੇਂ ਹੀ ਸਾਰੇ ਨੱਠੇ ਆਉਂਦੇ, ਸਾਡੇ ਕੋਲ ਨੱਠੇ ਆ ਰਹੇ ਆ। ਸਾਨੂੰ ਸਮਾਂ ਕਹਿੰਦਾ ਸਾਡੀ ਜ਼ਿੰਦਗੀ ਇਹਨਾਂ ਲੋਕਾਂ ਨੇ ਆ ਕੇ ਖਰਾਬ ਕਰ ਦੇਣੀ ਆ, ਹੋਰ ਖਰਾਬ ਕਰ ਦੇਣੀ ਆ। ਸਾਡਾ ਜੀਣਾ ਤੇ ਮੁਸ਼ਕਿਲ ਕਰ ਦੇਣਾ ਲੋਕਾਂ ਨੇ। ਬਸ ਇਹੀ ਗੱਲ ਕਹਿਣੀ ਸੀ ਜੀ। ਪ੍ਰੋਫੈਸਰ ਹਰਦੀਪ ਸਿੰਘ ਕਮਲ ਦੇ ਸੁਰਿੰਦਰ ਜੀ ਵਿਚਾਰ ਸੀਗੇ, ਥੈਂਕ ਯੂ। ਹਾਂ, ਉਹਦੇ 'ਚ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਲੀਡਰ ਜਾ ਰਹੇ ਨੇ ਕਿਤੇ ਨਾ ਕਿਤੇ ਉਹ ਪੰਜਾਬ ਬਨਾਮ ਯੂਪੀ, ਜਿਵੇਂ ਸਾਡਾ ਪੰਜਾਬ ਤੇ ਹਰਿਆਣੇ ਦਾ ਆਪਸੀ ਈਰਖ ਹੈ, ਪੰਜਾਬ ਦਾ ਹਰਿਆਣਾ ਸਭ ਤੋਂ ਜ਼ਿਆਦਾ ਵਿਰੋਧ ਕਰਦਾ ਹੈ। ਭਾਵੇਂ ਉਹ ਏਸ਼ੀਆਡ ਹੋਵੇ ਜਾਂ ਕੋਈ ਕਾਰਨ ਹੋਵੇ, ਪੰਜਾਬ ਦੀਆਂ ਬੱਸਾਂ ਉਹ ਠਾਹ ਰੋਕ ਲੈਂਦੇ ਨੇ। ਪੰਜਾਬ ਅਤੇ ਹਰਿਆਣਾ ਦੇ ਮੁੰਡੇ ਆਪਸ 'ਚ ਵੀ ਭਿੜਦੇ ਨੇ। ਤਾਂ ਭਲਾ ਹੋਵੇ ਕਿਸਾਨ ਅੰਦੋਲਨ ਦਾ ਕਿ ਇਹਨਾਂ ਦੀ ਬਦੌਲਤ ਪੰਜਾਬ ਅਤੇ ਹਰਿਆਣੇ ਦੀਆਂ ਸਾਂਝਾਂ ਬਣੀਆਂ ਨੇ। ਕਿਤੇ ਨਾ ਕਿਤੇ ਸੁਰਿੰਦਰ ਵੀਰ, ਜਿਸ ਤਰ੍ਹਾਂ ਪੰਜਾਬ ਦੇ ਲੀਡਰ ਜਾ ਰਹੇ ਨੇ, ਸਿਆਸਤ ਕਰ ਰਹੇ ਨੇ, ਠੀਕ ਹੈ, ਤੁਸੀਂ 4 ਬੰਦੇ ਜਾਓ, ਜੋ ਜ਼ਿੰਮੇਵਾਰੀ ਬਣਦੀ ਹੈ ਨਿਭਾ ਕੇ ਆਓ। ਤੇ ਹਰ ਪੋਲੀਟੀਕਲ ਪਾਰਟੀ ਦੇ ਲੋਕ ਜਿਸ ਤਰ੍ਹਾਂ ਉਸ ਚੀਜ਼ ਨੂੰ ਕੈਸ਼ ਕਰਨ ਦੀ ਕਵਾਇਦ 'ਚ ਨੇ। ਤੇ ਠੀਕ ਹੈ, ਟਕੈਤ ਹੋਰਾਂ ਨੇ ਇੱਕ ਬਹੁਤ ਸੋਹਣੀ ਗੱਲ ਵੀ ਕਹੀ ਹੈ ਕਿ ਅਸੀਂ ਲਾਸ਼ਾਂ ਤੇ ਰਾਜਨੀਤੀ ਨਹੀਂ ਕਰਦੇ। ਅਸੀਂ ਸੋਚਿਆ ਸੀ ਕਿ ਸੰਸਕਾਰ ਹੋਣਾ ਚਾਹੀਦਾ, ਜਿੰਨਾ ਕੁ ਮਤਲਬ ਕੰਪਨਸੇਸ਼ਨ ਮਿਲ ਸਕਦਾ ਸੀ 45 ਲੱਖ ਤੇ ਪਲੱਸ ਇੱਕ ਨੌਕਰੀ, ਇੰਨਾ ਕੀ ਮਿਲ ਸਕਦਾ ਸੀ। ਹੁਣ ਜਿਹੜੇ ਦੂਜੇ ਨੇ ਲੱਖਾ ਸਿਧਾਣਾ ਜਾਂ ਹੋਰ ਕਹਿੰਦੇ ਨੇ ਇਹ ਤਾਂ ਟਰਨਿੰਗ ਪੁਆਇੰਟ ਸੀ, ਇੱਥੇ ਬਾਂਹ ਮਰੋੜੀ ਜਾ ਸਕਦੀ ਹੈ ਸਿਸਟਮ ਦੇ ਵਿੱਚ। ਸਾਰੇ ਜਿਹੜੇ ਲੱਖੇ ਤੋਂ ਬਿਨਾਂ ਵੀ ਬਾਕੀ ਇਹ ਕਹਿ ਰਹੇ ਨੇ ਕਿ ਇੱਥੇ ਬਾਂਹ ਮਰੋੜੀ ਚੱਕ ਦੇ ਸਕਦੀ ਜੇ 7 ਦਿਨ ਵੀ ਲਾਸ਼ਾਂ ਰੱਖ ਲੈਂਦੇ। ਹੁਣ ਦੇਖੋ ਦੂਜਾ ਜਿਹੜਾ ਗੁਰਵਿੰਦਰ ਸੀ, ਉਹਦੀ ਪੋਸਟਮਾਰਟਮ ਰਿਪੋਰਟ ਤੇ ਸ਼ੰਕਾ ਸੀ, ਉਹਦੀ ਦੁਬਾਰਾ ਕਰਾ ਲਈ। ਜੇ ਪਹਿਲੇ ਟਰੈਪ 'ਚ ਆ ਗਏ, ਦਬਾਅ 'ਚ ਆ ਗਏ, ਤਾਂ ਗੁਰਵਿੰਦਰ ਦੇ ਮਾਪੇ ਤਾਂ ਰੁਕ ਸਕਦੇ ਸੀ, ਉਹਨਾਂ ਨੇ ਵੀ ਤਾਂ ਦੂਜੇ ਦਿਨ ਸੰਸਕਾਰ ਕਰ ਦਿੱਤਾ। ਸੋ ਸਮਝੌਤਾ ਹੋਇਆ, ਕੋਈ ਦਬਾਅ ਨਹੀਂ ਹੈ। ਭਾਵੇਂ ਤੁਸੀਂ ਲੱਖ ਕਹੀ ਜਾਓ ਕਿ ਯੋਗੀ ਦਾ ਸੰਕਟ ਮੋਚਨ ਬਣਿਆ, ਰਕੇਸ਼ ਕਾ ਦੋਸ਼ ਜੋ ਮਰਜ਼ੀ ਲਾਓ, ਪਰ ਸਥਾਨਕ ਲੀਡਰ ਨੇ ਇਹ ਉਹਨਾਂ ਨੇ ਫੈਸਲਾ ਲਿਆ, ਲੋਕਾਂ ਨੇ ਫੈਸਲਾ ਲਿਆ, ਪਰਿਵਾਰ ਨੇ ਫੈਸਲਾ ਲਿਆ। ਕਿਉਂਕਿ ਉੱਥੇ ਸਥਾਨਕ ਮੀਡੀਆ ਵੀ ਸੀ, ਜੇ ਪੰਜਾਬ ਵਾਲੇ ਨਹੀਂ ਗਏ ਉਹ ਆਪਣੀ ਗੱਲ ਕਹਿ ਸਕਦੇ ਸੀ ਕਿ ਅਸੀਂ, ਮਾਪੇ ਕਹਿ ਸਕਦੇ ਸੀ ਕਿ ਅਸੀਂ ਨਹੀਂ ਮੰਨਣਾ, ਹੈ ਨਾ। ਸੋ ਇਸ ਦੌਰਾਨ ਜਿਹੜੇ ਲੀਡਰ ਜਾ ਰਹੇ ਨੇ, ਇਹਦੇ ਤੇ ਵੀ ਆਪਾਂ ਆਵਾਂਗੇ ਕਿ ਇਹਨਾਂ ਲੀਡਰਾਂ ਦੇ ਜਾਣ ਨਾਲ ਯੂਪੀ ਬਨਾਮ ਪੰਜਾਬ, ਜਿਵੇਂ ਹਰਿਆਣਾ ਬਨਾਮ ਪੰਜਾਬ ਹੋ ਜਾਂਦਾ ਜਾਂ ਸਿੱਖ ਬਨਾਮ ਹਿੰਦੂ ਹੋ ਜਾਂਦਾ, ਕਿਤੇ ਨਾ ਕਿਤੇ ਇਹ, ਜਿਵੇਂ ਕਮਲ ਸਾਹਿਬ ਨੇ ਵੀ ਆਖਿਆ, ਜਿਵੇਂ ਹੁਣ ਕਈ ਕਹਿੰਦੇ ਨੇ ਜੀ ਉਹ ਬੱਬਰਾਂ ਦਾ ਨਾਂ ਲੈ ਰਹੇ ਨੇ ਤੇ ਕਈ ਕਹਿ ਰਹੇ ਨੇ ਜੀ ਇੱਥੇ ਤਾਂ ਬੱਬਰਾਂ ਵਾਲਾ ਕੰਮ ਕਰਨਾ ਹੀ ਚਾਹੀਦਾ ਸੀਗਾ। ਸੋ ਉਹ ਖਾਲਿਸਤਾਨ ਵਾਲੀ ਜਿਹੜੀ ਮੂਵਮੈਂਟ ਖੜੀ ਕਰਦੇ ਨੇ ਜਾਂ ਸਿੱਖੀ ਵਾਲੀ ਮੂਵਮੈਂਟ ਖੜੀ ਕਰਦੇ ਨੇ, ਉਹ ਗਲਤ ਹੈ। ਇਹ ਕਿਸਾਨ ਦਾ ਮਸਲਾ ਹੈ, ਚਾਹੇ ਯੂਪੀ ਦਾ ਕਿਸਾਨ ਹੈ, ਚਾਹੇ ਤਾਮਿਲਨਾਡੂ ਦਾ, ਚਾਹੇ ਪੰਜਾਬ ਦਾ। ਇਹ ਕਿਸਾਨੀ ਮਸਲਾ ਰਹਿਣ ਦਿੱਤਾ ਜਾਵੇ ਤਾਂ ਅੰਦੋਲਨ ਜਿੱਤੇਗਾ। ਜੇ ਇਹਨੂੰ ਸਿੱਖ ਹਿੰਦੂ ਦਾ ਮਸਲਾ ਬਣਾਓਗੇ ਤਾਂ ਇਹ ਅੰਦੋਲਨ ਖਤਮ ਹੋਏਗਾ। ਬੀਜੇਪੀ ਆਲਰੇਡੀ ਇਹੀ ਚਾਹੁੰਦੀ ਹੈ। ਜਿਸ ਸੁਰਿੰਦਰ ਕੰਟੀਨਿਊ ਆਪਣੀ ਉਹਨਾਂ ਜੀਪ ਇਨਸੀਡੈਂਟ ਤੇ ਗੱਲਬਾਤ ਹੋ ਰਹੀ ਸੀ, ਉਹ ਕੰਟੀਨਿਊ ਕਰੋ। ਇਸ ਤੋਂ ਬਾਅਦ ਫਿਰ ਆਪਾਂ ਪੰਜਾਬ ਦੇ ਸਿਆਸਤਦਾਨਾਂ ਦੀ ਵੀ ਗੱਲ ਕਰਦੇ ਹਾਂ। ਇੱਕ ਸਰੋਤੇ ਵੀ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਗੁਰਪ੍ਰੀਤ ਬ੍ਰਿਸਬੇਨ ਤੋਂ ਸਵਾਗਤ ਹੈ ਤੁਹਾਡਾ ਬਾਈ ਜੀ। ਸਤਿ ਸ੍ਰੀ ਅਕਾਲ ਟਵਾਣਾ ਸਾਹਿਬ, ਸਤਿ ਸ੍ਰੀ ਅਕਾਲ ਸੁਰਿੰਦਰ ਜੀ। ਮੇਰਾ ਇਹ ਸਵਾਲ ਸੀਗਾ ਵੀ ਜਿਵੇਂ ਹੁਣ ਲੱਖੇ ਸਿਧਾਣੇ ਜਾਂ ਹੋਰ ਵੀ ਜਿਹੜੇ ਹੈਗੇ ਆ 25-30 ਜਾਣੇ ਆ ਫੇਸਬੁੱਕ ਤੇ ਬੈਠੇ ਕਹਿੰਦੇ ਵੀ ਏਦਾਂ ਪੈਸੇ ਨਹੀਂ ਲੈਣੇ, ਫਲਾਣਾ ਢਿਮਕਾ, ਵੀ ਹੁਣ ਟਰਨਿੰਗ ਪੁਆਇੰਟ ਆ ਜਾਣਾ ਸੀ। ਜਦੋਂ ਬਰਗਾੜੀ ਵਾਲਾ ਕੇਸ ਹੋਇਆ ਸੀ, ਉਹ ਤਾਂ ਜਮਾਂ ਆਪਣੇ ਇਹਨਾਂ ਦੇ ਧੁਰ ਵਿਚਾਲੇ ਸੀ ਪੰਜਾਬ ਦੇ, ਤੇ ਉਦੋਂ ਇਹਨਾਂ ਨੇ ਕਿੰਨੀ ਕੁ ਬਾਂਹ ਮਰੋੜ ਲਈ ਸੀ ਸਰਕਾਰ ਨੇ, ਕਿੰਨੇ ਕੁ ਪੁਲਿਸ ਵਾਲੇ ਫਾਹੇ ਚਾੜਤੇ ਸੀ। ਉੱਥੇ ਤਾਂ ਸੈਂਟਰ ਦਾ ਮਿਨਿਸਟਰ ਹੈ ਜਿਹੜਾ ਉਹ ਇਨਵੋਲਵ ਆ, ਇੱਕ ਪੂਰੀ ਸਰਕਾਰ ਇਨਵੋਲਵ ਆ, ਕਿਉਂਕਿ ਖੇਤੀ ਬਿੱਲਾਂ ਦਾ ਇੱਕ ਹੈਗਾ ਮਸਲਾ। ਇਹਦੇ ਚ ਤਾਂ ਇੱਕ ਡੇਰੇ ਦਾ ਮਸਲਾ ਸੀ, ਨਿੱਕਾ ਜਿਹਾ ਸੀਗਾ, ਜਿਹੜਾ ਉਹ ਵੀ ਗਰਕਿਆ ਹੋਇਆ ਕਿ ਸੀਗਾ ਡੇਰਾ, ਤੇ ਉਹਦਾ ਵਿਰੋਧ ਵੀ ਸਰਕਾਰ ਕਰ ਸਕਦੀ ਸੀਗੀ। ਫੇਰ ਵੀ ਇਹਨਾਂ ਤੋਂ ਕੱਖ ਨਹੀਂ ਹੋਇਆਗਾ। ਦੂਜੀ ਵਾਰੀ ਬਰਗਾੜੀ ਮੋਰਚਾ ਲੱਗਿਆ, ਉਦੋਂ ਵੀ ਕੱਖ ਨਹੀਂ ਹੋਇਆਗਾ। ਵੀ ਕਹਿਣਾ ਸੌਖਾ ਹੁੰਦਾ ਵੀ ਦੂਜੇ ਨੂੰ ਫਲਾਣਿਆ ਤੂੰ ਏਦਾਂ ਕਰ ਲੈਂਦਾ, ਢਮਕਿਆ ਤੂੰ ਏਦਾਂ ਕਰ ਲੈਂਦਾ, ਜਦੋਂ ਆਪਦੇ ਤੇ ਪੈਂਦੀ ਉਦੋਂ ਪਤਾ ਲੱਗਦਾ। ਜਦੋਂ ਉਹ ਆਪਣੇ ਮੁੰਡਾ ਜਿਹੜੇ ਡਿਬਾ ਸਾਹਿਬ ਦਾ ਪੋਤਰਾ, ਉਹਦਾ ਕਤਲ ਹੋਇਆ ਉੱਥੇ, ਉਦੋਂ ਮੈਂ ਇੱਕ ਬੰਦੇ ਦੀ ਇੰਟਰਵਿਊ ਸੁਣੀ ਹੈ ਜਿਹੜਾ ਦਰਸ਼ਨ ਖੋਟਾ, ਉਹਦਾ ਮੁੰਡਾ ਕਮਲਜੀਤ, ਉਹ ਕਹਿੰਦਾ ਮੈਂ ਅਸੀਂ ਕੋਲੇ ਹੀ ਸੀਗੇ ਤੇ ਕਹਿੰਦਾ ਅਸੀਂ ਬਹੁਤ ਕਿਹਾ ਵੀ ਨਾ ਇੱਥੋਂ ਲਾਸ਼ ਲੈ ਕੇ ਜਾਓ, ਆਪਾਂ ਇੱਥੇ ਧਰਨਾ ਲਾਉਣੇ ਆ। ਕਹਿੰਦਾ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ, ਕਹਿੰਦੇ ਨਾ ਜੀ ਨਾ, ਕਹਿੰਦਾ ਚੱਕ ਕੇ ਲੈ ਗਏ। ਉਹਨਾਂ ਨੂੰ ਕਿਹਾ ਸੀ ਵੀ ਇੱਕ ਵਾਰੀ ਆਪਾਂ ਅੜ ਕੇ ਤਾਂ ਸਰਕਾਰ ਕੁਛ ਨਾ ਕੁਛ ਕਰੂਗੀ ਹੱਲ। ਵੀ ਉਹਦੀ ਗੱਲ ਵੇਖਿਆ ਜਾਵੇ, ਆਪਾਂ ਐਜੇ ਕਾਂਗਰਸੀ ਕਹਿ ਸਕਦੇ ਵੀ ਉਹ ਰਾਜਨੀਤੀ ਕਰਦਾ ਹੈ, ਪਰ ਉਹ ਗੱਲ ਸਹੀ ਸੀਗੀ। ਉੱਥੇ 1-2 ਦਿਨ ਰੱਖਦੇ ਤਾਂ ਹੋ ਸਕਦਾ ਥੋੜਾ ਜਿਹਾ ਜ਼ਿਆਦਾ ਸਰਕਾਰ ਪ੍ਰੈਸ਼ਰ ਬਣਦਾ ਸੀਗਾ, ਉਦੋਂ ਵੀ ਉਦੋਂ ਘੇਰ ਗਏ।
ਦਿੱਲੀ ਫਿਰਦੇ ਲਾਲ ਕਿਲੇ ਨੂੰ, ਉਦੋਂ ਉੱਥੇ ਲੈ ਜਾਂਦੇ ਆਪਣੀ ਦੂਜੀ ਸਟੇਜ ਤੇ, ਜਿਹੜੇ ਤੋਂ ਰਾਤ ਨੂੰ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਸਾਰੇ ਮੱਝ ਵਾਲੀ ਸਟੇਜ ਤੇ ਆ ਗਏ, ਉੱਥੇ ਰੱਖ ਲੈਂਦੇ, ਉਦੋਂ ਕਿਉਂ ਭੱਜੇ ਆ? ਥੈਂਕ ਯੂ ਬਰਾੜ ਸਾਹਿਬ, ਬਹੁਤ ਥੈਂਕ ਯੂ ਬਰਾੜ ਸਾਹਿਬ, ਬਹੁਤ ਬਿਲਕੁਲ ਬਰਾੜ ਸਾਹਿਬ ਸਹੀ ਗੱਲ ਕਰਕੇ ਗਏ ਨੇ ਕਿ ਲਾਸ਼ਾਂ ਨੇ ਬਰਗਾੜੀ ਕੇਸ ਦੇ ਵਕਤ ਕਿੰਨੀਆਂ ਕੁ ਰੱਖ ਲਈਆਂ ਸੀ। ਸੋ ਇਸ ਕਰਕੇ ਲਾਸ਼ਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਮੁੱਦਾ ਜਿਹੜਾ ਕਾਇਮ ਰਹਿਣਾ ਚਾਹੀਦਾ। ਹਾਂ, ਜੋ ਗਲਤ ਹੋਇਆ ਉਸ ਤੇ ਪੈਰਵਾਈ ਹੋਣੀ ਚਾਹੀਦੀ ਹੈ। ਜੀ ਸੁਰਿੰਦਰ ਵੀਰ ਕੰਟੀਨਿਊ ਪਲੀਜ਼ ਕਰੋ। ਇਸ ਵੀਡੀਓ ਜਿਹੜੀਆਂ ਆ ਰਹੀਆਂ ਨੇ ਉਹਨਾਂ ਤੇ ਯੂਪੀ ਦੇ ਵਿੱਚ ਜਿਹੜੀ ਸਿੱਧੂ ਦੀ ਜਾਂ ਪ੍ਰਿयंका ਦੀ ਜਾਂ ਦੂਜਿਆਂ ਦੀ ਸਿਆਸਤ ਕੀ ਕਹਿੰਦੀ ਹੈ, ਤੇ 2 ਬੰਦੇ ਗ੍ਰਿਫਤਾਰ ਵੀ ਹੋਏ ਨੇ, ਆਸ਼ੀਸ਼ ਤੇ ਦੂਸਰਾ ਮਿਸਟਰ ਪਾਂਡੇ, ਤੇ ਇਹਦੇ ਮੁੰਡੇ ਨੂੰ ਸਮਾਂ ਦਿੱਤਾ ਗਿਆ ਪੇਸ਼ ਹੋਣ ਦਾ, ਤੇ ਇਹਦੇ ਤੇ ਦਿਓ ਅਪਡੇਟ ਪਲੀਜ਼। ਥੋੜੀ ਦੇਰ ਮੈਂ ਕਾਲ ਨਹੀਂ ਲਵਾਂਗਾ। ਕੰਟੀਨਿਊ ਸੁਰਿੰਦਰ ਵੀਰ। ਪਹਿਲੀ ਗੱਲ ਤੇ ਇਹ ਹੈ ਕਿ ਦੋ ਅਰੈਸਟ ਹੋਏ ਨੇ, ਤੀਸਰੇ ਨੂੰ ਜਿਹਨੂੰ ਕਹਿੰਦੇ ਸਮਾਂ ਦਿੱਤਾ ਗਿਆ, ਸਮਾਂ ਕੋਈ ਨਹੀਂ ਦਿੱਤਾ ਗਿਆ, ਆਲਰੇਡੀ ਪੁਲਿਸ ਦੇ ਹਿਫਾਜ਼ਤ ਦੇ ਵਿੱਚ। ਠੀਕ ਹੈ, ਜਦੋਂ ਦਿਲ ਕਰੂਗਾ ਉਦੋਂ ਅਰੈਸਟ ਸ਼ੋ ਕਰ ਦੇਣਗੇ, ਬਹੁਤਾ ਪ੍ਰੈਸ਼ਰ ਪਾਊਗਾ। ਆਲਰੇਡੀ ਉਹਨਾਂ ਦੀ ਜਿਹੜੀ ਉਹ ਹਿਫਾਜ਼ਤ ਉੱਤਰ ਪ੍ਰਦੇਸ਼ ਪੁਲਿਸ ਦੀ ਹਿਫਾਜ਼ਤ ਦੇ ਵਿੱਚ ਆ, ਕਿਉਂਕਿ ਉਹ ਕੇਂਦਰੀ ਸਟੇਟ ਹੋਮ ਮਿਨਿਸਟਰ ਦਾ ਜਿਹੜਾ ਉਹ ਮੁੰਡਾ ਆ। ਹੁਣ ਅਗਲੀ ਗੱਲ ਜਿਹੜੀ ਗੱਲ ਆ ਰਹੀ ਹੈ ਕਿ ਦੇਖੋ ਕਿ ਪ੍ਰੈਸ਼ਰ ਬਿਲਡ ਕੀਤਾ ਜਾਂਦਾ, ਸਸਕਾਰ ਨਹੀਂ ਸੀ ਕਰਨਾ। 45 ਲੱਖ ਉਹਨਾਂ ਦਿੱਤਾ, ਉਹ 45 ਲੱਖ ਪ੍ਰੈਸ਼ਰ ਬਣ ਕੇ ਆਇਆ। ਉਹਦੇ ਬਾਅਦ 2 ਸਟੇਟਾਂ ਨੇ 50-50 ਲੱਖ ਹੋਰ ਦੇ ਦਿੱਤਾ, ਯਾਨੀ ਕਿ 1.5 ਕਰੋੜ ਨੂੰ ਟੱਪ ਜੂਗਾ ਕੰਮ। ਅਜੇ ਇਹਦੇ ਬਾਅਦ ਹੁਣ ਤੁਸੀਂ ਦੇਖਿਓ ਅਕਾਲੀ ਦਲ ਦਾ 5 ਮੈਂਬਰੀ ਡੈਲੀਗੇਟ ਚੱਲਿਆ ਕੱਲ, ਉਹ ਜਿਹੜਾ ਡੈਲੀਗੇਸ਼ਨ ਜਾਏਗਾ ਐਸਜੀਪੀਸੀ ਵੱਲੋਂ ਤਾਂ ਦਿੱਲੀ ਕਮੇਟੀ ਵੱਲੋਂ ਵੀ ਕੋਈ ਅਨਾਉਂਸਮੈਂਟ ਹੋਏਗੀ, ਕਿਉਂਕਿ ਉਹ ਵੀ ਪਿੱਛੇ ਨਹੀਂ ਰਹਿਣਗੇ, ਕਿਉਂਕਿ ਪੰਜਾਬ ਦੀ ਇਲੈਕਸ਼ਨ ਦਾ ਸਵਾਲ ਆ। ਠੀਕ ਹੈ, ਹੁਣ ਉਹ ਅਕਾਲੀ ਦਲ ਨੇ ਆਪਣੇ ਪੱਲਿਓਂ ਤੋਂ ਕੋਈ ਨਹੀਂ ਦੇਣਾ, ਜਿੱਦਾਂ ਕਾਂਗਰਸ ਨੇ ਆਪਣੇ ਪੱਲਿਓਂ ਨਹੀਂ ਦਿੱਤਾ। ਪੰਜਾਬ 'ਚ ਸਰਕਾਰ ਸੀ, ਪੰਜਾਬ ਤੋਂ ਦਵਾਤਾ, ਤੇ ਉਧਰ ਛੱਤੀਸਗੜ੍ਹ ਤੋਂ ਦਵਾਤਾ। ਹੋ ਸਕਦਾ ਕੱਲ ਨੂੰ ਉਹ ਰਾਜਸਥਾਨ ਵਾਲੇ ਸੀਐਮ ਤੋਂ ਵੀ ਦਵਾ ਦੇਣ, ਉਹਨਾਂ ਦਾ ਆਪਣਾ ਵਾ। ਠੀਕ ਹੈ, ਗੱਲ ਤਾਂ ਅੱਜ ਵੀ ਉੱਠੀ ਸੀ ਕਿ ਜਦੋਂ ਤੁਸੀਂ ਛੱਤੀਸਗੜ੍ਹ ਵਾਲੇ ਨੂੰ ਲਿਜਾ ਸਕਦੇ ਹੋ, ਪੰਜਾਬ ਵਾਲੇ ਨੂੰ ਲਿਜਾ ਸਕਦੇ ਆ, ਤੇ ਰਾਜਸਥਾਨ ਵਾਲੇ ਨੂੰ ਕਿਉਂ ਨਹੀਂ ਲਿਆਏ? ਉਹਨੂੰ ਵੀ ਲੈ ਕੇ ਜਾਂਦੇ। ਸ਼ਾਇਦ ਉਹ ਰਾਹੁਲ ਗਾਂਧੀ ਦੇ ਖੇਮੇ ਦਾ ਨਹੀਂ ਹੈ ਤੇ ਇਸੇ ਕਰਕੇ ਸ਼ਾਇਦ ਨਾਲ ਗਏ ਹੋਣ। ਠੀਕ ਹੈ, ਨਹੀਂ ਤੇ ਉਹ ਵੀ ਹੁੰਦਾ। ਯਾਨੀ ਕਿ ਕੁੱਲ ਮਿਲਾ ਕੇ ਆ ਕਿ ਜਿੰਨੀ ਆਰਥਿਕ ਮਦਦ ਮਿਲ ਸਕਦੀ ਸੀ ਕੀਤੀ ਜਾ ਸਕਦੀ ਸੀ, ਚਾਹੇ ਸਰਕਾਰ ਵੱਲੋਂ ਸੀ ਤੇ ਚਾਹੇ ਬਾਕੀ ਵਿਰੋਧੀ ਧਿਰਾਂ ਵੱਲੋਂ ਸੀ, ਓਨੀ ਉਹਨਾਂ ਦੀ ਹੋਈ ਹੈ। ਦੇਖੋ ਜਿਹੜੀ ਜਾਨ ਚਲੀ ਗਈ ਉਹ ਵਾਪਸ ਨਹੀਂ ਆਉਣੀ, ਇਹ ਬੜਾ ਸਪਸ਼ਟ ਆ। ਹਾਂ, ਇਹ ਇੱਕ ਚੱਲਦੇ ਅੰਦੋਲਨ ਦੇ ਵਿੱਚ ਜੇ ਆਪਾਂ ਕਹਿ ਦਈਏ ਕਿ ਅੰਦੋਲਨ ਖਿਲਰੇ ਨਾ, ਇਹ ਵੀ ਕਦੀ ਨਹੀਂ ਹੁੰਦਾ। ਜੇ ਆਪਾਂ ਕਹਿ ਦਈਏ ਅੰਦੋਲਨ ਦੇ ਵਿੱਚ ਕੋਈ ਇੰਸੀਡੈਂਟ ਨਾ ਵਾਪਰੇ, ਉਹ ਵੀ ਕਦੀ ਨਹੀਂ ਹੋ ਸਕਦਾ। ਠੀਕ ਹੈ, ਇਹ ਸਾਰਾ ਕੁਝ ਹੋ ਸਕਦਾ, ਪਰ ਉਹ ਕਿੱਥੇ ਵਾਪਰਨਾ, ਕਦੋਂ ਵਾਪਰਨਾ, ਕਿਸੇ ਨੂੰ ਕੁਝ ਨਹੀਂ ਪਤਾ। ਠੀਕ ਹੈ, ਕਿਸੇ ਨੇ ਸੋਚਿਆ ਸੀ ਪਹਿਲਾਂ ਨਵਰੀਤ ਦੀ ਡੈਥ ਜਿਹੜੀ ਉਹ ਦਿੱਲੀ ਆ ਕੇ ਹੋਏਗੀ? ਕਿਹਨੇ ਸੋਚਿਆ ਸੀ ਕਿ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਆ ਇਹ 4 ਵਿਅਕਤੀ ਇਕੱਠੇ ਚਲੇ ਜਾਣਗੇ? ਕਿਹਨੇ ਸੋਚਿਆ ਸੀ ਕਿਸੇ ਨੇ? ਅੱਜ ਜਿਹੜੀ ਕੜੀ ਕੁੜੀ ਆ ਨਾਰਾਇਣਗੜ੍ਹ ਦੇ ਵਿੱਚ, ਆਪਣੇ ਅੰਬਾਲੇ ਦੇ ਵਿੱਚ, ਉਹ ਕੀ ਆ, ਉੱਥੇ ਵੀ ਬੀਜੇਪੀ ਦੇ ਸਿਰ ਫਿਰੇ ਨੇ, ਕਿਸਾਨਾਂ ਦੇ ਉੱਤੇ ਜਿਹੜੀ ਉਹ ਗੱਡੀ ਚੜਾਤੀ ਆ, ਇੱਕ ਫੱਟੜ ਹੋ ਗਿਆ। ਹੁਣ ਇਸ ਕਰਕੇ ਇਹ ਆ ਕਿ ਉਹਨਾਂ ਨੇ ਮਾਹੌਲ ਖਰਾਬ ਕਰਨ ਦੀ ਖੁਦ ਕੋਸ਼ਿਸ਼ ਕਰਨੀ ਆ ਕਿ ਮਾਹੌਲ ਖਰਾਬ ਹੋਵੇ, ਸੁਪਰੀਮ ਕੋਰਟ ਇਹਦੇ ਉੱਤੇ ਕੋਈ ਸਖਤ ਐਕਸ਼ਨ ਲਵੇ, ਜਿਹੜੇ ਸਾਡੇ ਵਿਰੋਧ ਹੁੰਦੇ ਨੇ ਪੂਰੇ ਇੰਡੀਆ 'ਚ ਉਹ ਬੰਦ ਹੋ ਜਾਣ, ਉਹ ਤੇ ਬੈਨ ਲੱਗ ਜਾਏ ਤੇ ਦੂਜੇ ਰਸਤੇ ਖੁੱਲ ਜਾਣ, ਫੇਰ ਸਾਨੂੰ ਕੋਈ ਪਰਵਾਹ ਨਹੀਂ। ਉਹ ਇਸ ਪਾਸੇ ਨੂੰ ਚੱਲੇ ਹੋਏ, ਇਸੇ ਕਰਕੇ ਉਹ ਖੁਦ ਮਾਹੌਲ ਜਿਹੜਾ ਉਹ ਸਾਰਾ ਵਿਗਾੜ ਰਹੇ ਨੇ। ਹੁਣ ਗੱਲ ਹੈ ਜਿਹੜਾ ਐਜੀਟੇਸ਼ਨ ਚਲਾ ਰਿਹਾ ਉਹ ਤੇ ਕਿੰਨਾ ਕੁ ਪ੍ਰੈਸ਼ਰ ਹੁੰਦਾ, ਉਹਨੇ ਕਿਸ ਹਿਸਾਬ ਦੇ ਨਾਲ ਸਮੇਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਫੈਸਲਾ ਲੈਣਾ। ਹੁਣ ਇੱਥੇ ਐਵੇਂ ਰੌਲਾ ਪਾਈ ਜਾਈਏ, ਜੋ ਮਰਜ਼ੀ ਕਹੀਏ, ਲੋਕਲ ਲੀਡਰਸ਼ਿਪ ਆ, ਲੀਡਰਸ਼ਿਪ ਦੇ ਨਾਲ ਨਾਲ ਪਰਿਵਾਰ ਵੀ ਆ। ਪਰਿਵਾਰ ਨੂੰ ਪੁੱਛੇ ਤੋਂ ਬਗੈਰ ਸਮਝੌਤਾ ਨਹੀਂ ਹੋਇਆ ਤਾਂ ਫਿਰ ਰੌਲਾ ਕਾਹਦਾ? ਜੇ ਪਰਿਵਾਰ ਨੂੰ ਨਹੀਂ ਹੋਇਆ ਤੇ ਜਿਹੜਾ ਖਾਮਖਾ ਟੋਲਾ ਵਿੱਚ ਰਲਿਆ, ਇਹਨਾਂ ਦਾ ਕੀ ਮਤਲਬ ਆ? ਠੀਕ ਹੈ, ਹੁਣ ਬਰਾੜ ਸਾਹਿਬ ਗੱਲ ਕਰਕੇ ਗਏ ਆ ਬਰਗਾੜੀ ਵਾਲਾ। ਬਰਗਾੜੀ ਜਦੋਂ ਵਾਪਰਿਆ ਸੀ ਉਦੋਂ ਤੇ ਭੱਜ ਗਏ ਸੀ, ਜਦੋਂ ਲਾਠੀਆਂ ਚੱਲੀਆਂ, ਗੋਲੀਆਂ ਚੱਲੀਆਂ ਤੇ ਲੱਭੇ ਹੀ ਕੋਈ ਨਹੀਂ, ਕਿੱਧਰ ਨੂੰ ਭੱਜੇ ਕਿੱਧਰ ਨੂੰ ਨਹੀਂ ਭੱਜੇ। ਕੁਛ ਉਹਨਾਂ ਨੇ ਖੰਡਾ ਤੇ ਕੁਛ ਚੱਕ ਕੇ ਜੇਲ੍ਹ ਮਾਰੇ ਤੇ ਲੱਭਦੇ ਹੀ ਨਹੀਂ ਸੀ ਕੋਈ ਵੀ। ਤੇ ਫਿਰ ਉਹ ਸੰਸਕਾਰ ਤਾਂ ਹੋ ਗਿਆ, ਉਹ ਤਾਂ ਕਿਸੇ ਦੀ ਹਿੰਮਤ ਹੀ ਨਹੀਂ ਸੀ ਪਈ ਕਿ ਉੱਥੇ ਜਾ ਕੇ, ਉਦੋਂ ਕਹਿੰਦੇ ਸੀ ਬਾਅਦ ਚ ਗਿਣਤੀਆਂ ਮਿਣਤੀਆਂ ਕਰਾਂਗੇ, ਹੁਣ ਇੱਕ ਵਾਰੀ ਘਰੋਂ ਘਰੀ ਚੱਲੀਏ, ਬਾਅਦ ਚ ਦੇਖਾਂਗੇ ਕੀ ਕਰਨਾ। ਉਹਨੇ ਨੂੰ ਸਰਕਾਰ ਨੇ ਸੰਭਾਲ ਲਿਆ ਸੀ ਸਾਰਾ ਕੁਝ, ਉਹਨਾਂ ਨੂੰ ਪਤਾ ਸੀ ਉਹਨਾਂ ਦਾ ਜਿਹੜਾ ਸਰਕਾਰੀ ਜੰਤਰ ਤੰਤਰ ਸੀ ਉਹ ਚਲਾ ਲਿਆ, ਜਿਹੜੇ ਪੰਥਕ ਸਰਕਾਰੀ ਧਿਰ ਸੀਗੀ ਉਹਨੂੰ ਉਹਨਾਂ ਨੇ ਨਾਲ ਲਾ ਕੇ ਉਹਨਾਂ ਤੋਂ ਮੰਗ ਰਖਾਤੀ ਕਿ ਡੀਜੀਪੀ ਬਦਲੋ ਤੇ ਇਨਕੁਆਰੀ ਸੀਬੀਆਈ ਨੂੰ ਦੋ, ਤਾਂ ਉਹਨਾਂ ਨੇ ਕਰਕੇ ਉਸ ਹਿਸਾਬ ਨਾਲ ਉਹਨਾਂ ਨੇ ਟੈਕਲ ਕਰ ਲਿਆ ਮਸਲਾ।
ਹੁਣ ਗੱਲ ਤੇ ਆ ਕਿ ਸਰਕਾਰਾਂ ਆਪਣੇ ਹਿਸਾਬ ਨਾਲ ਕਰਨਾ, ਜਿਹੜੀ ਐਜੀਟੇਸ਼ਨ ਚੱਲਦੀ ਆ, ਜਿਹੜੇ ਲੋਕ ਉਹਨੂੰ ਲੀਡ ਕਰਦੇ ਉਹਨਾਂ ਆਪਣੇ ਹਿਸਾਬ ਨਾਲ ਜਿਹੜਾ ਉਹ ਹਰ ਜਗ੍ਹਾ ਤੇ ਦੇਖ ਕੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਪੈਂਤੜਾ ਵਰਤਿਆ ਜਾ ਸਕਦਾ ਉਹ ਹਿਸਾਬ ਨਾਲ ਵਰਤਣਾ। ਠੀਕ ਆ, ਕਈ ਵਾਰੀ ਲਾਸ਼ਾਂ ਰੱਖਣੀਆਂ ਵੀ ਪੈਂਦੀਆਂ ਨੇ, ਪੰਜਾਬ 'ਚ ਰੱਖੀਆਂ ਗਈਆਂ ਨੇ, ਉਗਰਾਹਾਂ ਗਰੁੱਪ ਨੇ ਰੱਖੀਆਂ ਨੇ, ਪਰ ਇਹ ਵੀ ਹੁੰਦਾ ਕਿ ਦੇਖੋ ਇੱਕ ਸਮਾਂ ਸਾਡੇ ਤੇ ਅਜਿਹਾ ਆਉਂਦਾ ਜਿੱਥੇ ਅਸੀਂ ਕਹਿੰਦੇ ਹਾਂ ਕਿ ਦੇਖੋ ਲਾਸ਼ਾਂ ਜਿਹੜੀਆਂ ਉਹ ਰੋਲੀਆਂ ਨਾ ਜਾਣ, ਕਿਉਂਕਿ ਇਹ ਅੰਤਮ ਬੰਦੇ ਦੀ ਇੱਕ ਕਿਰਿਆ ਹੁੰਦੀ ਆ ਜਿਹੜੀ ਕਿ ਸਾਨੂੰ ਨਾ ਉਹਨੂੰ ਸਾਰਿਆਂ ਨੂੰ ਮਿਲ ਕੇ ਭਾਵੇਂ ਕਿੰਨੇ ਵੀ ਸਾਡੇ ਵਿਚਾਰਕ ਮਤਭੇਦ ਹੋਣ ਬੈਠ ਕੇ ਜਿਹੜੀ ਆ ਉਹ ਸੰਪੂਰਨ ਕਰ ਦੇਣੀ ਚਾਹੀਦੀ ਹੈ। ਤੇ ਫਿਰ ਉਹ ਠੀਕ ਆ, ਜਦੋਂ ਸਰਕਾਰਾਂ ਨਾ ਮੰਨਣ ਉਦੋਂ ਤਾਂ ਭਾਵੇਂ ਸਟੈਂਡ ਲੈ ਲਿਆ, ਪਰ ਜਿੱਥੇ ਆ ਕੇ ਸਰਕਾਰਾਂ ਮੰਨਦੀਆਂ ਉੱਥੇ ਲਾਸ਼ਾਂ ਨੂੰ ਵੀ ਤੁਸੀਂ ਰੋਲੋ ਤੇ ਉਹ 'ਚ ਵੀ ਕਦੀ ਕੋਈ ਬਹੁਤੀ ਜਿਹੜੀ ਉਹ ਸਿਆਣਪ ਨਹੀਂ ਹੁੰਦੀ ਹੈ। ਹੁਣ ਰਹਿ ਗਈ ਗੱਲ ਤੁਸੀਂ ਨਵਜੋਤ ਸਿੱਧੂ ਦੀ ਕੀਤੀ, ਦੇਖੋ ਇਹ ਬੜਾ ਕਲੀਅਰ ਸੀ, ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਜਿਹੜੀ ਇਹ ਇੱਥੋਂ ਕਾਫਲਾ ਲੈ ਕੇ ਚੱਲਣਗੇ ਉਹਨਾਂ ਨੇ ਉੱਤਰ ਪ੍ਰਦੇਸ਼ 'ਚ ਵੜਦੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਤੇ ਗ੍ਰਿਫਤਾਰ ਕਰਕੇ ਮੁੜ ਕੇ ਸ਼ਾਮ ਨੂੰ ਛੱਡ ਦੇਣਗੇ ਤੇ ਘਰੋਂ ਘਰੀ ਆ ਜਾਣਗੇ ਤੇ ਏਦਾਂ ਹੀ। ਠੀਕ ਹੈ, ਰਾਹੁਲ ਗਾਂਧੀ ਤੇ ਉਹਦੇ ਨਾਲ ਉਹ ਪੰਜਾਂ ਦੀ ਟੀਮ ਗਈ ਆ। ਠੀਕ ਹੈ, ਕਿਸਾਨ ਆਗੂ ਕੱਲਾ ਗਿਆ, ਗੁਰਨਾਮ ਸਿੰਘ ਚੜੂਨੀ ਭੇਸ ਬਦਲ ਕੇ ਰਸਤੇ ਬਦਲ ਕੇ ਲਿੰਕ ਰੋਡਾਂ ਤੋਂ ਗਿਆ, ਮੇਨ ਰੋਡ ਨਹੀਂ ਜਾ ਸਕੀ, ਪਿੰਡਾਂ ਵਾਲੀਆਂ ਜਿਹੜੀਆਂ ਰੋਡਾਂ ਉਹਨਾਂ ਤੋਂ ਨਿਕਲ ਕੇ ਉੱਥੋਂ ਤੱਕ ਜਿਹੜਾ ਉਹ ਪਹੁੰਚਿਆ ਵਾ। ਜਦੋਂ ਕਿ ਉਹਦੇ ਈਵਨ ਕਿ ਗੁਰਨਾਮ ਸਿੰਘ ਚੜੂਨੀ ਦੇ ਭੇਸ ਦੇ ਵਿੱਚ ਕੋਈ ਹੋਰ ਵਿਅਕਤੀ ਜਿਹੜਾ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਸੀ, ਉਹ ਵੀ ਆ ਰਿਹਾ ਸੀ। ਪੁਲਿਸ ਵਾਲੇ ਨੇ ਮੋਬਾਈਲ ਤੇ ਫੋਟੋ ਪਈ ਸੀ, ਉਹਨੂੰ ਕਹਿੰਦਾ ਆਪ ਚੜੂਨੀ ਹੋ, ਉਹਨੂੰ ਲਈ ਜਾਣ, ਉਹ ਵੀ ਨਾਲ ਵੀਡੀਓ ਬਣਾਈ ਜਾਣ। ਉਹ ਕਹਿੰਦੇ ਆ ਦੇਖੋ ਜੀ ਚੜੂਨੀ ਦੇ ਦੂਸਰਾ ਕੀ ਕਹਿੰਦੇ ਹੁੰਦੇ ਆ, ਉਹਦੇ ਬਦਲੇ ਇਸ ਬੰਦੇ ਨੂੰ ਅਰੈਸਟ ਕੀਤਾ ਜਾ ਰਿਹਾ। ਉਹ ਪੁਲਿਸ ਵਾਲਾ ਵੀ ਹੱਸ ਰਿਹਾ ਸੀ, ਉਹਨੂੰ ਬਾਅਦ ਚ ਪਤਾ ਲੱਗਿਆ ਕਿ ਚੜੂਨੀ ਨਹੀਂ, ਅਸੀਂ ਤੇ ਹੋਰ ਹੀ ਕਿਸੇ ਨੂੰ ਅਰੈਸਟ ਕਰੀ ਜਾ ਰਹੇ ਹਾਂ। ਠੀਕ ਹੈ ਨਾ, ਇਹ ਕੁਛ ਵੀ ਵਾਪਰਦਾ ਵਾ, ਪਰ ਕੁੱਲ ਮਿਲਾ ਕੇ ਆ ਕਿ ਰੋਲਦੂ ਸਿੰਘ ਮਾਨਸਾ ਪਹੁੰਚਿਆ। ਜਿਹੜਾ ਸੁਰਿੰਦਰ ਵੀਰ ਇਹ ਵਰਤਾਰਾ ਨਾ ਦੇਖੋ, ਗੈਰ ਸਿੱਖਾਂ ਨੂੰ ਨਾ ਸਾਰੇ ਸਿੱਖ ਇੱਕੋ ਹੀ ਸਾਰ ਦੇ ਲੱਗਦੇ ਆ, ਗੈਰ ਮੁਸਲਮਾਨਾਂ ਨੂੰ, ਗੈਰ ਬਿਹਾਰੀਆਂ ਨੂੰ, ਆਪਾਂ ਨੂੰ ਸਾਰੇ ਬਿਹਾਰੀ ਮਜ਼ਦੂਰ ਕਈ ਵਾਰੀ ਇੱਕੋ ਸਾਰ ਦੇ ਲੱਗਦੇ ਆ, ਇੱਥੋਂ ਤੱਕ ਕਿ ਗੋਰੇ ਵੀ ਆਪਾਂ ਨੂੰ ਇੱਕ ਸਾਰ ਦੇ ਲੱਗਦੇ ਆ, ਬਹੁਤੇ ਨੈਣ ਨਕਸ਼ ਨਹੀਂ ਸ਼ਨਾਖਤ ਕਰ ਪਾਉਂਦੇ ਆਪਾਂ। ਇਹ ਕੁਦਰਤੀ ਵਰਤਾਰਾ ਹੈ। ਦੂਜੀ ਕਮਿਊਨਿਟੀ ਦੇ ਲੋਕ ਮਤਲਬ ਹੂਬ ਚਿਹਰੇ ਪਹਿਚਾਨਣੇ ਮੁਸ਼ਕਲ ਹੋ ਜਾਂਦੇ ਆ, ਇਹ ਕਾਰਨ ਹੁੰਦਾ, ਕੁਦਰਤੀ ਹੈ ਵਰਤਾਰਾ। ਪਰ ਉਹ ਠੀਕ ਹੈ, ਦਾੜੀ ਉਹਨੇ ਬੰਨੀ ਸੀ, ਕੋਈ ਥੋੜਾ ਜਿਹਾ ਸ਼ਰਟ ਵਗੈਰਾ ਦੂਜੀ ਪਾਈ ਸੀ, ਚੇਂਜ ਕੀਤਾ ਸੀ, ਠੀਕ ਹੈ। ਇਦਾਂ ਦੇ ਵਰਤਾਰੇ ਕਰਨੇ ਪੈਂਦੇ ਨੇ ਜਦੋਂ ਵੱਡੀ ਐਜੀਟੇਸ਼ਨ ਲੜਨੀ ਹੈ। ਨਵਜੋਤ ਸਿੰਘ ਸਿੱਧੂ ਦੇ ਕਾਰਵੇ ਦੀ ਕੀ ਅਪਡੇਟ ਹੈ, ਯੂਪੀ ਦੀ ਸਿਆਸਤ? ਫਿਰ ਆਪਾਂ ਥੋੜਾ ਪੰਜਾਬ ਵੱਲ ਨੂੰ ਆਵਾਂਗੇ, ਥੋੜਾ ਜਲਦੀ, ਸਿਹਤ ਅੱਜ ਨਸਾਜ ਹੈ, ਜਲਦੀ ਅੱਗੇ ਲਵਾਂਗੇ। ਸੁਰਿੰਦਰ ਵੀਰ ਦੇਖੋ, ਜਿੱਥੋਂ ਤੱਕ ਗੱਲ ਇਹ ਆ, ਨਵਜੋਤ ਸਿੰਘ ਸਿੱਧੂ ਦੇ ਕਾਫਲੇ ਦੀ ਇਹਦੇ ਚ ਕੋਈ ਦੋ ਰਿਆ ਨਹੀਂ ਸੀ। ਨਵਜੋਤ ਸਿੰਘ ਸਿੱਧੂ ਕਾਲੀ ਵੀ ਕਰਦਾ ਤੇ ਕੁਝ ਅੱਜ ਗੁੱਸਾ ਵੀ ਦਿਖਾ ਗਿਆ। ਮੁੱਖ ਮੰਤਰੀ ਪਹੁੰਚਿਆ 10-15 ਮਿੰਟ ਲੇਟ ਤੇ ਸਿੱਧੂ ਨੇ ਫਿਰ ਆਪਦੇ ਤੇਵਰ ਦਿਖਾਤੇ, ਕੁਛ ਮੈਕ ਤੇ ਬੋਲ ਗਿਆ। ਉਹ ਚਲੋ ਜਿਹਨੇ ਸਮਝਣਾ ਸੀ ਉਹ ਸਮਝ ਗਿਆ, ਜਿਹੜੇ ਨਹੀਂ ਸਮਝਣਾ ਸੀ ਉਹ ਨਹੀਂ ਵੀ ਸਮਝੇ। ਪਰ ਫਿਰ ਪ੍ਰਗਟ ਸਿੰਘ ਨੇ ਠੰਡਾ ਕਰ ਲਿਆ ਕਿ ਯਾਰ ਮਾੜਾ ਮੋਟਾ ਤਾਂ ਰੱਖ ਲਿਆ ਕਰੋ, ਮੁੱਖ ਮੰਤਰੀ ਆ। ਤੈਨੂੰ ਪਤਾ ਵੀ ਨਵਜੋਤ ਸਿੰਘ ਸਿੱਧੂ ਨਾ ਕਿਸੇ ਨੂੰ ਮੁੱਖ ਮੰਤਰੀ ਮੰਨ ਸਕਦਾ, ਨਾ ਕਿਸੇ ਨੂੰ ਪ੍ਰਧਾਨ ਮੰਤਰੀ, ਨਾ ਕਿਸੇ ਨੂੰ ਪਾਰਟੀ ਪ੍ਰਧਾਨ। ਇਹ ਨਵਜੋਤ ਸਿੱਧੂ ਦੀ ਇੱਕ ਸਮੱਸਿਆ ਸ਼ੁਰੂ ਦੀ ਆ। ਠੀਕ ਹੈ ਨਾ, ਉਹ ਕਹਿੰਦਾ ਜੋ ਟਾਈਮ ਤੇ ਟਾਈਮ ਤੇ ਕਿਉਂ ਨਹੀਂ ਪਹੁੰਚਿਆ, ਉਹਦੀ ਕੀ ਸਮੱਸਿਆ ਕੋਈ ਨਹੀਂ ਬਾਈ ਜੀ। ਆ ਪ੍ਰਿਯੰਕਾ ਇਹਦੀਆਂ ਬੇਟੀਆਂ ਦੇ ਥੋੜੀ ਜਿਹੀ ਵੱਡੀ ਹੋਣੀ, ਅੱਧੀ ਉਮਰ ਦੀ ਇਹਦੇ ਤੋਂ, ਉਹਨੂੰ ਕੀ ਰਹਿਬਰ ਕੀ ਮਤਲਬ ਜਿੱਥੇ ਝੁਕਦਾ ਆ, ਕਈ ਵਾਰੀ ਕੋਈ ਬਜ਼ੁਰਗ ਜਾਂਦਾ ਹੁੰਦਾ ਉਹਦੇ ਜੁੱਤੀ ਦੇ ਥੱਲੋਂ ਮਿੱਟੀ ਕੱਢ ਕੇ ਮੱਥੇ ਨੂੰ ਲਾਉਣ ਲੱਗ ਪੈਂਦਾ। ਇਹ ਹਿਸਾਬ ਕਿਤਾਬ ਨਹੀਂ ਇਹਦਾ, ਕੋਈ ਸਟੇਬਲ ਨਹੀਂ ਹੈ ਮਤਲਬ, ਹੈ ਨਾ। ਹੁਣ ਪ੍ਰਿਯੰਕਾ ਠੀਕ ਹੈ ਕਿ ਸਾਡੀ ਚੀਫ ਆ, ਉਹ ਰਹਿਬਰ ਹੋਣਾ ਕਿੱਥੇ ਹੈ, ਕਿਤੇ ਮਤਲਬ ਰਾਧੇ ਮਾਂ ਰਹਿਬਰ, ਚਲੋ ਠੀਕ ਹੈ, ਉਹ ਵੀ ਧਾਰਮਿਕ ਪ੍ਰਚਾਰਕ ਹੈ, ਆਸਾ ਰਾਮ ਹੋਣੀ ਧਾਰਮਿਕ ਪ੍ਰਚਾਰਕ ਨੇ। ਯਾਰ ਪ੍ਰਿਯੰਕਾ ਰਹਿਬਰ ਕਿਵੇਂ ਹੋ ਗਈ ਤੁਹਾਡੀ, ਹੈ ਨਾ। ਸੋ ਇਸੇ ਸਿੱਧੂ ਦਾ ਵੀ ਜਿੱਥੇ ਜ਼ੋਰ ਚੱਲਦਾ ਨਾ ਉੱਥੇ ਹੀ ਚਲਾਉਂਦਾ, ਜਿੱਥੇ ਝੁਕ ਜਾਂਦਾ ਤੇ ਉਹੀ ਉੱਥੇ ਤਲੀਆਂ ਤੇ ਆ ਪਹੁੰਚਦਾ ਜੀ। ਨਹੀਂ ਉਹੀ ਕੁਛ, ਚਲੋ ਫਿਰ ਕਾਫਲਾ ਲੈ ਕੇ ਤੁਰੇ। ਚਲੋ ਕਾਫਲਾ ਬਥੇਰਾ ਵੱਡਾ ਸੀਗਾ, ਪਰ ਜਦੋਂ ਪਤਾ ਸੀ ਕਿ ਕਾਫਲੇ ਨੂੰ ਉਹਨਾਂ ਨੇ ਸਹਾਰਨਪੁਰ ਟੱਪਣ ਹੀ ਨਹੀਂ ਦੇਣਾ ਤੇ ਫਿਰ ਕਾਫਲਾ ਲੈ ਕੇ ਤੇਲ ਫੂਕਣ ਦਾ ਕੀ ਫਾਇਦਾ ਸੀ। ਉਹਦੇ ਨਾਲ ਤਾਂ ਪਾਰਟੀ ਵੱਲੋਂ ਫੰਡ ਇਕੱਠਾ ਕਰਦੇ, ਫੰਡ ਇਕੱਠਾ ਕਰਕੇ ਉਹਨਾਂ ਦੀ ਮਾਲੀ ਮਦਦ ਜਿਹੜੀ ਸੀ ਉਹ ਕਰ ਦਿੰਦੇ, ਗੱਲ ਖਤਮ ਸੀਗੀ। ਹੁਣ ਕੌਣ ਸਮਝਾਵੇ ਇਹਨਾਂ ਨੂੰ, ਪਰ ਗੱਲ ਤੇ ਇੱਕ ਰਾਜਨੀਤੀ ਆ। ਹੁਣ ਜਦੋਂ ਇਹਨਾਂ ਕਾਫਲਾ ਲੈ ਕੇ ਚੱਲਣਾ ਹੀ, ਅੱਜ ਅਕਾਲੀ ਦਲ ਨੇ 5 ਮੈਂਬਰੀ ਕਮੇਟੀ ਬਣਾਤੀ, ਭੈਣ ਭਰਾ ਤੌਰ ਤੇ ਨਾਲ ਉਹਨਾਂ ਨੇ ਕਹਿਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ। ਤੁਹਾਡੀ ਗੱਲ ਵਿਚਾਲਿਆ ਸੁਰਿੰਦਰ ਵੀਰ, ਬਹੁਤ ਵਧੀਆ ਇਸ਼ੂ ਆਪਾਂ ਕੱਲ ਉਠਾਇਆ ਸੀਗਾ ਕਿ ਸਿੱਧੂ ਨੇ ਕਣਕਾਂ ਜਿਨ੍ਹਾਂ ਦੀਆਂ ਸੜੀਆਂ ਉਹਨਾਂ ਨੂੰ ਜੇਬ ਚੋਂ 20-25 ਲੱਖ ਰੁਪਇਆ ਦਿੱਤਾ। ਮਤਲਬ ਇੱਕ ਇਤਿਹਾਸ ਦਾ ਹਿੱਸਾ ਬਣ ਗਿਆ ਕਿ ਯਾਰ ਹਾਂ ਬੰਦਾ ਜੇਬ ਚੋਂ ਪੈਸਾ ਦਿੰਦਾ। ਆਹੀ ਜਿਹੜੀਆਂ ਹੁਣ 200-200 ਬੰਦਾ ਗਿਆ, ਚਾਹੇ ਆਪਣੇ ਕੇਡਰ ਤੋਂ ਇਕੱਠਾ ਕਰ ਲੈਂਦਾ,
ਜਾਂ ਆਪਣੀ ਜੇਬ 'ਚ ਦਿੰਦਾ 20 ਚਾਹੇ 5-5 ਲੱਖ ਰੁਪਇਆ ਦਿੰਦਾ 1-1 ਲੱਖ ਰੁਪਇਆ ਦਿੰਦਾ ਆਪਣੀ ਨਿੱਜੀ ਜੇਬ 'ਚੋਂ, ਬਾਈ ਜੀ ਉਹ ਜ਼ਿਆਦਾ ਪੋਜ਼ਿਟਿਵ ਹੋਣਾ ਸੀ। 4 ਲੱਖ ਰੁਪਈਆ 5 ਲੱਖ ਰੁਪਈਆ ਸਣੇ ਪੱਤਰਕਾਰ ਦੇ ਦਿੰਦਾ ਤੇ ਇਹਦਾ ਜ਼ਿਆਦਾ ਪੋਜ਼ਿਟਿਵ ਜਾਣਾ ਸੀ। ਕੱਲਾ ਜਾਂਦਾ, ਸਾਰੇ ਪਰਿਵਾਰ ਦੇ ਜੀਆਂ ਨੂੰ 5 ਬੰਦੇ ਲੈ ਕੇ ਜਾਂਦਾ, ਕੋਈ ਰੋਕ ਟੋਕ ਨਹੀਂ ਸੀ। ਉਹ ਸਿਆਣਪ ਸੀ। ਪਰ ਇਹ ਵੀ ਮਤਲਬ ਡਰਾਮਾ ਸ਼ੋਅ, ਆਪਣਾ ਸ਼ਕਤੀ ਪ੍ਰਦਰਸ਼ਨ, ਇੱਕ ਪਾਸੇ ਤੂੰ ਪ੍ਰਧਾਨ ਨਹੀਂ ਹੈ ਤੇ 200 ਬੰਦੇ ਨੂੰ ਕਿਸ ਕਪੈਸਿਟੀ 'ਚ ਆਰਡਰ ਲਾਉਣਾ ਹਰ MLA ਨੂੰ, ਤੇ ਇਹ ਵੀ ਕਮਲ ਬਹੁਤ ਕੁੱਟਦਾ। ਪਤਾ ਨਹੀਂ ਕੀ ਪੰਡਤ ਇਹਨੂੰ ਕਹਿੰਦਾ ਐ ਨਹੀਂ ਐ ਕਰ, ਐ ਨਹੀਂ ਐ ਕਰ। ਜੀ ਸੁਰਿੰਦਰ, ਪਤਾ ਗੱਲ ਕੀ ਆ, ਮੈਨੂੰ ਤਾਂ ਅੱਜ ਚੰਨੀ ਵੱਲੋਂ ਆ ਰਿਹਾ ਸੀ, ਉਹਦੇ ਮੁੰਡੇ ਦਾ ਸਗਨ ਸੀ ਤੇ ਚੰਨੀ ਵਿਚਾਰੇ ਨੇ ਸਗਨ ਲਵਾਇਆ, ਕਹਿੰਦਾ ਸਗਨ ਤੁਸੀਂ ਆਪੇ ਲਵਾ ਲਿਓ, ਮੈਂ ਚੱਲਿਆ ਜੀ, ਨਹੀਂ ਤੇ ਉਧਰ ਪਾਰਟੀ ਪ੍ਰਧਾਨ ਨਾਰਾਜ਼ ਹੋ ਜਾਊਗਾ, ਮੈਨੂੰ ਪਤਾ ਉਹਦੇ ਟੈਂਪਰੇਚਰ ਦਾ। ਠੀਕ ਆ ਜੀ, ਉਹ ਭੱਜਾਇਆ ਤਾਂ ਮੈਨੂੰ ਨਾ ਸਾਡਾ ਗੁਆਂਢੀ ਯਾਦ ਆ ਗਿਆ ਜੀ। ਸਾਡੇ ਗੁਆਂਢੀਆਂ ਦੇ ਕੀ ਹੋਇਆ, ਜਿਹੜਾ ਆਪਣੇ ਨਾਲ ਦਾ ਘਰ, ਉਹਨਾਂ ਦੀ ਨਾ ਪਾਈਪਾਂ ਦੀਆਂ ਸਟੋਰ ਆਪਦਾ, ਠੀਕ ਹੈ, ਤੇ ਉਹ ਕੀ ਲੱਗਦਾ ਹੁੰਦਾ ਵੀ ਸੁਰਿੰਦਰ ਕੀ ਰਸੋਈ 'ਚ ਭਾਂਡੇ ਖੜਕਦੇ। ਹਾਂ, ਉਹਦੇ ਕੀ ਕੀਤਾ ਜੀ, ਜਿੱਦਣ ਸ਼੍ਰੀਮਾਨ ਜੀ ਦਾ ਵਿਆਹ ਸੀਗਾ, ਘਰੇ ਉਹਦੀ ਮਾਂ ਤੇ ਪਿਓ ਲੱਭਦੇ ਫਿਰਨ, ਕਹਿੰਦੇ ਕਿੱਥੇ ਆ, ਕਹਿੰਦਾ ਕਿਹਨੂੰ ਲੱਭਦੇ ਜੇ, ਕਹਿੰਦੇ ਵਿਆਹ ਵਾਲੇ ਨੂੰ। ਕਹਿੰਦਾ ਉਹ ਤਾਂ ਦੁਕਾਨ ਤੇ ਬੈਠਾ। ਹਾਂਜੀ, ਉਹ ਕਹਿੰਦਾ ਉਹਨੂੰ ਕਹੇ ਅੱਜ ਦਾ ਦਿਨ ਤੋਂ ਦੁਕਾਨ ਬੰਦ ਕਰ ਲਾ। ਉਹਨੂੰ ਲੈਣ ਗਏ, ਕਹਿੰਦਾ ਜੀ ਏਦਾਂ ਜੀ, ਘਰੇ ਜਾ ਕੇ ਕਹਿ ਦੋ ਆਪਾਂ ਤੁਰਨਾ, ਕਹਿੰਦਾ 9 ਵਜੇ ਬਰਾਤ ਪਹੁੰਚਣੀ, ਕਹਿੰਦੇ ਹਾਂ, ਕਹਿੰਦਾ ਮੈਂ 7 ਵਜੇ ਆ ਜਾਊਂ, ਕਹਿੰਦਾ 7 ਵਜੇ ਨਹੀਂ ਯਾਰ ਹੁਣ ਚੱਲ, ਕਹਿੰਦਾ ਨਾ, ਕਰਦੇ ਅਖੀਰ ਸ਼ਾਮੀ 5 ਵਜੇ ਉਹਨੂੰ ਦੁਕਾਨ ਤੋਂ ਲੈ ਕੇ ਆਏ। ਠੀਕ ਆ, ਏਦਾਂ ਦੇ ਵੀ ਕੰਮ ਵਾਲੇ ਬੰਦੇ ਹੁੰਦੇ ਆ। ਮੈਂ ਕਿਹਾ ਚੰਨੀ ਨੂੰ ਤੇ ਇਹ ਹੋਣਾ ਕਿ ਯਾਰ ਪਤਾ ਨਹੀਂ ਵਿਆਹ ਵਾਲੇ ਦਿਨ ਵੀ ਮਿਲਣੀ ਕਿਸੇ ਹੋਰ ਤੋਂ ਨਾ ਕਰਾਉਣੀ ਪਵੇ। ਜੇ ਆਹੀ ਕਲੇਸ਼ ਚੱਲਦਾ ਰਿਹਾ, ਕਦੀ ਦਿੱਲੀ ਵਾਲੇ ਸੱਦ ਲੈਣ, ਕਦੀ ਕਹਿਣ ਯੂਪੀ ਚੱਲ ਪਾ, ਕਦੀ ਕਹਿਣ ਕਿਤੇ ਹੋਰ ਚੱਲ ਪਾ, ਤੇ ਇਸੇ ਰਾਮ ਰੌਲੇ 'ਚ ਕਰਨਾ ਪੈਂਦਾ। ਬਾਦਲ ਸਾਹਿਬ ਨੇ ਜਦੋਂ ਬੇਟੀ ਦਾ ਵਿਆਹ ਕੀਤਾ, ਉਦੋਂ ਕਿਹੜਾ ਬਾਦਲ ਸਾਹਿਬ ਹਾਜ਼ਰ ਸੀ? ਨਹੀਂ, ਉਹ ਬਾਦਲ ਸਾਹਿਬ ਨੇ ਉਦੋਂ ਤਾਂ ਉਹ ਰਸਮ ਜਿਹੜੀ ਬਾਦਲ ਸਾਹਿਬ ਵਾਲੀ ਰਵਿੰਦਰ ਨੇ ਨਿਭਾਈ ਸੀ ਨਾ। ਠੀਕ ਹੈ, ਹਾਂ, ਬਾਦਲ ਸਾਹਿਬ ਉਦੋਂ ਜੇਲ੍ਹ 'ਚ ਵੀ ਸੀਗੇ, ਪਰ ਉਦੋਂ ਰਵਿੰਦਰ ਨੇ ਨਿਭਾਈ ਸੀ ਸਾਰਾ ਕੁਝ। ਇਹ ਵੀ ਪੰਥ ਦੀ ਘਾਲਣਾ ਬਾਈ ਜੀ, ਕਰਨੀ ਪੈਂਦੀ ਹੈ ਕਿ ਨਹੀਂ? ਹਾਂ, ਤਾਂ ਹੀ 5 ਵਾਰੀ ਮੁੱਖ ਮੰਤਰੀ ਬਣ ਗਿਆ। ਜੇ ਪੱਲਾ ਫੜਾਉਣ ਬਹਿ ਜਾਂਦਾ ਤਾਂ ਫਿਰ ਗੱਲ ਖਤਮ ਸੀ, ਫਿਰ ਆਪਦਾ ਪੱਲਾ ਛੁੱਟ ਗਿਆ ਸੀਗਾ, ਫਿਰ ਪੰਥ ਵਾਲਾ ਪੱਲਾ ਨਹੀਂ ਸੀ ਲੱਭਦਾ। ਇਸ ਕਰਕੇ ਘਾਲਣੀਆਂ ਪੈਂਦੀਆਂ ਨੇ। ਕੁੱਲ ਮਿਲਾ ਕੇ ਸੀ ਹੋਗੀ, ਗੱਲ ਖਤਮ ਹੋ ਗਈ। ਹੁਣ ਜਿਹੜਾ ਅਕਾਲੀ ਦਲ ਇਹ ਸਟਾਇਰ ਹੈ, ਮੇਰੀ ਬਦਕਿਸਮਤੀ ਹੈ ਨਾ ਕਿ ਮੇਰੇ ਸਟਾਇਰ ਨੂੰ, ਵਿਅੰਗ ਨੂੰ ਨਾ ਕਈ ਵਾਰੀ ਸਰੋਤੇ ਨਹੀਂ ਸਮਝਦੇ। ਇਹ ਕੱਲ ਪਰਸੋਂ ਮੈਂ ਕਮੈਂਟ ਪੜ੍ਹ ਰਿਹਾ ਸੀ, ਇੱਕ ਬੰਦਾ ਕਹਿੰਦਾ ਨਾ, ਵੀਰ ਕਹਿੰਦਾ ਸੁਰਿੰਦਰ ਬਾਈ ਅਕਾਲੀਆਂ ਨੂੰ ਬਹੁਤ ਠੋਕਦਾ, ਟਿਵਾਣਾ ਚੁੱਪ ਕਰ ਜਾਂਦਾ। ਮੇਰਾ ਜਿੰਨਾ ਕੁ ਕੰਟੈਂਟ ਹੈ ਨਾ, ਕਿਉਂਕਿ ਮੈਂ ਤਾਂ ਹੋਸਟ ਹੋ ਕੇ ਵੀ ਜਰਨਲਿਸਟ ਦੀ ਜੌਬ ਜ਼ਿਆਦਾ ਨਿਭਾ ਰਿਹਾ, ਰੋਕ ਰਿਹਾ। ਹੁਣ ਜੇ ਮੈਂ ਗੱਲ ਤੇ ਰੋਕੀ ਜਾਵਾਂ, ਉਹ ਵੀ ਠੀਕ ਨਹੀਂ ਹੈ ਨਾ। ਤੇ ਇਸ ਕਰਕੇ ਸੁਰਿੰਦਰ ਐਜ਼ ਏ ਐਕਸਪਰਟ ਆਉਂਦੇ ਨੇ। ਮੈਂ ਠੀਕ ਹੈ, ਜਰਨਲਿਸਟ ਹੈਗਾ, ਕੋਈ ਦੋ ਰਾਵਾਂ ਨਹੀਂ ਹੈ, ਮੈਂ ਵੀ ਐਜ਼ ਏ ਜਰਨਲਿਸਟ ਜਾਣਾ ਵੱਖ-ਵੱਖ ਮੰਚ ਤੇ, ਪਰ ਇੱਥੇ ਮੈਨੂੰ ਕਈ ਮਾਮਲਿਆਂ 'ਚ ਰੋਕਣਾ ਪੈਂਦਾ। ਗੇਂਦ ਸੁਰਿੰਦਰ ਨੂੰ ਦੇਣੀ ਪੈਂਦੀ ਹੈ ਜ਼ਿਆਦਾ, ਹੈ ਨਾ, ਪਰ ਫਿਰ ਵੀ ਮੈਂ ਗੇਂਦ ਆਪਣੇ ਕੋਲ ਰੱਖਦਾ ਕਈ ਵਾਰੀ। ਆ ਜਿਹੜਾ ਬਾਦਲ ਸਾਹਿਬ ਵਾਲਾ ਨਾ, ਉਹ ਕਈਆਂ ਨੂੰ ਲੱਗਣਾ ਕਿ ਬਾਦਲ ਸਾਹਿਬ ਦੀ ਤਾਰੀਫ ਕਰ ਰਿਹਾ ਮੈਂ। ਕਈ ਵਾਰੀ ਉਹ ਸਟਾਇਰ ਨਾ ਜਿਹੜਾ ਕਈਆਂ ਦੇ ਉੱਪਰ ਦੀ ਨਿਕਲ ਜਾਂਦਾ, ਹੈ ਨਾ, ਵੀ ਇਹ ਵੀ ਭਾਈ ਘਾਲਣਾ। ਹੁਣ ਆਪਾਂ ਨੂੰ ਪਤਾ ਕਿ ਰਵਿੰਦਰ ਹੋਰਾਂ ਨੇ ਕਿਉਂ ਉਹ ਪੱਲੇ ਦੀ ਰਸਮ ਅਦਾ ਕੀਤੀ ਸੀ ਜੀ। ਹਾਲਾਂਕਿ ਬਾਦਲ ਸਾਹਿਬ ਨੇ ਤਾਂ ਕ੍ਰੈਡਿਟ ਨਹੀਂ ਲਿਆ ਕਦੇ। ਕੋਈ ਹੋਰ ਹੁੰਦਾ ਉਹ ਕਹਿੰਦਾ ਜੀ ਦੇਖੋ ਅਸੀਂ ਤਾਂ ਆਪਣੀ ਬੇਟੀ ਦੇ ਕਾਰਜ ਵਕਤ ਵੀ ਆਪਣਾ ਜਿਹੜਾ ਹੈਗਾ ਪੰਥ ਦਾ ਲੇਖਾ ਲਾਇਆ ਸਮਾਂ। ਬਾਦਲ ਸਾਹਿਬ ਨੇ ਕਦੇ ਨਹੀਂ ਆਖਿਆ, ਇਹ ਤਾਂ ਆਪਾਂ ਯਾਦ ਕਰਾਇਆ ਲੋਕਾਂ ਨੂੰ, ਪਰ ਉਹ ਸਮਝਣੇ ਵਾਲੇ ਸਮਝ ਜਾਂਦੇ ਆ। ਉਹ ਹੋਰ ਕੁਝ ਕਹਿੰਦੇ ਆ, ਇਹ ਨਹੀਂ ਕਹਿੰਦੇ। ਉਹ ਕਹਿੰਦੇ ਪਤਾ ਕੀ ਕਿਹਾ, ਕਹਿੰਦਾ ਦੇਖੋ ਮੈਂ ਪਾਰਟੀ ਤੋਂ ਪੁੱਛੇ ਤੋਂ ਬਗੈਰ, ਕਹਿੰਦਾ ਮੈਂ ਮਤਲਬ ਉਹ ਏਡਾ ਮਤਲਬ ਮਾਸਟਰ ਬੰਦਾ, ਮੈਂ ਹੈਰਾਨ ਆ। ਕਹਿੰਦਾ ਦੇਖੋ ਮੈਂ ਆਪਣੀ ਧੀ ਦਾ ਰਿਸ਼ਤਾ ਕੀਤਾ ਕਹਿਰੋਂ ਪਰਿਵਾਰ ਦੇ ਘਰੇ, ਕਹਿੰਦਾ ਮੈਂ ਪਾਰਟੀ ਨੂੰ ਪੁੱਛਿਆ ਵੀ ਦੱਸੋ ਜੇ ਕੋਈ ਆਬਜੈਕਸ਼ਨ ਨਹੀਂ ਹੈ ਮੈਂ ਤਾਂ ਰਿਸ਼ਤਾ ਕਰਨਾ, ਨਹੀਂ ਤਾਂ ਮੈਂ ਨਹੀਂ ਕਰਦਾ। ਕਹਿੰਦਾ ਜਦੋਂ ਪਾਰਟੀ ਨੇ ਸਹਿਮਤੀ ਦਿੱਤੀ ਮੈਂ ਤਾਂ ਰਿਸ਼ਤਾ ਕੀਤਾ। ਮਤਲਬ ਮੈਂ ਹੈਰਾਨ। ਪਾਰਟੀ ਵੀ ਤਾਂ ਆਪਣੀ ਉਹ ਸੀ, ਸੁਣ ਲਓ, ਪਾਰਟੀ ਕਿਹੜਾ ਬਾਹਰੋਂ ਲੈਣੀ ਸੀ। ਕਹਿੰਦੇ ਮੈਂ ਸੁਖਵੀਰ ਦਾ ਰਿਸ਼ਤਾ ਕੀਤਾ, ਮੈਂ ਉਦੋਂ ਵੀ ਪਾਰਟੀ ਨੂੰ ਪੁੱਛਿਆ ਦੱਸੋ ਮਜੀਠੀਏ ਪਰਿਵਾਰ ਦੇ ਘਰੇ ਕਰਾਂ, ਉਹ ਕਹਿੰਦੇ ਜੀ ਕਰ ਦੋ। ਕਹਿੰਦਾ ਮੈਂ ਤਦ ਕੀਤਾ, ਨਹੀਂ ਤੇ ਮੈਂ ਨਹੀਂ ਸੀ ਕਰਦਾ। ਮੈਂ ਇਹ ਵੀ ਯਾਰ ਹੱਦ ਹੋ ਗਈ ਆ। ਰਿਸ਼ਤੇ ਵੀ ਜਿਹੜੇ ਆ ਉਹ ਵੀ ਦੂਸਰਾ ਕੀ ਕਹਿੰਦੇ ਹੁੰਦੇ ਆ, ਪਾਰਟੀ ਨੂੰ ਪੁੱਛ ਕੇ ਕਰਨ ਲੱਗ ਗਏ। ਤੁਸੀਂ ਕਦੋਂ ਤੋਂ ਕਰਨ ਲੱਗ ਗਏ? ਠੀਕ ਹੈ, ਮੈਂ ਮਤਲਬ ਪਾਰਟੀ ਨੂੰ ਪੁੱਛ ਕੇ ਨਾ ਰਾਮ ਰਹੀਮ ਨੂੰ ਮਾਫ ਕੀਤਾ ਹੁੰਦਾ ਜਾਂ ਉਹ ਕੀਤਾ ਹੁੰਦਾ ਤਾਂ ਨੌਬਤ ਨਹੀਂ ਸੀ ਆਉਣੀ। ਉਦੋਂ ਕਈ ਅਕਾਲੀ ਬੰਦੇ ਨੇ ਜਿਨ੍ਹਾਂ ਨੇ ਕਿਹਾ ਸੀ, ਉਹਨਾਂ ਨੂੰ ਪਤਾ ਕੀ ਕਿਹਾ ਸੀ, ਕਹਿੰਦਾ ਯਾਰ ਜੇ ਮੂੰਹ ਨਹੀਂ ਚੱਜਦਾ ਗੱਲ ਤੇ ਚੱਜਦੀ ਕਰ ਲਓ। ਉਹਨਾਂ ਨੇ ਕਿਹਾ ਸੀ ਕਿ ਆਪਾਂ ਮਾਫੀ ਨਾ ਦਈਏ ਰਾਮ ਰਹੀਮ ਨੂੰ। ਕਿਹਾ ਸੀ 2-4 ਬੰਦੇ ਜਿਹੜੇ ਮੂਵਮੈਂਟ ਵਾਲੇ ਸੀਗੇ, ਮੂਵਮੈਂਟ ਨਾਲ ਜੁੜੇ ਹੋਏ ਤੁਹਾਡੇ ਭਾਈਚਾਰੇ ਵਾਲੇ, ਉਹਨਾਂ ਨੇ ਕਿਹਾ ਸੀ ਕਿ ਗਲਤ ਕਰ ਰਹੇ ਹੋ, ਪਰ ਉਹਨੂੰ ਕਹਿੰਦਾ ਯਾਰ ਜੇ ਮੂੰਹ ਨਹੀਂ ਚੰਗੇ ਤਾਂ ਗੱਲ ਤੇ ਚੰਗੀ ਕਰ ਲਓ। ਬਾਅਦ 'ਚ ਫਿਰ ਉਹੀ ਮੂੰਹ ਦੀ ਖਾਣੀ ਪਈ। ਰਾਮ ਰਹੀਮ ਨੂੰ ਫਿਰ ਬਰੀ ਕੀਤਾ, ਇਸ਼ਤਿਹਾਰ ਲਵਾਏ ਤੇ ਫਿਰ
ਉਹ ਬੰਦੇ ਹੁਣ ਠੀਕ ਹੈ, ਜੂਨੀਅਰ ਨੇ, ਆਪਣੇ ਜਿੱਥੇ ਕਿਸੇ ਪੁੱਗਦੀ ਹੈ ਗੱਲ ਕਹਿੰਦੇ ਨੇ, ਪਰ ਸੁਣਦਾ ਥੋੜੀ ਹੈ ਪਾਰਟੀ 'ਚ ਕੋਈ। ਜੀ ਸੁਰਿੰਦਰ, ਪਾਰਟੀ ਤਾਂ ਆਪਣੀ 2-3 ਜਣਿਆਂ ਦੀ ਹੈ। ਨਹੀਂ, ਪਾਰਟੀ ਇਸ ਵੇਲੇ 4 ਜਣਿਆਂ ਦੀ ਆ, ਸਭ ਤੋਂ ਪੁਰਾਣੀ ਪਾਰਟੀ 4 ਦੀ ਆ। ਹਾਂ, ਅੱਗੇ 3, ਜੇ 22 'ਚ ਸਰਕਾਰ ਬਣ ਗਈ ਫਿਰ 3 ਹੋਰ ਰਲ ਜਾਣਗੇ, ਫਿਰ 7 ਦੀ ਹੋ ਜੂਗੀ। ਇਹ ਤਾਂ 4 ਦੀ ਹੈ। ਜਿਹੜੀ ਨਵੀਂ ਲੇਟੈਸਟ ਪਾਰਟੀ ਆਈ ਹੈ ਕੇਜਰੀਵਾਲ ਦੀ, ਉਹ 1 ਮੈਨ ਸ਼ੋ ਹੀ ਹੈ। ਨਹੀਂ, ਮੈਂ ਤਾਂ ਹੀ ਗਿਣਿਆ ਸੀ, ਜਿਹੜੀ ਸਭ ਤੋਂ ਪੁਰਾਣੀ ਪਾਰਟੀ ਉਹ 4 ਦੀ, ਜਿਹੜੀ ਉਸ ਤੋਂ ਬਾਅਦ 'ਚ ਬਣੀ ਉਹ 3 ਦੀ, ਉਹ ਵੀ 3 ਪਰਿਵਾਰ ਦੇ, ਇਹ ਵੀ 4 ਪਰਿਵਾਰ ਦੇ। ਕਾਂਗਰਸੀ 3 ਹੀ ਨੇ ਜੀ, ਉਹ 3 ਹੀ ਆ, ਚੌਥਾ ਨਹੀਂ ਉਹਦੇ 'ਚ ਕੋਈ ਵੀ। ਤੇ ਜਿਹੜੀ ਬੀਜੇਪੀ ਆ ਉਹ ਦੋਨੋਂ ਵਿਚਾਰੇ ਛੜੇ ਹੀ ਆ, ਤੇ ਉਹ 2 ਦੀ ਆ। ਹੁਣ ਉਹ ਵੀ ਕੀ ਕਰਨ, ਉਹ ਪਰਿਵਾਰ ਕਿੱਥੋਂ ਲਿਆਉਣ ਹੁਣ, ਇਹ ਵੀ ਸਮੱਸਿਆ। ਉਹ ਫਿਰ 2 ਦੀ ਹੋ ਗਈ। ਤੇ ਜਿਹੜੀ ਇੱਧਰ ਸੀਗੇ, ਜਿਹੜੀ ਸਭ ਤੋਂ ਨਵੀਂ ਬਣੀ, ਉਹ ਕਹਿੰਦਾ ਵੀ ਹੁਣ ਮੈਨੂੰ ਜਿੱਦਣ 100 ਸਾਲ ਹੋ ਜੂ ਨਾ, ਉਦੋਂ ਮੇਰੇ ਵੀ 4 ਮੈਂਬਰ ਹੋ ਜਾਣਗੇ, ਅਜੇ ਮੈਂ ਇਕੱਲੇ ਨਹੀਂ ਰੱਖਣੀਆਂ, ਮੈਂ ਨਹੀਂ ਕੋਈ ਹੋਰ ਰਲਾਉਣਾ ਪੈਂਦਾ। ਠੀਕ ਹੈ, ਇਸ ਕਰਕੇ ਉਹ ਇਕੱਲਾ ਚਲਾ ਰਿਹਾ। ਗੱਲ ਤਾਂ ਇੰਨੀ ਕੋ ਵਾ। ਠੀਕ ਹੈ, ਪੈਸੇ ਵੀ ਇੰਨੇ ਜੋੜਦਾ, ਸਾਦੇ ਕੱਪੜੇ ਪਾਉਂਦਾ, ਚੰਨੀ ਵੀ ਟੀਚਰਾਂ ਕਰਦਾ ਵਿਚਾਰੇ ਲਾਲਾ ਜੀ ਨੂੰ। ਹਾਂ, ਚੰਨੀ ਟੀਚਰਾਂ ਕਰਦਾ। ਜਿਹੜੀ 5.5 ਮਹੀਨੇ ਤੋਂ ਰਜੋੜ ਦੇ ਮੋਹਰੇ ਸੜਕ ਪੱਟੀ ਹੋਈ ਸੀ, ਉਹ 6 ਦਿਨਾਂ 'ਚ ਤਿਆਰ ਕਰਤੀ। ਠੀਕ ਹੈ, ਸਾਰੇ ਪੰਜਾਬ ਦਾ ਸੀਮੈਂਟ ਉਹ ਤੇ ਫੂਕ ਦਿੱਤਾ। ਕਹਿੰਦਾ ਇੱਥੇ ਮਿੱਟੀ ਵੀ ਨਾ ਪਾਓ, ਸਿੱਧੀ ਬਜਰੀ ਤੇ ਰੇਤਾ ਤੇ ਸੀਮੈਂਟ ਰਲਾ ਕੇ ਸਿੱਧੀ ਪਾ ਦਿਓ, ਤੇ ਰੋਡ ਰੋਲਰ ਉੱਪਰ ਦੀ ਚੱਲਣਾ ਚਾਹੀਦਾ। ਮੈਂ ਕਿਹਾ ਜੀ, ਚੱਕ ਦਿੱਤਾ ਕੰਮ, ਉੱਪਰ ਬਣਾ ਕੇ ਨਾਲ ਦੀ ਨਾਲ ਉੱਤੇ ਲੁੱਕ ਪਾ ਕੇ ਤੇ ਚੱਕ ਦਿੱਤਾ। ਕਿਸੇ ਨੂੰ ਪਤਾ ਹੀ ਨਹੀਂ ਵੀ 4-4, 5-5 ਫੁੱਟ ਜਿਹੜੀ ਆ ਉਹ ਥੱਲਿਓ ਸੀਮੈਂਟ ਦੀ ਉਹ ਚੱਕ ਕੇ ਲੈ ਆਇਆ ਰਾਤੋਂ ਰਾਤ ਹੀ। ਠੀਕ ਹੈ, 6 ਦਿਨ ਦਿੱਤੇ ਸੀ, ਅਗਲਿਆਂ ਦੇ 6 ਦਿਨ ਕੀ, ਅਗਲਿਆਂ ਨੇ 3 ਦਿਨਾਂ 'ਚ ਪੂਰੀ ਕਰਤੀ। ਕਹਿੰਦੇ ਚੱਕੋ। ਖੁਸ਼ਕਿਸਮਤੀ ਹੈ ਅੱਗੇ ਵੀ ਪੱਤਰਕਾਰ, ਕਿਉਂਕਿ ਉਹਨਾਂ ਨੂੰ ਬਾਰ-ਬਾਰ, ਹੁਣ ਜੋਗਿੰਦਰ ਪਟਿਆਲ ਸੀ, ਕੋਈ ਆਪਣੇ ਵਰਗਾ ਬੈਠਾ ਹੁੰਦਾ ਉੱਥੇ ਘੇਰ ਲੈਂਦਾ। ਆਖਰੀ ਇੰਟਰਵਿਊ ਹੋਣੀ ਸੀ। ਸਾਡੀ ਬਦਕਿਸਮਤੀ ਹੈ ਕਿ ਲੀਡਰਾਂ ਨਾਲ, ਸਾਡੀਆਂ ਬਹੁਤਿਆਂ ਨਾਲ, ਵੱਡੇ ਲੀਡਰਾਂ ਨਾਲ ਆਖਰੀ ਇੰਟਰਵਿਊ ਹੁੰਦੀਆਂ ਨੇ। ਸਿੱਧੂ ਨਾਲ ਜਿੱਦੇ ਹੋਗੀ ਆਖਰੀ ਹੋਵੇਗੀ, ਬਾਬਲਾਂ ਦਾ ਹੋਣਾ ਹੀ ਨਹੀਂ। ਉਦੋਂ ਘੇਰ ਲੈਂਦੇ ਚੰਨੀ ਨੂੰ, ਹੈਨਾ। ਚੰਨੀ ਨੂੰ ਜਵਾਬ ਨਹੀਂ ਸੀ ਆਉਣਾ, ਮਾਈਕ ਛੱਡ ਕੇ ਭਜਣਾ ਸੀ ਚੰਨੀ ਨੇ, ਮੋਦੀ ਸਾਹਿਬ ਵਾਂਗੂ, ਹੈਨਾ। ਯਾਰ ਇੱਥੇ ਤੱਕ ਥੋੜਾ ਉਤਰੋ ਤੁਸੀਂ ਕਿਸੇ ਦੇ ਕੱਪੜਿਆਂ ਤੱਕ। ਉਦਾਂ ਤੁਸੀਂ ਕਹਿੰਦੇ ਹੋ ਅਸੀਂ ਪੀੜਤਾਂ ਜੀ, SC ST ਜੀ, ਬਲਾ ਬਲਾ। ਖੈਰ, ਇਸ ਤਰ੍ਹਾਂ ਸੁਰਿੰਦਰ ਵੀਰ, ਕਾਲ ਲੈ ਲਾ ਮੈਂ ਇੱਕ। ਕਾਲ ਜਦੋਂ ਲੈਂਦੇ ਆ ਨਾ ਤਾਂ ਦਿੱਕਤ ਆਉਂਦੀ ਹੈ, ਤੇ ਉਦੋਂ ਫਿਰ ਸੈਮ ਸਾਡਾ ਡੈਮ ਹੋ ਜਾਂਦਾ। ਥਾਂਦੇਵਾਲ ਸਾਹਿਬ, ਸਵਾਗਤ ਹੈ ਤੁਹਾਡਾ। ਰਣਜੀਤ ਸਿੰਘ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਟਵਾਣਾ ਸਾਹਿਬ ਤੇ ਐਡਵੋਕੇਟ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਇਹਨਾਂ ਨੂੰ ਟਵਾਣਾ ਸਾਹਿਬ, ਮੈਂ ਨਾ ਸੁਣ ਰਿਹਾ ਸੀ ਸਾਰਾ ਪ੍ਰੋਗਰਾਮ, ਜਦੋਂ ਪ੍ਰੋਫੈਸਰ ਕੰਵਰ ਸਾਹਿਬ ਤੇ ਇੱਕ ਆਡੀਓ ਭੇਜੀ ਸੀ ਤੁਹਾਨੂੰ, ਭਾਵੇਂ ਕਿ ਉਹਨਾਂ ਦਾ ਉਹ ਸੀਨੀਅਰ ਨੇ, ਬੜਾ ਵਧੀਆ ਟਿੱਪਣੀ ਕਰਦੇ ਰਹਿੰਦੇ ਨੇ ਅਕਸਰ, ਤੁਸੀਂ ਉਹਨਾਂ ਦਾ ਕਾਲ ਵੀ ਕਰਦੇ ਨੇ। ਮੇਰਾ ਮੰਨਣਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਰਾਜਨੀਤਿਕ ਲੋਕ ਇਹਦਾ ਰਾਜਨੀਤਿਕ ਲਾਹਾ ਲੈ ਰਹੇ ਨੇ। ਪਰ ਇੱਕ ਗੱਲ ਇਹ ਵੀ ਹੈ ਟਵਾਣਾ ਸਾਹਿਬ, ਜੇ ਪ੍ਰੈਸ਼ਰ ਬਣਿਆ ਹੈਗਾ, ਦੇਖੋ ਇਹ ਘਟਨਾ ਕਿੰਨੇ ਦਿਨ ਹੋ ਗਏ, ਮਾਨਯੋਗ ਸੁਪਰੀਮ ਕੋਰਟ ਚੁੱਪ ਸੀਗੀ। ਕੱਲ ਉਹ ਜਦੋਂ ਪ੍ਰੈਸ਼ਰ ਬਣਦਾ ਹੈ, ਪ੍ਰਿਅੰਕਾ ਗਾਂਧੀ ਲਗਾਤਾਰ 24 ਘੰਟੇ ਤੋਂ ਵੱਧ ਸਮਾਂ ਉਹਨੂੰ ਉੱਥੇ ਰੈਸਟ ਹਾਊਸ ਵਿੱਚ ਰੱਖਿਆ ਜਾਂਦਾ ਹੈ ਗ੍ਰਿਫਤਾਰ ਕਰਕੇ। ਉਹ ਪ੍ਰੈਸ਼ਰ ਬਣਦਾ ਹੈ, ਫਿਰ ਰਾਹੁਲ ਗਾਂਧੀ ਜਾਂਦੇ ਆ, ਉਹਨਾਂ ਨੂੰ ਰੋਕਿਆ ਜਾਂਦਾ, ਕਦੇ ਕਿਹਾ ਜਾਂਦਾ ਵੀ ਤੁਸੀਂ ਆਪਦੀ ਗੱਡੀ 'ਚ ਨਹੀਂ ਜਾਣਾ, ਤੁਸੀਂ ਸਾਡੇ ਨਾਲ ਜਾਣਾ। ਫਿਰ ਹੌਲੀ ਹੌਲੀ ਉਹਨਾਂ ਨੂੰ ਅਲਾਓ ਕਰ ਦਿੱਤਾ ਜਾਂਦਾ ਵੀ ਸਾਰੀਆਂ ਪਾਰਟੀਆਂ ਭੱਜ ਜਾਂਦੇ ਰਹੇ। ਇਹ ਜੇ ਜਥੇਬੰਦੀਆਂ ਇੰਨਾ ਪ੍ਰੈਸ਼ਰ ਨਾ ਬਣਾਉਂਦੀਆਂ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੇ ਮਤਲਬ ਉੱਥੇ ਬਹੁਤ ਕੁਝ ਚੇਂਜ ਕਰ ਦੇਣਾ ਸੀਗਾ। ਜਿੰਨਾ ਕੁਝ ਵੀ ਸੰਭਵ ਹੋ ਸਕਿਆ ਵੀ ਕਿਸਾਨਾਂ ਦਾ ਤਾਂ ਪ੍ਰੈਸ਼ਰ ਸੀ ਇਸ ਘਟਨਾ ਦਾ, ਲੇਕਿਨ ਇੰਟਰਨੈਸ਼ਨਲ ਪੱਧਰ ਤੇ ਵੀ ਜਿਹੜੀ ਇਹਦੀ ਆਲੋਚਨਾ ਹੋਈ ਹੈ ਕੇਂਦਰ ਸਰਕਾਰ ਦੀ ਤੇ ਯੂਪੀ ਸਰਕਾਰ ਦੀ, ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਹੈਗਾ ਪ੍ਰੈਸ਼ਰ ਜਿਹੜਾ ਬਿਲਡ ਅਪ ਕਰਨ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ, ਮੈਂ ਸਮਝਦਾ ਕਿ ਸਫਲ ਰਹੀਆਂ, ਖਾਸ ਤੌਰ ਤੇ ਕਾਂਗਰਸ ਇਸ ਕੇਸ ਵਿੱਚ। ਔਰ ਜੇ ਹੁਣ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਹੁਣ ਜਾ ਰਹੇ ਨੇ, ਭਾਵੇਂ ਕਿ ਇਹਨਾਂ ਦਾ ਜਾਣਾ ਹੈਰਾਨੀਜਨਕ ਹੈ, ਕਿਉਂਕਿ ਇਹ ਪਰ ਫਿਰ ਵੀ ਮੈਂ ਸਮਝਦਾ ਕਿ ਜਿਹੜਾ ਪ੍ਰੈਸ਼ਰ ਜੇ ਬਣਿਆ ਰਹੂਗਾ, ਕਿਉਂਕਿ ਹੁਣ ਵਿੱਚ ਦੀ ਇਹ ਖਬਰ ਵੀ ਆ ਰਹੀ ਹੈ, ਸ਼ਹਿਰ ਜਿਹੜੇ ਹੈਗੇ ਮਿਸ਼ਰਾ ਸਾਹਿਬ ਮੰਤਰੀ ਸਾਹਿਬ, ਉਹਨਾਂ ਨੂੰ ਵੀ ਮਤਲਬ ਇਸ ਇਨਕੁਆਇਰੀ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਔਰ ਜੇ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ, ਉਹਨਾਂ ਦੇ ਬੇਟੇ ਦੇ ਦਿੰਦਾ, ਤੇ ਉਹ ਸਾਰਾ ਕੁਛ ਇਸ ਪ੍ਰੈਸ਼ਰ ਜਿਹੜਾ ਬਿਲਡ ਅਪ ਕੀਤਾ ਹੈਗਾ ਉਹਦਾ ਇੱਕ ਹੀ ਕਾਰਨ ਮੈਂ ਸਮਝਦਾ ਹੈਗਾ। ਤੇ ਇਹ ਮੈਂ ਤਾਂ ਇੰਨੇ ਕਹਿਣਾ ਚਾਹੁੰਦਾ ਸੀ। ਮਿਹਰਬਾਨੀ, ਧੰਨਵਾਦ ਜੀ। ਤੁਹਾਨੂੰ ਵੀ ਨਾਲੇ ਮਿੱਠੇ ਹਾਦਸੇ ਦੀਆਂ ਸਤਿ ਸ਼੍ਰੀ ਅਕਾਲ। ਬਿਲਕੁਲ ਜੀ। ਤੁਹਾਡਾ ਸਰ ਇੱਕ ਮਿੰਟ ਜੇ ਕੱਟੋਗੇ ਤਾਂ ਤੁਸੀਂ ਹੁਣ ਯਾਦ ਹੀ ਕਰਾਤਾ ਹੈਗਾ, ਤੁਸੀਂ ਜ਼ਿਕਰ ਕਰ ਰਹੇ ਸੀਗੇ ਵਿਆਹ ਵਾਲੇ ਦਿਨ ਦੀ, ਜਿਵੇਂ ਛੱਡ ਕੇ ਗਏ ਸੀ, ਕਿਉਂਕਿ ਅੱਜ ਚਲੋ ਮੇਰਾ ਮੈਰਿਜ ਐਨੀਵਰਸਰੀ ਵੀ ਸੀ, ਤੇ ਅਸੀਂ 6/7/90 ਨੂੰ ਮੇਰਾ ਸ਼ਗਨ ਸੀਗਾ, ਤੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਪਿੰਡ ਵਿੱਚ ਇੱਕ ਕਲੱਬ ਬਣਾਇਆ ਸੀਗਾ ਟਵਾਣਾ ਸਾਹਿਬ, ਸਰਬ ਸਾਂਝੀ ਸੁਧਾਰ ਸਭਾ।
ਉਦੋਂ ਅੱਤਵਾਦ ਦਾ ਪੂਰਾ ਟਾਈਮ ਸੀਗਾ, ਉੱਥੇ ਕੋਈ ਆਮ ਲੋਕੀ ਬਾਹਰ ਨਿਕਲਦਾ ਨਹੀਂ ਸੀ, ਲੇਕਿਨ ਫਿਰ ਵੀ ਅਸੀਂ ਪਿੰਡ ਦੇ ਨੌਜਵਾਨਾਂ ਨੇ ਉਦੋਂ ਕਲੱਬ ਬਣਾ ਕੇ ਕੰਮ ਕੀਤਾ। ਸਭ ਤੋਂ ਪਹਿਲੀ ਵਾਰੀ ਉਹਨਾਂ ਨੇ ਅਸੀਂ ਸੋਚਿਆ ਕਿ ਸਿਵੇ ਬਣਾਏ ਜਾਣ ਇੱਥੇ ਪੱਕੇ ਸਿਵਿਆਂ ਦੇ ਵਿੱਚ। ਹੈਲੋ, ਹਾਂ। ਤੇ ਜਦੋਂ ਸਿਵਿਆਂ ਦੇ ਮੰਗਣੇ ਵਾਲੇ ਦਿਨ ਜਿਹੜੇ ਸਾਡੇ ਉੱਥੇ ਲੈਂਟਰ ਪੈਣਾ ਸੀਗਾ, ਜਾਨੀ ਛੱਤ ਪੈਣੀ ਸੀਗੀ, ਜਿਹੜਾ ਉੱਥੇ ਕਮਰਾ ਬਣਾਇਆ ਸੀਗਾ, ਤੇ ਉੱਥੇ ਜਿਹੜੇ ਮਿਸਤਰੀ ਸੀਗੇ ਉੱਥੇ ਕੋਈ ਗਿਆ ਹੀ ਨਾ ਉਹਨਾਂ ਨੂੰ ਰੋਟੀ ਪਾਣੀ ਦੇਣਾ। ਤੇ ਮੈਨੂੰ ਉੱਥੋਂ ਸੁਨੇਹਾ ਆਇਆ, ਸ਼ਗਨ ਦੇ ਪੈ ਕੇ ਹਟੇ ਸੀ, ਕਹਿੰਦੇ ਵੀ ਮਿਸਤਰੀ ਤਾਂ ਹੱਟ ਕੇ ਬੈਠੇ ਆ, ਕਹਿੰਦੇ ਕਦੀ ਕੰਮ ਕਰਦੇ ਨਾਲ ਸਾਨੂੰ ਚਾਹ ਚਾਹੀਏ, ਕਿਸੇ ਨੇ ਨਾ ਰੋਟੀ ਕੁਛ ਵੀ ਨਹੀਂ ਭੇਜਿਆ। ਤਾਂ ਫਿਰ ਮੈਂ ਵੇਖਿਆ ਵੀ ਕੋਈ ਬੰਦਾ ਕੋਲੇ ਹੈ ਨਹੀਂ ਜਿਹੜਾ ਭੇਜਾ, ਤੇ ਮੈਂ ਖੁਦ ਜਦੋਂ ਰੋਟੀ ਲੈ ਕੇ ਗਿਆ ਸਿਵਿਆਂ ਦੇ, ਤਾਂ ਮੇਰੇ ਘਰ ਦੇ ਮੇਰੇ ਨਾਲ ਸਾਰੀ ਲੜਾਈ ਵੀ ਤੇਰੇ ਸ਼ਗਨ ਤੇ ਤੇਰੇ ਗਾਨਾ ਭੰਨਿਆ ਹੋਇਆ, ਤੂੰ ਸਿਵਾ ਜੀ ਤੁਰਿਆ ਫਿਰਦਾ ਹੈ, ਬੜੀ ਤੇਰੇ ਕੁੱਤੇ ਗਾਲੀ ਕੀਤੀ ਘਰਦਿਆਂ ਨੇ ਉਸ ਵੇਲੇ। ਉਹ ਮੇਰੇ ਕੁਦਰਤ ਯਾਦ ਆ ਗਿਆ। ਇਹ ਜਿਹੜੇ ਸ਼ਗਨਾਂ ਦੇ ਦਿਨਾਂ ਦੇ ਵਿੱਚ ਜਾਣਾ ਆਮ ਤੌਰ ਤੇ ਮਤਲਬ ਰੋਕਿਆ ਜਾਂਦਾ ਹੈਗਾ, ਲੇਕਿਨ ਫਿਰ ਵੀ ਕਈ ਵਾਰੀ ਤੁਸੀਂ ਜਿਵੇਂ ਜਿਹੜੇ ਜ਼ਿੰਮੇਵਾਰੀਆਂ ਹੁੰਦੀਆਂ ਨਿਭਾਉਣੀਆਂ ਪੈਂਦੀਆਂ। ਧੰਨਵਾਦ ਤੁਹਾਡਾ। ਥੈਂਕ ਯੂ। ਨਹੀਂ, ਕੋਈ ਏਦਾਂ ਦੀ ਗੱਲ ਨਹੀਂ। ਦੇਖੋ, ਧਿਆਣੀਆਂ ਡਾਕਟਰ ਬਣੀਆਂ, ਬਹੁਤ ਵਸਤਾ ਰਸਤਾ ਪਰਿਵਾਰ ਹੈ, ਸਾਰੇ ਵਹਿਮ ਨੇ। ਥੈਂਕ ਯੂ, ਸਤਿ ਸ਼੍ਰੀ ਅਕਾਲ, ਮਿਹਰਬਾਨੀ ਸੁਰਿੰਦਰ ਜੀ। ਸੁਰਿੰਦਰ ਜੀ, ਹੁਣ ਜਿਸ ਤਰ੍ਹਾਂ ਜਾਂਚ ਦੇ ਲਈ 2 ਮਹੀਨੇ ਦਾ ਸਮਾਂ ਨਿਯਤ ਕੀਤਾ ਗਿਆ, ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਪ੍ਰਦੀਪ ਕੁਮਾਰ ਇਸ ਲਖੀਮਪੁਰ ਕਾਂਡ ਦੀ ਜਾਂਚ ਕਰਨਗੇ ਤੇ 2 ਮਹੀਨੇ ਦਾ ਟਾਈਮ ਬਾਉਂਡ ਸਮਾਂ ਦਿੱਤਾ ਗਿਆ। ਇਸ ਕੇਸ ਤੇ ਹੋਰ ਕੀ ਅਪਡੇਟ ਹੈ? ਇਸ ਤੋਂ ਬਾਅਦ ਆਪਾਂ ਕਸ਼ਮੀਰ ਦੇ ਵਿੱਚ ਗੱਲ ਕਰਨੀ ਹੈ। ਉੱਥੇ ਵੀ 2 ਟੀਚਰਾਂ ਦਾ ਫਿਰ ਕਤਲ ਹੋਇਆ। ਕਸ਼ਮੀਰ ਦੇ ਵਿੱਚ ਵੀ ਇਹ ਜਾਤੀ ਹਿੰਸਾ ਜਿਹੜੀ ਹੈ ਇਹ ਵੋਟ ਫਲੋਰਿੰਗ ਦਾ ਕਾਰਨ ਬਣ ਰਹੀ ਹੈ। ਤੇ ਵਰੁਣ ਗਾਂਧੀ ਜਿਹੜੇ ਮੇਨਕਾ ਦੇ ਮੁੰਡੇ ਆ, ਉਹਨਾਂ ਨੇ ਵੀ ਬਿਆਨ ਦੇ ਦਿੱਤਾ ਕਿ ਇਹ ਜਿਹੜਾ ਖੀਰੀ ਦੇ ਵਿੱਚ ਜੋ ਪ੍ਰਦਰਸ਼ਨਕਾਰੀਆਂ ਨੂੰ, ਕਿਸਾਨਾਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ, ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਇਆ ਗਿਆ। ਇਹ ਵਰੁਣ ਜਿਹੜੇ ਗਾਂਧੀ ਨੇ, ਪੀਲੀਭੀਤ ਇਹਨਾਂ ਦਾ ਆਪਣਾ ਇਲਾਕਾ, ਵੋਟ ਬੈਂਕ ਵੀ ਹੈ, ਇਹਨਾਂ ਨੇ ਵੀ ਬੜੇ ਟਵੀਟ ਕੀਤੇ ਨੇ, ਬਹੁਤ ਸਖਤ ਅਲਫਾਜ਼ ਨੇ ਜਿਹੜੇ ਇਹਨਾਂ ਨੇ ਵੀ ਇਸ ਮਾਮਲੇ 'ਚ ਯੋਗੀ ਸਰਕਾਰ ਦੇ ਖਿਲਾਫ ਕੀਤੇ ਨੇ। ਹੋਰ ਵੀ ਜਿਹੜਾ ਬੀਜੇਪੀ ਦਾ ਨਾਰਾਜ਼ ਕੇਡਰ ਹੈ ਜੋ ਹਾਸ਼ੀਏ ਤੇ ਕੀਤਾ ਹੋਇਆ, ਉਹ ਵੀ, ਕਿਉਂਕਿ ਉਹ ਵੋਟ ਬੈਂਕ ਵੀ ਹੈ, ਕਈ ਸਾਰੇ ਕਾਰਨ ਨੇ, ਉਹ ਵੀ ਹੁਣ ਇਸ ਮਾਮਲੇ 'ਚ ਜੋਗੀ ਨੂੰ ਘੇਰਨ ਲੱਗੇ ਨੇ। ਇਸ ਲਖੀਮਪੁਰ ਕਾਂਡ ਤੇ ਕਰੋ ਕਿਹੜਾ ਬਾਈਂਡ ਅਪ, ਜੋ ਵੀ ਅਪਡੇਟ ਹੈ, ਉਸ ਤੋਂ ਬਾਅਦ ਫਿਰ ਆਪਾਂ ਕਸ਼ਮੀਰ ਦੀ ਗੱਲ ਕਰਾਂਗੇ। ਜੀ ਸੁਰਿੰਦਰ ਵੀਰ। ਪਹਿਲੀ ਗੱਲ ਤੇ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਦੋਨਾਂ ਨੇ ਬੜਾ ਸਖਤ ਰੁਖ ਅਖਤਿਆਰ ਕੀਤਾ ਸੀ ਇਸ ਸਾਰੇ ਸਭ ਕਾਸ਼ ਤੇ ਦੋਨਾਂ ਨੂੰ ਹੀ ਅੱਜ ਜਿਹੜੀ ਬੀਜੇਪੀ ਦੀ ਨੈਸ਼ਨਲ ਆਬਜੈਕਟਿਵ ਸੀ ਉਹਦੇ ਚੋਂ ਬਾਹਰ ਕੱਢ ਦਿੱਤਾ ਗਿਆ। ਯਾਨੀ ਕਿ ਸਿੱਧਮ ਸਿੱਧਾ ਇਹ ਸੀਗਾ ਕਿ ਜਿਹੜਾ ਬੋਲੂਗਾ ਉਹ ਬਾਹਰ ਜਾਏਗਾ। ਦੋਨਾਂ ਦੀ ਅੱਜ ਇਹ ਲਾ ਲਓ ਕਿ ਜੋ ਹਾਲਾਤ ਨੇ, ਉਹ ਲੱਗਦਾ ਆਉਣ ਵਾਲੇ ਦਿਨਾਂ 'ਚ ਬੀਜੇਪੀ ਤੋਂ ਦੋਨੋਂ ਬਾਹਰ ਹੋਣਗੇ। ਜੋ ਹਾਲਾਤ ਬਣਦੇ ਆ, ਕਿੱਧਰ ਜਾਂਦੇ ਆ? ਸਮਾਜਵਾਦੀ ਪਾਰਟੀ ਰਸਤਾ ਬਚਿਆ, ਹੋਰ ਤਾਂ ਕੋਈ ਬਚਿਆ ਨਹੀਂ ਹੋ ਸਕਦਾ। ਸਮਾਜਵਾਦੀ ਪਾਰਟੀ 'ਚ ਹੀ ਦੋਵਾਂ ਦੀ ਮਾਂ ਪੁੱਤ ਦੀ ਜਿਹੜੀ ਉਹ ਐਂਟਰੀ ਹੋਏਗੀ, ਕਿਉਂਕਿ ਕਾਂਗਰਸ ਤਾਂ ਆ ਨਹੀਂ ਸਕਦੇ ਨਾ, ਉੱਥੇ ਇਹਨਾਂ ਦੀ ਬਣਨੀ ਆ। ਪਰ ਕੁੱਲ ਮਿਲਾ ਕੇ ਆ, ਜੇ ਉਹਨਾਂ ਨੇ ਸੱਚੀ ਗੱਲ ਰੱਖੀ ਆ, ਸੱਚ ਸਾਹਮਣੇ ਲਿਆਉਣ ਦੀ ਗੱਲ ਕੀਤੀ ਆ, ਤੇ ਦੋਨੋਂ ਨੈਸ਼ਨਲ ਆਬਜੈਕਟਿਵ ਤੋਂ ਮਾਂ ਪੁੱਤ ਜਿਹੜੇ ਆ ਉਹ ਬਾਹਰ ਕਰ ਦਿੱਤੇ ਗਏ ਆ। ਹੁਣ ਰਹਿ ਗਈ ਗੱਲ, ਦੇਖੋ 2 ਮਹੀਨੇ ਦਾ ਸਮਾਂ ਦਿੱਤਾ ਗਿਆ, ਉਹ ਜਾਂਚ ਲਈ ਦਿੱਤਾ ਗਿਆ। ਜਾਂਚ ਅਲੱਗ ਆ, ਇਨਵੈਸਟੀਗੇਸ਼ਨ ਜਿਹੜੀ ਟੀਮ ਆ ਉਹ ਅਲੱਗ ਆ। 2 ਚੀਜ਼ਾਂ ਅਲੱਗ-ਅਲੱਗ ਨੇ। ਜਾਂਚ ਇਹ ਆ ਕਿ ਇਹ ਦੰਗੇ ਕਿਉਂ ਉੱਥੇ ਜਿਹੜੇ ਆ ਕੁਝ ਕੀਤਾ ਗਿਆ, ਉਹਦੇ ਪਿੱਛੇ ਕਿਹਦੀ ਸਾਜ਼ਿਸ਼ ਸੀ, ਕੀ ਕੁਛ ਸੀ, ਉਹ ਸਾਰਾ ਕੁਝ ਉਹਨਾਂ ਨੇ ਉਜਾਗਰ ਕਰਨਾ। ਲੇਕਿਨ ਜਿਹੜੀ ਇਨਵੈਸਟੀਗੇਸ਼ਨ ਟੀਮ ਆ ਜਿਹਨੇ ਇਹ ਸਾਰੇ ਕੇਸ ਨੂੰ ਇਨਵੈਸਟੀਗੇਟ ਕਰਨਾ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਾ, ਉਹ ਟੀਮ ਜਿਹੜੀ ਉਹ ਅਲੱਗ ਆ। ਦੋਨੋਂ ਟੀਮਾਂ ਅਲੱਗ-ਅਲੱਗ ਨੇ ਤੇ ਦੋਨਾਂ ਨੇ ਅਲੱਗ-ਅਲੱਗ ਕੰਮ ਕਰਨਾ। ਜੇ ਕਹਿ ਦੀ ਕਿ ਦੋਨਾਂ ਨੂੰ ਰਲਗੱਡ ਕਰ ਲਓ, ਦੋਨੋਂ ਰਲਗੱਡ ਨਹੀਂ, ਕਿਉਂਕਿ ਇਹ ਜਿਹੜੀ ਹਾਈ ਕੋਰਟ ਦੇ ਰਿਟਾਇਰਡ ਜੱਜ ਵਾਲੀ ਸੀ, ਇਹ ਮੰਗ ਰੱਖੀ ਸੀ ਕਿਸਾਨਾਂ ਨੇ। ਉਹਨਾਂ ਕਿਹਾ ਸੀ ਕਿ ਇੱਕ ਸਪੈਸ਼ਲ ਜਿਹੜੀ ਇਨਵੈਸਟੀਗੇਸ਼ਨ ਟੀਮ ਬਣੇ, ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ। ਦੂਜੀ ਉਹਨਾਂ ਕਿਹਾ ਸੀ ਕਿ ਹਾਈ ਕੋਰਟ ਦਾ ਰਿਟਾਇਰਡ ਜੱਜ ਹੋਵੇ ਜਿਹੜਾ ਇਹਦੀ ਜਾਂਚ ਕਰੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੇ, ਲੋਕਾਂ ਦੇ ਸਾਹਮਣੇ ਸਾਰਾ ਕੁਝ ਲੈ ਕੇ ਆਵੇ। ਉਸੇ ਕਰਕੇ ਸਾਰਾ ਕੁਝ ਜਿਹੜਾ ਉਹ ਬਣਿਆ ਵਾ। ਕੋਈ ਨਹੀਂ, ਹੁਣ ਦੇਖਣ ਵਾਲੀ ਗੱਲ ਆ ਕਿ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਇਹਨਾਂ ਨੇ ਕੱਲ ਨੂੰ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਹਲਫਨਾਮਾ ਦੇਣਾ ਕਿ ਕੀ ਹੁਣ ਤੱਕ ਪ੍ਰਗਤੀ ਹੋਈ ਆ, ਕਿਹਨੂੰ ਅਰੈਸਟ ਕੀਤਾ ਗਿਆ, ਉਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆਏਗਾ। ਕਿਉਂਕਿ ਵੀਡੀਓ ਵੀ ਨੇ, ਇੱਕ ਦੇ ਬਾਅਦ ਇੱਕ ਆ ਰਹੀਆਂ ਨੇ, ਤੇ ਉਹਦੇ 'ਚ ਕਿਤੇ ਨਾ ਕਿਤੇ ਸਰਕਾਰ ਜਿਹੜੀ ਉਹ ਕਸੂਤੀ ਫਸਦੀ ਜਿਹੜੀ ਉਹ ਦਿਖੂਗੀ ਤੇ ਸਰਕਾਰ ਆਪਣੀ ਚਮੜੀ ਬਚਾਉਣੀ ਚਾਹੂਗੀ ਤੇ ਨਾਲ ਦੀ ਨਾਲ ਕੇਂਦਰ ਸਰਕਾਰ, ਦੋਨੋਂ ਸੁਪਰੀਮ ਕੋਰਟ ਦੇ ਥਰੂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੀਆਂ। ਪਰ ਕਿੰਨਾ ਕੁ ਦੇਰ ਬਚਣਗੀਆਂ? ਬਚਿਆ ਨਹੀਂ ਜਾਣਾ, ਕਿਉਂਕਿ ਜਦੋਂ ਕੋਈ ਜਨ ਅੰਦੋਲਨ ਜਿਹੜਾ ਲੋਕਾਂ ਦਾ ਆਪਣਾ ਅੰਦੋਲਨ ਬਣ ਚੁੱਕਿਆ ਹੋਵੇ, ਉਹਨੂੰ ਕੁਚਲਿਆ ਨਹੀਂ ਜਾ ਸਕਦਾ। ਕੁਚਲਿਆ ਉਦੋਂ ਜਾ ਸਕਦਾ ਜਿਹਦੇ ਮਗਰ ਜਿਹੜੀ ਆ ਉਹ ਲੋਕਾਂ ਦਾ ਸਹਿਯੋਗ ਨਾ ਹੋਵੇ। ਜਦੋਂ ਲੋਕ ਵਨ ਸਾਈਡਡ ਹੋ ਕੇ ਖੜੇ ਹੋ ਜਾਣ ਤਾਂ ਫਿਰ ਉਹਨਾਂ ਨੂੰ ਕੁਚਲਣਾ ਜਿਹੜਾ ਉਹ ਮੁਸ਼ਕਲ ਜਿਹੜਾ ਉਹ ਹੋ ਜਾਂਦਾ। ਹੁਣ ਆ ਗਈ ਗੱਲ, ਤੁਸੀਂ ਜੰਮੂ ਕਸ਼ਮੀਰ ਦੀ ਕੀਤੀ ਆ,
ਪਰਮਿੰਦਰ ਅੱਜ ਦੇਖੋ ਮੈਨੂੰ ਲੱਗਦਾ ਹੋ ਸਕਦਾ ਕਿ ਉਹ ਸਰਕਾਰੀ ਛੜਯੰਤਰ ਹੋਵੇ। ਦੇਖੋ ਉੱਥੇ ਜਿਹੜੀ ਮੁਹੰਮਦਨ ਲੜਕੀ ਆ ਜਿਹੜੀ ਟੀਚਰ ਸੀ ਉਹਨੂੰ ਪਾਸੇ ਕਰ ਦਿੱਤਾ ਗਿਆ, ਉਹਨੂੰ ਕੁਝ ਨਹੀਂ ਕਿਹਾ ਗਿਆ। ਇੱਕ ਪ੍ਰਿੰਸੀਪਲ ਆ ਜਿਹੜੀ ਜਿਹੜੀ ਕਿ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਇੱਕ ਹਿੰਦੂ ਫੈਮਿਲੀ ਨੂੰ ਟੀਚਰ ਬਿਲੋਂਗ ਕਰਦੀ, ਦੋਨਾਂ ਦਾ ਕਤਲ ਹੋਇਆ। ਠੀਕ ਹੈ, ਤੇ ਮੁਹੰਮਦਨ ਨੂੰ ਛੱਡਣਾ, ਇਹ ਮੈਨੂੰ ਲੱਗਦਾ ਕਿ ਅੱਗੇ ਚੋਣ ਆ ਰਹੀ ਆ, ਜਿਹੜਾ ਜਿਸ ਤਰ੍ਹਾਂ ਪੁਲਵਾਮਾ ਵਾਲੀ ਖੇਡ ਖੇਡੀ ਗਈ ਸੀ ਉਹੀ ਕੁਝ ਜਾਣ ਬੁੱਝ ਕੇ ਖੇਡਿਆ ਗਿਆ। ਸਰਕਾਰੀ ਛੜਯੰਤਰ ਵੀ ਹੋ ਸਕਦਾ ਵਾ, ਇਹ ਨਹੀਂ ਹੈ ਕਿ ਆਪਾਂ ਕੱਲਾ ਇੱਕੋ ਹੀ ਧਿਰ ਨੂੰ ਲਈ ਜਾਈਏ ਕਿ ਉਹ ਧਿਰ ਕਰ ਸਕਦੀ। ਸਰਕਾਰ ਦੀ ਵੀ ਇਹਦੇ ਵਿੱਚ ਕੋਈ ਨਾ ਕੋਈ ਅਜਿਹੀ ਸ਼ਮੂਲੀਅਤ ਹੋ ਸਕਦੀ ਹੈ। ਸਰਕਾਰੀ ਬੰਦੇ ਹੋ ਸਕਦੇ ਆ ਜਿਹੜੇ ਉਹਨਾਂ ਜਥੇਬੰਦੀਆਂ 'ਚ ਬੜੇ ਹੋਣ, ਉਹਨਾਂ ਵੱਲੋਂ ਜ਼ਿੰਮੇਵਾਰੀ ਵੀ ਲੈ ਲੈਣ ਸਭ ਕੁਝ। ਪਰ ਮੈਨੂੰ ਇਹ ਛੜਯੰਤਰ ਜਿਹੜਾ ਇਹ ਲੱਗਦਾ ਨਹੀਂ ਤਾਂ ਏਦਾਂ ਦੀ ਗੱਲ ਨਹੀਂ ਹੁੰਦੀ ਜਿਹੜੀ ਉੱਥੇ ਵਾਪਰ ਗਈ ਆ। ਪੁਸ਼ਪਿੰਦਰ ਅਤੇ ਦੀਪਕ ਦਾ ਕਤਲ ਹੋਇਆ, ਇਸ ਦੌਰਾਨ ਕਿਤੇ ਨਾ ਕਿਤੇ ਜੇ ਇਹਦਾ ਮਾਈਲੇਜ ਵੇਖੀ ਜਾਵੇ, ਕਿਉਂਕਿ ਬਹੁਤੀਆਂ ਘਟਨਾਵਾਂ ਜਿਹਦੀ ਮਾਈਲੇਜ ਮਿਲਦੀ ਹੈ ਇਹਦੇ 'ਚ ਇਸ ਵਕਤ ਜਿਹੜੀਆਂ ਕਸ਼ਮੀਰੀ ਧਿਰਾਂ ਨੇ ਉਹਨਾਂ ਨੂੰ ਕੋਈ ਬਹੁਤੀ ਮਾਈਲੇਜ ਨਹੀਂ ਹੈ, ਕਿਉਂਕਿ ਉਹਨਾਂ ਦੇ ਅਗੇਂਸਟ ਜਾਂਦਾ ਹੈ ਸਾਰਾ ਕੁਝ। ਉਹ ਏਜੰਸੀਆਂ ਦੇ ਬੰਦੇ ਨੇ। ਹੁਣ ਤੁਸੀਂ ਦੇਖੋ ਕਿ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਤਾਲਿਬਾਨ, ਅਫਗਾਨਿਸਤਾਨ ਦੇ ਵਿੱਚ ਵੀ ਸਿੱਖ ਗੁਰੂ ਘਰ ਨੂੰ ਟਾਰਗੇਟ ਕੀਤਾ ਗਿਆ। ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਉਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਰਿਐਕਸ਼ਨ ਉਸ ਦੇ ਵਿੱਚ ਜਾਂਦਾ ਹੈ। ਉਹ ਕਿਤੇ ਨਾ ਕਿਤੇ ਘਟਨਾਵਾਂ ਜਿਹੜੀਆਂ ਨੇ ਉਹ ਹੁਣ ਯੂਪੀ ਦੇ ਵਿੱਚ ਇਹ ਚੀਜ਼ ਕੈਸ਼ ਹੁੰਦੀ ਹੈ। ਜਿਹੜਾ ਹਿੰਦੂ ਵੋਟ ਬੈਂਕ ਹੈ ਜਾਂ ਸਿੱਖ ਵੋਟ ਬੈਂਕ ਹੈ, ਉਹ ਸਪੋਰਟ ਕਿਤੇ ਨਾ ਕਿਤੇ ਉਸ ਨੂੰ ਜਾਂਦੀ ਹੈ। ਇਹਦਾ ਬਹੁਤਾ ਮਾਈਲੇਜ ਜਿਹੜੀਆਂ ਨੇ ਹਿੰਦੂਵਾਦੀ ਪਾਰਟੀਆਂ ਨੂੰ ਜਾਂ ਸਿੱਖ ਪਾਰਟੀਆਂ ਨੂੰ ਇਹਦੇ ਵਿੱਚ ਹੁੰਦਾ ਹੈ। ਤੇ ਹੁਣ ਜੇ ਸਿੱਖ ਦਾ ਵੀ ਕਤਲ ਹੋਇਆ ਤਾਂ ਜਿਹੜੀ ਹਿੰਦੂ, ਮਾਫ ਕਰਨਾ, ਸਿੱਖ ਬਨਾਮ ਮੁਸਲਿਮ ਇਕਜੁੱਟਤਾ ਹੋ ਰਹੀ ਹੈ, ਕਿਤੇ ਨਾ ਕਿਤੇ ਉਹ ਕੜੀਆਂ ਵੀ ਟੁੱਟਦੀਆਂ ਨੇ। ਜਦੋਂ ਸੀਏ ਕਾਨੂੰਨ ਦਾ ਮਾਮਲਾ ਸੀ, ਬਹੁਤ ਸਾਰੇ ਸਿੱਖਾਂ ਨੇ ਭਾਰਤ ਭਰ ਦੇ ਵਿੱਚੋਂ ਮੁਸਲਿਮ ਲੜਕੀਆਂ ਨੂੰ ਜਿਹੜਾ ਹਿਫਾਜ਼ਤ ਦੇ ਨਾਲ ਕਸ਼ਮੀਰ ਪਹੁੰਚਾਇਆ। ਹੁਣ ਉੱਥੇ ਕਿਸਾਨ ਅੰਦੋਲਨ 'ਚ ਸਿੱਖ ਬਨਾਮ ਮੁਸਲਮਾਨ ਦੇ ਲੰਗਰ ਲੱਗ ਰਹੇ ਨੇ ਪਿਛਲੇ ਸਮੇਂ ਤੋਂ। ਕੁਝ ਸਰਕਮਸਟੈਂਸ, ਕਿਉਂਕਿ ਤਿੰਨ ਧਿਰੀ ਸਿਆਸਤ ਇਸ ਖਿੱਤੇ 'ਚ ਰਹਿੰਦੀ ਹੈ, ਹਿੰਦੂ ਸਿੱਖ ਮੁਸਲਿਮ, ਦੋ ਧਿਰਾਂ ਇੱਕ ਪਾਸੇ ਇਕਜੁੱਟ ਹੁੰਦੀਆਂ ਨੇ, ਦੋ ਇੱਕ ਰਹਿ ਜਾਂਦੀ ਹੈ। ਉੱਥੇ ਜਿਹੜਾ ਇਹ ਕਿਤੇ ਨਾ ਕਿਤੇ ਸਮੀਕਰਨ ਹੈ ਨਾ, ਇਹ ਤਿੰਨ ਪੁੜਾਂ ਦੇ ਵਿੱਚ ਫਸਦਾ ਹੀ ਇਹ ਪਬਲਿਕ ਹੈ, ਇਹ ਟਾਰਗੇਟ ਕੀਤਾ ਜਾਂਦਾ। ਇਹੀ ਕੁਝ ਪੰਜਾਬ 'ਚ ਹੁੰਦਾ। ਹੁਣ RSS ਤੇ ਜਗਦੀਸ਼ ਗੰਗਨੇਜਾ ਦਾ ਜਾਂ ਹੋਰਾਂ ਹਿੰਦੂਆਂ ਦਾ ਕਤਲ ਹੋਣਾ 17 ਦੇ ਵਿੱਚ, ਉਹਦੇ ਕਿਤੇ ਨਾ ਕਿਤੇ ਸਮੀਕਰਨ ਇਸ ਪਾਸੇ ਜਾਂਦੇ ਨੇ। ਇਸੇ ਦੌਰਾਨ ਲਖੀਮਪੁਰ ਹਿੰਸਾ ਜਾਂ ਇਸ ਸਾਰੇ ਮਾਮਲੇ ਦੇ ਨਾਲ ਜੇ ਪੰਜਾਬ ਦੀ ਸਥਿਤੀ ਦੀ ਗੱਲ ਕਰੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਸਾਹਿਬ ਨਾਲ ਮੁਲਾਕਾਤ ਹੋ ਸਕਦੀ ਹੈ। ਕੈਪਟਨ ਅਮਰਿੰਦਰ ਦੇ ਕਿਸ ਪਾਸੇ ਨੂੰ ਜਾ ਰਹੇ ਨੇ ਸਮੀਕਰਨ? ਜੀ ਸੁਰਿੰਦਰ। ਮੈਨੂੰ ਲੱਗਦਾ ਅਜੇ ਤਾਂ ਪੰਡਤ ਨੂੰ ਪੁੱਛਦਾ ਹੋਣਾ। ਕੱਲ ਤੇ ਮਹਾਰਾਣੀ ਪ੍ਰਨੀਤ ਕੌਰ ਦੇ ਪਹੁੰਚ ਗਿਆ ਸੀਗਾ, ਜਿਹੜਾ ਸਰਕਾਰੀ ਰਿਹਾਇਸ਼ ਆ ਉੱਥੇ ਪਹੁੰਚ ਗਿਆ ਸੀ ਕੱਲ। ਉਹਦੇ ਬਾਅਦ ਅੱਜ ਉਹ ਕੋਈ ਸੁੱਗ ਚੀਜ਼ ਨਿਕਲੀ ਨਹੀਂ ਅਜੇ ਤੱਕ। ਦੇਖੋ ਸ਼ਾਇਦ ਰਾਤ ਤੱਕ ਨਿਕਲ ਆਵੇ ਕਿ ਕਿਹੜੇ ਬੰਨੇ ਆ, ਜਾਂ ਉੱਥੇ ਬੈਠੇ ਆ ਕਿ ਜਾਂ ਵੈਸੇ ਤਾਂ ਅੱਜ ਤੱਕ ਕਦੀ ਪ੍ਰਨੀਤ ਕੌਰ ਦਾ ਜਿਹੜੀ ਸਰਕਾਰੀ ਰਿਹਾਇਸ਼ ਉੱਥੇ ਗਏ ਨਹੀਂ ਸੀਗੇ, ਪਰ ਉਹਦੇ ਤੋਂ ਉਤਰਨ ਤੋਂ ਬਾਅਦ ਜਾਣੇ ਸ਼ੁਰੂ ਹੋਏ ਆ। ਪਤਾ ਨਹੀਂ ਕਪੂਰਥਲਾ ਹਾਊਸ ਜਾਂ ਪੰਜਾਬ ਸਰਕਾਰ ਨੇ ਬੈਨ ਕਰ ਦਿੱਤਾ ਹੋਊਗਾ ਕਿ ਨਹੀਂ ਵੜ ਸਕਦੇ, ਕੀ ਕਾਰਨ ਆ। ਨਹੀਂ ਤੇ ਉਹ ਤਾਂ ਕਪੂਰਥਲਾ ਹਾਊਸ ਤਾਂ ਪੱਕਾ ਹੀ ਸੀ ਇਹਨਾਂ ਦੇ ਕੋਲੇ, ਉੱਥੇ ਤਾਂ ਗੱਲ ਹੀ ਨਹੀਂ ਸੀ ਕਿ ਹੋਰ ਕਿਸੇ ਦੀ ਐਂਟਰੀ ਨਹੀਂ ਹੋ ਸਕਦੀ ਸੀ। ਕੈਪਟਨ ਅਮਰਿੰਦਰ ਸਿੰਘ ਜਦੋਂ ਤੋਂ 2002 ਤੋਂ ਸੱਤਾ 'ਚ ਆਇਆ ਤੇ ਉਦੋਂ ਤੋਂ ਇਹ ਕਪੂਰਥਲਾ ਹਾਊਸ ਹੀ ਬੈਠਦਾ ਸੀ ਜਾ ਕੇ, ਕਦੀ ਇਹ ਪੰਜਾਬ ਭਵਨ ਤਾਂ ਗਿਆ ਹੀ ਨਹੀਂ ਸੀ। ਜਦੋਂ ਕਿ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਤੇ ਮੁੱਖ ਸਕੱਤਰ ਦੀ ਇੱਕ ਰਿਹਾਇਸ਼ ਜਿਹੜੀ ਉਹ ਬੜੀ ਟੌਪ ਦੀ ਰਿਹਾਇਸ਼ ਆ, ਜਿਹਨੂੰ ਕਿ ਕਦੀ ਕੋਈ ਤੀਸਰਾ ਵਿਅਕਤੀ ਉੱਥੇ ਠਹਿਰ ਹੀ ਨਹੀਂ ਸਕਦਾ ਜਾ ਕੇ, ਪਰ ਕਦੀ ਵੀ ਨਹੀਂ ਹੋਇਆ। ਨਾ ਉੱਥੇ ਮੁੱਖ ਸਕੱਤਰ ਤੇ ਚਲੇ ਜਾਂਦਾ ਸੀ, ਪਰ ਮੁੱਖ ਮੰਤਰੀ ਜਿਹੜਾ ਉਹ ਕਦੀ ਵੀ ਪੰਜਾਬ ਭਵਨ ਨਹੀਂ ਸੀ ਗਿਆ। ਹਾਂ, 2002 ਤੋਂ 7 ਤੱਕ ਦਿਨ 'ਚ ਕਈ ਵਾਰੀ ਜਾਂਦਾ ਹੁੰਦਾ ਸੀ ਗੇੜਾ ਕੱਢ ਕੇ, ਤੇ ਰਾਤ ਆ ਕੇ ਦੁਬਾਰਾ ਇਹਨੇ ਕਪੂਰਥਲਾ ਹਾਊਸ ਹੀ ਕੱਟਣੀ ਸੀ। ਦਿਨ ਕਈ ਵਾਰੀ ਇਹ ਸੁਣਨ 'ਚ ਆਇਆ ਸੀਗਾ, ਦਿਨ 'ਚ ਉੱਥੇ ਹੁੰਦਾ ਸੀ, ਪਤਾ ਨਹੀਂ ਘੰਟੇ ਬੈਠਦਾ ਸੀ, 2 ਬੈਠਦਾ ਸੀ ਕਿ 4 ਬੈਠਦਾ ਸੀ, ਦਿਨ 'ਚ ਬੈਠ ਕੇ ਵਾਪਸੀ ਆ ਗਈ। ਪਰ ਪਹਿਲੀ ਵਾਰ ਆ ਕਿ ਪ੍ਰਨੀਤ ਕੌਰ ਦੀ ਕੋਠੀ 'ਚ ਜਾ ਕੇ ਦਿੱਲੀ ਜਿਹੜੀ ਰਿਹਾਇਸ਼ ਆ ਉੱਥੇ ਰੁਕਿਆ। ਪਰ ਅੱਜ ਕੋਈ ਅਪਡੇਟ ਜਿਹੜੀ ਉਹ ਅਜੇ ਤੱਕ ਨਹੀਂ ਸਾਹਮਣੇ ਆਈ। ਚਲੋ ਜਿੱਦਾਂ ਵੀ ਹੋਊਗੀ, ਰਾਤ ਮੁਲਾਕਾਤ ਹੁੰਦੀ ਆ, ਕੱਲ ਦੇਰ ਹੁੰਦੀ ਆ, ਪਤਾ ਲੱਗ ਜੂਗਾ ਜਿਹੜੀ ਵੀ ਹੋਈ। ਬਿਲਕੁਲ। ਆਓ ਮੋਦੀ ਸਾਹਿਬ ਵੀ ਫ੍ਰੀ ਨੇ, ਕਿਹੜਾ ਨਿਆਣੇ ਨਿੱਕੇ ਸਾਹਮਣੇ ਆ, ਵਿਹਲੇ ਹੀ ਆ, ਅਵੇਲੇਬਿਲਟੀ 24 ਘੰਟੇ ਆ। ਇੱਧਰੋਂ ਵੀ ਕੰਮ ਏਦਾਂ ਦਾ ਹੀ ਹੈ, ਮਿੱਤਰਾਂ ਦਾ ਵੀ। ਸੋ ਇਸ ਦੌਰਾਨ ਸਮੀਕਰਨ ਇਸ ਪਾਸੇ ਭਾਜਪਾ ਨਾਲ ਇਹ ਕਹਿ ਦੇਣਾ ਕਿ ਮੈਂ ਭਾਜਪਾ 'ਚ ਨਹੀਂ, ਇਹਦੇ 'ਚ ਉਦੋਂ ਨਿੱਘੀ ਜਾਰੀ ਹੋਰ ਕੀ ਹੋ ਸਕਦੀ ਹੈ।
है ना। ਜੇ ਤੁਹਾਨੂੰ ਐਡਾ ਹੇਜ ਹੈ, ਤੁਸੀਂ ਇਕੱਲੇ ਹੋ, ਸਿੱਖਾਂ ਦੇ ਹਮਾਇਤੀ ਕਹਾਉਂਦੇ ਹੋ, ਜਾਓ ਯੂਪੀ ਜਾ ਕੇ ਮਿਲੋ ਆਪਣੇ ਤੌਰ ਤੇ ਕਿਸਾਨਾਂ ਨੂੰ, ਤੁਹਾਨੂੰ ਕਿਹੜਾ ਕਿਸਾਨ ਰੋਕਦੇ ਆ ਜੇ ਸਿੱਖਾਂ ਦੀ ਦਾਅਵੇਦਾਰੀ ਜਤਾਉਂਦੇ ਹੋ। ਤੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਕਾਫਲੇ ਕਾਰਨ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਹੀ ਬਹੁਤ ਪਰੇਸ਼ਾਨ ਹੋਏ, ਜ਼ੀਰਕਪੁਰ ਤੱਕ ਜਿੱਥੇ ਉਹਨਾਂ ਨੂੰ ਅਰੈਸਟ ਕੀਤਾ ਗਿਆ, ਤੇ ਲੋਕੀ ਬਹੁਤ ਪਰੇਸ਼ਾਨ ਹੋਏ। ਨਵਜੋਤ ਸਿੰਘ ਸਿੱਧੂ ਦੀਆਂ ਇਹ ਚੀਜ਼ਾਂ ਉਹਨਾਂ ਦੇ ਖਿਲਾਫ ਜਾਂਦੀਆਂ ਨੇ। ਭਾਈ ਪੰਡਤ ਦੇ ਚੱਕਰਾਂ 'ਚ ਨਾ ਪਾਓ, ਥੋੜੀ ਜਿਹੀ ਸਿਆਣੇ ਬੰਦਿਆਂ ਦੀ ਸਲਾਹ ਕਰਦਾ ਤੁਸੀਂ ਬਹੁਤ ਬਣਾ ਲਏ ਨੇ, ਪਰ ਸਮਝਾਉਣ ਵਾਲੇ ਸ਼ਾਇਦ ਤੁਹਾਨੂੰ ਘੱਟ ਨੇ ਜਾਂ ਤੁਸੀਂ ਸੁਣਦੇ ਨਹੀਂ। ਉਧਰ ਭਾਜਪਾ ਦਾ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਜਿਹੜਾ ਮੰਤਰੀ ਸੰਦੀਪ ਸਿੰਘ ਆ, ਖੇਡ ਮੰਤਰੀ, ਇਹ ਨਾਰਾਇਣਗੜ੍ਹ ਸਢੌਰਾ ਸੜਕ ਤੇ ਸੈਣੀ ਭਵਨ ਦੇ ਵਿੱਚ ਇੱਕ ਸਮਾਰੋਹ ਦੇ ਵਿੱਚ ਆਏ ਸਨ ਤੇ ਕਿਸਾਨ ਇਕੱਤਰ ਹੋ ਗਏ। ਇਸ ਦੌਰਾਨ ਇੱਕ ਕਾਰ ਨੂੰ ਇਸ ਨੇਤਾ ਦੀ ਕਾਰ ਨੇ ਫੇਟ ਮਾਰ ਦਿੱਤੀ, ਜਿਸ ਦੇ ਵਿੱਚ ਭਵਨਪ੍ਰੀਤ ਸਿੰਘ ਦੀ ਲੱਤ ਤੇ ਸੱਟ ਲੱਗੀ। ਹਸਪਤਾਲ ਲਿਆਂਦਾ ਗਿਆ, ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਹੈ ਜਿਹੜੀ ਚੰਡੂਨੀ ਗਰੁੱਪ ਵੱਲੋਂ ਦਿੱਤੀ ਗਈ ਹੈ। ਇਹ ਵਰਤਾਰਾ ਕਿੱਦਾਂ ਹੁਣ ਦੱਸੂ? ਇਹ ਦੇਖੋ, ਸਪੋਰਟਸ ਮੰਤਰੀ ਬਣਿਆ ਸੀਗਾ ਸੰਦੀਪ ਸਿੰਘ, ਬੜਾ ਉਤਸ਼ਾਹ ਸੀ, ਪਰ ਹੁਣ ਇਹ ਜਿਹੜਾ ਵਿਰੋਧ ਦਾ ਸਾਹਮਣਾ ਖਾਸ ਕਰਕੇ ਨਾਇਬ ਸਿੰਘ ਸੈਣੀ ਕਰਕੇ ਸੰਦੀਪ ਦੇ ਵੀ ਗਾਲੇ ਬਲਾ ਪੈਗੀ। ਕੀ ਵੇਖਦੇ ਹੋ ਵਰਤਾਰਾ? ਤੇ ਉਸ ਤੋਂ ਬਾਅਦ ਇੱਧਰ ਪੰਜਾਬ 'ਚ ਵਿੱਤ ਮੰਤਰੀ ਸਾਹਿਬ ਘੇਰ ਲਏ, ਆਪਾਂ ਉੱਧਰ ਵੀ ਆਉਂਦੇ ਹਾਂ। ਤੇ ਥੋੜਾ ਜਿਹਾ ਸੇਵਾ ਸਿੰਘ ਸੇਖਵਾਂ ਦਾ ਦੇਹਾਂਤ ਤੇ ਆਪਾਂ ਗੱਲ ਨਹੀਂ ਕਰ ਸਕੀ। ਤੁਸੀਂ ਵੇਖੋ ਕਿ ਉਹ ਵੀ ਮਤਲਬ ਉਮਰ ਦੇ ਆਖਰੀ ਪਲ ਤੇ ਕਿਵੇਂ ਉਹਨਾਂ ਨੇ ਪਾਰਟੀਆਂ ਬਦਲੀਆਂ ਨੇ। ਆਪਣੀ ਰਵਾਇਤੀ ਪਾਰਟੀ 'ਚ ਰਹਿੰਦੇ ਸ਼ਾਇਦ ਕਿਤੇ ਨਾ ਕਿਤੇ ਆਧਾਰ ਰਹਿੰਦਾ, ਪਰ ਸ਼ਾਇਦ ਆਪਣੇ ਬੱਚਿਆਂ ਦਾ ਫਿਊਚਰ ਉਹਨਾਂ ਨੇ ਵੇਖਿਆ ਤੇ ਆਖਰੀ ਦੌਰ ਦੇ ਵਿੱਚ ਆ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਲੜ ਫੜਿਆ। ਉਹਨਾਂ ਤੇ ਵੀ ਅਪਡੇਟ ਜ਼ਰੂਰ ਦਿਓ ਜੀ ਸੁਰਿੰਦਰ। ਦੇਖੋ, ਜਿੱਥੋਂ ਤੱਕ ਨਾਰਾਇਣਗੜ੍ਹ ਜਿਹੜਾ ਇੰਸੀਡੈਂਟ ਵਾਪਰਿਆ, ਹੁਣ ਗੱਲ ਦੇਖੋ, ਵਿਰੋਧ ਪ੍ਰਦਰਸ਼ਨ ਕਰਨਾ ਤਾਂ ਹਰ ਇੱਕ ਦਾ ਡੈਮੋਕ੍ਰੈਟਿਕ ਰਾਈਟ ਹੈ, ਉਹ ਕਰਦੇ ਨੇ। ਤੁਸੀਂ ਆਪਣਾ ਲੰਘ ਜਾਓ। ਉਹਨਾਂ ਨੇ ਕੀ ਤੁਹਾਡਾ ਕਾਫਲਾ ਰੋਕਿਆ? ਕੀ ਉਹਨਾਂ ਨੇ ਤੁਹਾਡੇ ਡਾਂਗ ਮਾਰੀ ਆ? ਕੀ ਉਹਨਾਂ ਤੁਹਾਡੇ ਤੇ ਪੱਥਰਬਾਜ਼ੀ ਕੀਤੀ ਆ? ਤੁਸੀਂ ਕਿਉਂ ਬੇਵਕੂਫੀਆਂ ਕਰਦੇ ਹੋ? ਜਿਹੜਾ ਕੁਛ ਤੁਸੀਂ ਲਖੀਮਪੁਰ ਖੀਰੀ 'ਚ ਕੀਤਾ, ਜਿਹੜਾ ਕੁਛ ਤੁਸੀਂ ਕਰਨਾਲ 'ਚ ਕੀਤਾ, ਜਿਹੜਾ ਕੁਛ ਤੁਸੀਂ ਹਿਸਾਰ 'ਚ ਤੇ ਸਰਸੇ 'ਚ ਕੀਤਾ, ਉਹੀ ਕੁਛ ਤੁਸੀਂ ਇੱਥੇ ਕਰਨ ਆ ਗਏ ਹੋ। ਹੁਣ ਜਾਣ ਬੁੱਝ ਕੇ ਅਕਸਾਉਂਦੇ ਹੋ, ਫਿਰ ਝੁੱਕ ਕੇ ਸਮਝੌਤੇ ਕਰਦੇ ਜਦੋਂ ਨੱਕਦਮ ਹੁੰਦਾ। ਜੇ ਇਹਨਾਂ ਕਰਤੂਤਾਂ ਤੇ ਨਾ ਉਤਰੋ, ਸਿੱਧੇ ਲੰਘ ਜਾਓ, ਕਰਨ ਤੋਂ ਪ੍ਰੋਟੈਸਟ ਕਰਨਾ। ਜਿੱਦਣ ਤੁਸੀਂ ਆਪੋਜੀਸ਼ਨ 'ਚ ਤੁਸੀਂ ਕਿਹੜਾ ਨਹੀਂ ਸੀ ਕਰਦੇ? ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਕੀ ਹੋਇਆ ਸੀਗਾ? ਜਿੱਥੋਂ ਤੁਸੀਂ ਸੱਤਾ 'ਚ ਤੁਹਾਡੀ ਦੂਸਰਾ ਕੇਂਦਰ ਦੇ ਵਿੱਚ ਵਾਪਸੀ ਹੋਈ ਆ, ਉਹ ਕਿੱਥੋਂ ਸੀ? ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਹੀ ਹੋਈ ਸੀ ਨਾ। ਇਸ ਕਰਕੇ ਜਿਹੜੇ ਵਿਰੋਧੀ ਸੱਤਾਧਾਰੀ ਧਿਰ ਆ, ਉਹਨੂੰ ਬੜੀ ਹਲੀਮੀ ਨਾਲ ਚੱਲਣਾ ਪੈਣਾ ਤੇ ਵਿਰੋਧੀਆਂ ਨੇ ਵਿਰੋਧ ਕਰਨਾ ਹੀ ਕਰਨਾ ਵਾ। ਗੱਲ ਇਹ ਆ ਕਿ ਤੁਸੀਂ ਸੰਭਲ ਕੇ ਚੱਲੋ ਤੇ ਆਪੇ ਰੌਲਾ ਖਤਮ ਹੋ ਜਾਏ। ਪਰ ਬਦਕਿਸਮਤੀ ਇਹ ਕੁਛ ਨਹੀਂ ਹੁੰਦਾ। ਇਹ ਜੋ ਕੁਛ ਕਰ ਰਹੇ ਨੇ, ਮਾਹੌਲ ਖੁਦ ਵਿਗਾੜ ਰਹੇ ਨੇ ਤੇ ਵਿਗੜੇ ਹੋਏ ਮਾਹੌਲ ਦੇ ਵਿੱਚ ਬੀਜੇਪੀ ਦਾ ਨੈਸ਼ਨਲ ਲੈਵਲ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹੋਏਗਾ ਹੀ ਹੋਏਗਾ। ਯੂਪੀ ਦੇ ਵਿੱਚ ਮੰਦਭਾਗਾ ਹਾਦਸਾ ਵਾਪਰਿਆ, 27 ਲੋਕ ਜ਼ਖਮੀ ਨੇ, 15 ਲੋਕਾਂ ਦੀ ਮੌਤ ਹੋ ਗਈ ਹੈ। ਜਿਹੜਾ ਵੋਲਵੋ ਬੱਸ ਦਾ ਹਾਦਸਾ ਦਰਪੇਸ਼ ਆਇਆ ਬਾਰਾਬੰਕੀ ਦੇ ਲਾਗੇ ਬਾਬੂਰੀ ਪਿੰਡ ਦੇ ਵਿੱਚ, ਯੋਗੀ ਸਰਕਾਰ ਨੇ 2-2 ਲੱਖ ਰੁਪਏ ਮ੍ਰਿਤਕਾਂ ਨੂੰ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਦੇ ਨਿਰਦੇਸ਼ ਦਿੱਤੇ ਨੇ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਹਾਦਸੇ ਤੇ ਦੁੱਖ ਪ੍ਰਗਟਾਇਆ। ਪੀੜਤ ਪਰਿਵਾਰਾਂ ਨੂੰ 2-2 ਲੱਖ ਤੇ ਜ਼ਖਮੀਆਂ ਨੂੰ 50-50 ਹਜ਼ਾਰ ਮੁਆਵਜ਼ਾ ਰੇਸ਼ੀ ਦੇਣ ਦਾ ਐਲਾਨ ਪੀਐਮ ਫੰਡ ਚੋਂ ਵੀ ਕੀਤਾ ਗਿਆ। ਸੀਐਮ ਫੰਡ ਚੋਂ ਵੀ, ਪੀਐਮ ਫੰਡ ਦੇ ਵਿੱਚੋਂ ਵੀ 4 ਲੱਖ ਹੋ ਗਿਆ ਦੋਨਾਂ ਦਾ। ਇਸ ਦੌਰਾਨ ਇਹ ਜਿਹੜਾ ਸ਼ਾਇਦ ਮੈਨੂੰ ਕਿਤੇ ਨਾਂ ਦੱਸਿਆ ਹੋਵੇ, ਲਖੀਮਪੁਰ ਕਾਂਡ ਤੇ ਮੋਦੀ ਸਾਹਿਬ ਦਾ ਨਜ਼ਰੀਆ ਕਿੱਥੇ ਹੈ? ਪੰਜਾਬ ਭਾਜਪਾ, ਕਿਉਂਕਿ ਸਿੱਖ ਕਮਿਊਨਿਟੀ ਨਾਲ ਜੁੜੇ ਲੋਕ ਸੀਗੇ, ਜੇ ਆਪਾਂ ਬਾਕੀ ਦੀ ਨਾ ਗੱਲ ਕਰੀਏ, ਪੱਤਰਕਾਰ ਨੂੰ ਵੀ ਛੱਡ ਦਈਏ, ਤਾਂ ਪੰਜਾਬ ਭਾਜਪਾ, ਪੰਜਾਬ ਨਾਲ ਹੁਣ ਇੱਥੇ ਲਾਲਪੁਰਾ ਸਾਹਿਬ ਜਾਂ ਹੋਰ ਲੋਕ ਵੀ ਨੇ, ਇਹਨਾਂ ਦੀ ਖਾਸ ਕਰਕੇ ਪੰਜਾਬ ਭਾਜਪਾ ਦੀ ਚੁੱਪੀ ਇਹ ਸਵਾਲ ਖੜੇ ਕਰਦੀ ਹੈ। ਤੇ ਦੂਸਰੇ ਪਾਸੇ ਪੋਸਟਾਂ ਪਾ ਰਹੇ ਨੇ ਕਿ ਅਸੀਂ ਦਿੱਲੀ ਦੰਗਿਆਂ ਦੇ ਬਲੈਕ ਲਿਸਟ ਲੋਕਾਂ ਨੂੰ ਜਿਹੜੀ ਹੈ ਰਾਹਤ ਦਿੱਤੀ ਹੈ, ਦਿੱਲੀ ਦੰਗਿਆਂ 'ਚ ਆਹ ਕੀਤਾ, ਸਿੱਖਾਂ ਦੇ ਇਹ ਸਬੰਧ ਰਹੇ ਨੇ, ਤੇ ਉਸ ਮਾਮਲੇ 'ਚ ਤਾਂ ਬਹੁਤ ਪ੍ਰਚਾਰ ਕਰਦੇ ਨੇ, ਪਰ ਇਸ ਮਾਮਲੇ 'ਚ ਭਾਜਪਾ ਵੀ ਤੇ ਭਾਜਪਾ ਦਾ ਪ੍ਰਮੁੱਖ ਵੀ ਚੁੱਪ ਹੈ ਜੀ। ਦੇਖੋ, ਸਭ ਤੋਂ ਪਹਿਲੀ ਗੱਲ ਤੇ ਪੰਜਾਬ ਭਾਜਪਾ ਇਹਦੇ ਤੇ ਬਿਲਕੁਲ ਚੁੱਪ ਰਹੀ, ਜਿਹੜੀ ਕਰਤੂਤ ਉੱਥੇ ਹੋਈ ਲਖੀਮਪੁਰ ਖੀਰੀ 'ਚ। ਦੂਜੀ ਗੱਲ, ਪ੍ਰਾਈਮ ਮਿਨਿਸਟਰ ਚੁੱਪ। ਤੀਸਰੀ ਗੱਲ, ਇਕਬਾਲ ਸਿੰਘ ਲਾਲਪੁਰਾ ਮਿਨੋਰਟੀ ਕਮਿਸ਼ਨ ਆਫ ਇੰਡੀਆ ਦਾ ਚੇਅਰਮੈਨ, ਜਿਹਦੀ ਡਿਊਟੀ ਬਣਦੀ ਸੀ ਕਿ ਘੱਟ ਗਿਣਤੀ ਨਾਲ ਜਿੱਥੇ ਧੱਕਾ ਹੋਵੇ ਉੱਥੇ ਜਾ ਕੇ ਖੜੇ ਹੋਣਾ। ਉਹ ਮਿਨੋਰਟੀ ਕਮਿਸ਼ਨ ਬਣਾਇਆ ਕਾਹਦੇ ਲਈ? ਇਸੇ ਕੰਮ ਲਈ ਬਣਾਇਆ। ਉਹ ਕਿਤੇ ਦਿੱਲੀ ਬੈਠ ਕੇ ਉੱਥੇ ਪਾਠ ਪੂਜਾ ਕਰਨ ਲਈ ਥੋੜੀ ਬਣਾਇਆ।
ਉਸ ਤੋਂ ਅਗਲੀ ਗੱਲ, ਕੇਂਦਰ ਦੇ ਵਿੱਚ ਵਜ਼ੀਰ ਆ ਹਰਦੀਪ ਸਿੰਘ ਪੁਰੀ, ਠੀਕ ਹੈ, ਚਾਹੇ ਉਹ ਪੰਜਾਬ ਤੋਂ ਨਹੀਂ ਜਿੱਤ ਕੇ ਗਿਆ ਪਰ ਰਾਜ ਸਭਾ ਦਾ ਮੈਂਬਰ ਆ, ਉਹਦੀ ਡਿਊਟੀ ਬਣਦੀ ਸੀ, ਉਹ ਨਿੱਤਰਦਾ ਮੈਦਾਨ 'ਚ, ਕੋਈ ਵੀ ਨਹੀਂ ਸੀ ਜਾ ਕੇ ਬੈਠਦਾ, ਲਖਨਊ ਹੀ ਬੈਠ ਜਾਂਦਾ। ਦੋ ਵਿਅਕਤੀ ਸੀਗੇ ਨੈਸ਼ਨਲ ਲੈਵਲ ਤੇ ਬੈਠੇ, ਤੇ ਦੋਨਾਂ ਦੀ ਡਿਊਟੀ ਬਣਦੀ ਸੀ, ਚਾਹੇ ਹਰਦੀਪ ਸਿੰਘ ਪੁਰੀ ਸੀ ਤੇ ਚਾਹੇ ਉਹਨਾਂ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਸੀ। ਨਹੀਂ ਗਏ ਤੇ ਦੋਨਾਂ ਦੀ ਆਉਣ ਵਾਲੇ ਸਮੇਂ 'ਚ ਕਿਰਕਰੀ ਉਹ ਹੋਏਗੀ ਜਿਸ ਤਰ੍ਹਾਂ ਜੋ ਪੰਜਾਬ ਦੇ ਵਿੱਚ ਘਟਨਾਕ੍ਰਮ 1978 ਤੋਂ ਲੈ ਕੇ 95 ਤੱਕ ਵਾਪਰਿਆ, ਉਹਦੇ ਵਿੱਚ ਜਿਸ ਤਰ੍ਹਾਂ ਦੀ ਕਿਰਕਰੀ ਗਿਆਨੀ ਜੈਲ ਸਿੰਘ ਦੀ ਔਰ ਜਿਸ ਤਰ੍ਹਾਂ ਦੀ ਬੂਟਾ ਸਿੰਘ ਦੀ ਹੁੰਦੀ ਰਹੀ ਆ, ਜਾਂ ਦਰਬਾਰਾ ਸਿੰਘ ਦੀ ਪੰਜਾਬ 'ਚ ਹੋਈ ਤੇ ਜਾਂ ਬੇਅੰਤ ਸਿੰਘ ਦੀ ਹੋਈ, ਉਹੀ ਕੁਛ ਇਹਨਾਂ ਦੋ ਵਿਅਕਤੀਆਂ ਦੀ ਆਉਣ ਵਾਲੇ ਸਮੇਂ 'ਚ ਹੋਏਗੀ ਕਿ ਜਦੋਂ ਸਿੱਖਾਂ ਦੇ ਭੀੜ ਪਈ ਤੁਸੀਂ ਦੋਨੋਂ ਕਿੱਥੇ ਸੀ, ਇਹਦਾ ਜਵਾਬ ਇਹਨਾਂ ਨੂੰ ਦੇਣਾ ਪਏਗਾ ਆਉਣ ਵਾਲੇ। ਬਿਲਕੁਲ। ਤੇ ਦੂਸਰੇ ਪਾਸੇ ਦੇਖੋ, ਉਗਰਾਹਾਂ ਸਾਹਿਬ ਦਾ ਬਿਆਨ ਸਖਤ ਸੀਗਾ ਚੰਨੀ ਸਾਹਿਬ ਬਾਰੇ, ਚਲੋ ਨਹੀਂ ਸੀ ਸਿੱਧਾ ਕਹਿਣਾ ਚਾਹੀਦਾ, ਪਰ ਉਹਨਾਂ ਨੇ ਸੀਐਮ ਦੀ ਪੋਸਟ ਨੂੰ ਕਿਹਾ, ਉੱਥੇ ਫਿਰ ਉਹ ਦਲਿਤ ਵਾਲਾ ਇਸ਼ੂ ਬਣਾ ਲਿਆ। ਹਾਲਾਂਕਿ ਜੇ SC ST ਗੱਲ ਹੋਵੇ ਤਾਂ ਸਭ ਤੋਂ ਵੱਧ ਕਿਸਾਨ ਮਜ਼ਦੂਰ, ਖੇਤ ਮਜ਼ਦੂਰ ਉਗਰਾਹਾਂ ਨਾਲ ਖੜੇ ਨੇ ਤੇ ਉਗਰਾਹਾਂ ਵੀ ਉਹਨਾਂ ਦੇ ਨਾਲ ਖੜਾ। ਲਛਮਣ ਸਿੰਘ ਸੇਵੇਵਾਲਾ ਜਾਂ ਹੋਰ ਲੋਕ ਨੇ, ਜੇ ਮਜ਼ਦੂਰ ਕਿਸੇ ਨਾਲ ਸਭ ਤੋਂ ਵੱਧ ਨੇ ਤੇ ਉਗਰਾਹਾਂ ਨਾਲ ਨੇ। ਪਰ ਇਹ ਹੁਣ ਜ਼ਿਆਦਾ ਹੇਜਲੀ ਬਣੇ ਨੇ ਜਿਹੜੇ ਕਹਿੰਦੇ ਜੀ ਹਾਂ SC CM ਨੂੰ ਮਾੜਾ ਕਹਿ ਦਿੱਤਾ। ਦੂਜੇ ਬੰਨੇ ਇਸੇ ਗਰੁੱਪ ਨੇ, ਉਗਰਾਹਾਂ ਗਰੁੱਪ ਨੇ ਅੱਜ ਮਨਪ੍ਰੀਤ ਬਾਦਲ ਘੇਰ ਲਿਆ, ਲੰਬੀ ਇਲਾਕੇ ਦੇ ਵਿੱਚ ਨਾਕੇ ਤੋੜ ਕੇ ਮਨਪ੍ਰੀਤ ਬਾਦਲ ਘੇਰ ਲਿਆ। ਨਰਮੇ ਦੀ ਸੁੰਡੀ ਦੇ ਮੁਆਵਜ਼ਾ ਨਾ ਮਿਲਣ ਦੀ ਬਿਲਾਹ ਤੇ ਕਿਸਾਨਾਂ ਨੇ ਇਹ ਐਕਸ਼ਨ ਘੇਰਿਆ। ਸੋ ਵਿੱਤ ਮੰਤਰੀ ਨੂੰ ਵੀ ਜਿਹੜਾ ਭੀੜ ਪਾ ਦਿੱਤੀ ਹੈ। ਪਰ ਜਿਹੜੇ ਸਰਕਾਰੀ ਖੇਮੇ ਵਾਲੇ ਲੱਡੂ ਖਵਾਉਣ ਵਾਲੇ ਸੀਗੇ ਕੈਪਟਨ ਸਾਹਿਬ ਨੂੰ, ਉਹ ਸਾਰੀਆਂ ਧਿਰਾਂ ਚੁੱਪ ਨੇ ਨਰਮੇ ਦੀ ਸੁੰਡੀ ਦੇ ਮਾਮਲੇ 'ਚ। ਉਗਰਾਹਾਂ ਨੇ ਘੇਰਿਆ ਵਿੱਤ ਮੰਤਰੀ ਵੀ, ਉਹਨਾਂ ਨੇ ਦੀ ਕਹਿਣੀ ਤੇ ਕਰਨੀ 'ਚ ਕਿਤੇ ਸਮਾਨਤਾ ਮਾੜੀ ਮੋਟੀ ਹੈਗੀ ਵੀ ਹੈ, ਪਰ ਲੱਡੂਆਂ ਵਾਲਾ ਲਾਣਾ ਜੇ ਚੁੱਪ ਹੈ ਜੀ। ਨਹੀਂ ਬਿਲਕੁਲ, ਦੇਖੋ ਜਿੱਥੋਂ ਤੱਕ ਉਗਰਾਹਾਂ ਦਾ ਸਵਾਲ ਆ, ਮੈਂ ਇੱਥੇ ਇੱਕ ਗੱਲ ਜੋੜ ਦਿਆਂ ਕਿ ਕੱਲ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਕਿਹਾ ਕਿ ਵਿਸ਼ੇਸ਼ ਗਰਦੌਰੀ ਦੇ ਆਰਡਰ ਦੇ ਦਿੱਤੇ ਆ। ਕੱਲ ਕਿਉਂ ਆਰਡਰ ਦਿੱਤੇ ਆ? ਜਿਸ ਦਿਨ ਤੁਸੀਂ ਤੇ ਚਰਨਜੀਤ ਸਿੰਘ ਚੰਨੀ ਸਵੇਰੇ ਗਏ ਹੋ ਖੇਤਾਂ 'ਚ, ਇਹ ਆਰਡਰ ਉੱਥੇ ਦੇ ਕੇ ਆਉਣੇ ਸੀ ਵਿਸ਼ੇਸ਼ ਗਰਦੌਰੀ ਦੇ। ਤੁਸੀਂ ਕਹਿਣਾ ਵਿਸ਼ੇਸ਼ ਗਰਦੌਰੀ ਹੋਵੇ ਤੇ ਨਾਲ ਦੀ ਨਾਲ ਅਸੀਂ ਪੈਸਟੀਸਾਈਡ ਜਿਹੜੀ ਆ ਉਹ ਫ੍ਰੀ ਜਿਹੜੀ ਮੁਹੱਈਆ ਕਰਾਵਾਂਗੇ ਲੋਕਾਂ ਨੂੰ, ਅਗਲੀ ਫਸਲ ਦੀ ਸੀਡ ਜਿਹੜਾ ਉਹ ਮਿਲੇਗਾ, ਤੇ ਜਿੰਨੀ ਫਸਲ ਮਰ ਗਈ ਆ, ਜਿੰਨੇ % ਮਰੀ ਆ, ਉਹਦੇ ਹਿਸਾਬ ਦੇ ਨਾਲ ਅਸੀਂ ਇਹਦਾ ਮੁਆਵਜ਼ਾ ਜਿਹੜਾ ਦੇਵਾਂਗੇ। ਇੱਕ ਪਟਵਾਰੀ ਲਈ 24 ਘੰਟੇ ਬਹੁਤ ਹੁੰਦੇ ਆ ਗਰਦੌਰੀ ਕਰਨ ਲਈ, ਜਿੰਨਾ ਉਹਦੇ ਕੋਲ ਰਕਬਾ, ਕੋਈ ਬਹੁਤਾ ਔਖਾ ਨਹੀਂ ਹੈ, ਠੀਕ ਹੈ। 5 7 ਜਾਂ 10 ਪਿੰਡ ਘੁੰਮਣੇ ਇੱਕ ਪਟਵਾਰੀ ਲਈ ਕੋਈ ਔਖਾ ਨਹੀਂ ਆ, ਉਂਗਲਾਂ ਤੇ ਚੜਿਆ ਹੁੰਦਾ ਕਿ ਕਿਹੜਾ ਦਾਦਾ ਕਿਹੜਾ ਪੜਦਾਦਾ ਕੀ ਕੁਛ ਆ। ਇੱਕ ਸੜਕ ਤੋਂ ਲੰਘੋ ਨਾ, ਉਹ ਦੂਰ ਤੱਕ ਦਿਖ ਜਾਂਦਾ ਕਿੰਨੀ ਮਰੀ ਹੋਈ ਆ, ਠੀਕ ਹੈ। ਇੱਕ ਪਿੰਡ ਦੀ ਹੱਦ ਕਿੰਨੀ ਕੁ ਹੁੰਦੀ ਆ? 500 600 ਕਿੱਲਾ। ਵਿਚਾਲੇ ਦੀ ਸੜਕ ਆ, ਦੋਨੋਂ ਬੰਨੇ ਦੇਖਦੇ ਆ, ਕਿਨਾਰੇ ਦੇਖਦੇ ਆ ਵੀ ਕਿਹਦੀ ਕਿੱਧਰ ਲੱਗਦੀ ਆ। ਲੱਠਾ ਤੁਹਾਡੇ ਕੋਲ ਆ, ਇੱਕ ਵਾਰੀ ਦੇਖ ਜਾ, ਆ ਕੇ ਫਟਾਫਟ ਭਰ ਦੇ ਕਾ ਇੰਨੀ ਜਿਹੜੀ ਆ ਇਹ ਇੰਨੇ % ਜਿਹੜੀ ਉਹ ਮਰ ਚੁੱਕੀ ਆ, ਗੱਲ ਖਤਮ। ਉਹ ਤਾਂ ਪੈਦਲ ਚੱਲਣਾ, ਬਹਿ ਜਾ ਕਿਸੇ ਦੇ ਮੋਟਰਸਾਈਕਲ ਤੇ ਗੇੜੇ ਕੱਢ ਦੇਗਾ, ਪਤਾ ਲੱਗ ਜਾਂਦਾ, ਬੰਦਾ ਨਾਲ ਦੀ ਨਾਲ ਨੋਟ ਕਰਦਾ ਤੁਰਿਆ ਜਾਂਦਾ, ਆ ਕੇ ਸ਼ਾਮ ਨੂੰ ਬਹਿ ਕੇ ਗਰਦੌਰੀ ਭਰ ਦੋ ਜੀ, ਆ ਇੰਨਾ ਏਰੀਆ ਐਸ ਬੰਦੇ ਦਾ ਇੰਨਾ ਜਿਹੜਾ ਮਰ ਚੁੱਕਿਆ। ਬਿਲਕੁਲ ਆ 100% ਆ, ਆਹ ਜਿਹੜਾ ਵਾ ਇਹ 70% ਆ, 50% ਤੇ 30% ਆ, ਗੱਲ ਖਤਮ। ਹੁਣ ਗੱਲ ਤੇ ਆ ਜਦੋਂ ਕਰਨਾ ਹੀ ਕੱਖ ਨਹੀਂ ਹੈ। ਹੁਣ ਆ ਕੇ ਕੱਲ ਆਰਡਰ ਦਿੱਤੇ, ਨਾਲ ਇਹ ਕਹਿਤਾ ਕਿ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਜਿਹੜਾ ਉਹ ਮਿਲ ਜੂਗਾ, ਠੀਕ ਹੈ। ਦੀਵਾਲੀ ਤੋਂ ਪਹਿਲਾਂ ਦੇ ਦਿਓ ਮੁਆਵਜ਼ਾ। ਕੀ ਕਰਨਗੇ ਲੋਕ? ਜਿਨ੍ਹਾਂ ਦਾ ਨਰਮਾ ਹੁਣ ਖੇਤ ਮੰਡੀ 'ਚ ਪਿਆ ਹੋਣਾ ਸੀ ਔਰ ਦੀਵਾਲੀ ਤੋਂ ਪਹਿਲਾਂ ਉਹਨਾਂ ਨੇ ਕਣਕ ਬੀਜੀ ਹੋਣੀ ਆ, ਹੁਣ ਉਹਨਾਂ ਨੂੰ ਕਹਿੰਦੇ ਦੀਵਾਲੀ ਤੋਂ ਪਹਿਲਾਂ ਅਸੀਂ ਮੁਆਵਜ਼ਾ ਦੇ ਦਿਆਂਗੇ। ਗੱਲ ਤੇ ਇਹ ਕਿ ਜਿਹੜਾ ਜਿੱਦਣ ਤੁਸੀਂ ਕਹੇ ਜਿਹੜਾ ਉਦਣ ਕੰਮ ਕਰਨਾ ਸੀ ਉਹ ਤੁਸੀਂ ਕੀਤਾ ਨਹੀਂ, ਉਦਣ ਤੁਸੀਂ ਸੁੱਤੇ ਦੇ ਸੁੱਤੇ ਰਹਿ ਗਏ। ਅੱਜ ਤੁਹਾਨੂੰ ਸਾਰਾ ਕੁਝ ਯਾਦ ਆ ਗਿਆ, ਕਿਤੇ ਨਾ ਕਿਤੇ ਨਲਾਇਕੀ ਆ। ਬਾਕੀ ਕੋਈ ਨਹੀਂ, ਜਿੰਨੀ ਕੋ ਖਜ਼ਾਨਾ ਮੰਤਰੀ ਨੂੰ ਘੇਰਿਆ ਜਾਵੇ ਉਨੀ ਚੰਗੀ ਗੱਲ ਆ, ਕਿਉਂਕਿ ਉਹ ਹੈ ਹੀ ਘੇਰਨ ਦੀ ਲਾਇਕ ਆ ਤੇ ਘੇਰੇ ਤੇ ਹੀ ਸੈੱਟ ਆਉਣਾ। ਉਦਾਂ ਉਹ ਵੀ ਸੈੱਟ ਆਉਣ ਵਾਲਾ ਨਹੀਂ, ਉਦਾਂ ਵੀ ਉਹਦੇ ਕੋਲ ਵੀ ਤਾਏ ਵਾਲੇ ਗੁਣ ਬਹੁਤ ਆ, ਉਹ ਲੋਲੀਪੌਪ ਵੀ ਬਹੁਤ ਦਿੰਦਾ ਵਾ। ਡੀ ਸ਼ੇਰਗਿੱਲ ਕਹਿੰਦੇ ਜੀ ਕੋਈ ਨੌਕਰੀ ਦੀ ਐਡ ਆ ਉਹ ਵੀ ਸੁਣਾ ਦਿਆ ਕਰੋ। ਲੱਭਦੀ ਨਹੀਂ ਕੋਈ ਸੁਰਿੰਦਰ ਵੀ ਨੌਕਰੀ ਦੀ ਐਡ? ਨਹੀਂ ਹੈਗੀਆਂ, ਦੋ ਹੈਗੀਆਂ ਦੱਸ ਦਿਓ। ਟਵਾਣਾ ਰੇਡੀਓ ਤੇ ਇੱਕ ਐਕਸਪਰਟ ਦੀ ਆ ਤੇ ਇੱਕ ਐਂਕਰ ਦੀ ਆ, 2 ਹੈਗੀਆਂ, ਜਿਹਨੇ ਲੈਣੀਆਂ ਆ ਜਾਣਾ, ਪਰ ਦੋਨਾਂ ਦੀ ਸੈਲਰੀ ਨਹੀਂ ਮਿਲਣੀ।
नहीं चल आप कार सेवा नहीं करावांगे, आप अपना जिन्ना कि ताना लड़ांगे, कोई गल नहीं। पर फिर भी देखो पब्लिक उम्मीद करती है, शेरगिल साहब की गल दुरुस्त है, शायद इन्होंने स्टायर किया, पर ठीक है इन्फॉर्मेशन क्योंकि लोग सुनते बहुत है आपां नूं पंजाब च जिन्ने भी ने। ते रजिंदर सिंह बिंदा रिटायर्ड दी सरकारी रेट ते 9% माफिया वसूल रहा, 50% रेत का सरकारी माफिया। हाँ तो कोई बहुती अपडेट नहीं हुई, चन्नी साहब ब्याह च ही बी का लेखा पाई बैठे है ना, तो इस दौरान कोई खास अपडेट नहीं है। सुरेंद्रवीर मिश्रा सिंह जी सत श्री अकाल, जोरा सिंह सिद्धू, भैन हरविंदर जौहल, परविंदर सिंह नरवाल, बलविंदर दिओल, हरदीप सिंह जोशन, यूपी वाली बसपा ते बीजेपी का पार्ट 2 है। ते नरैणगढ़ च हाँ वो गलबात कर ली है। शेरगिल साहब आप थैंक यू। मलूक सिंह लाहौरिया, प्रेम सिंह, प्रवीण गुप्ता थैंक यू अहमदगढ़ तो, ते हरदीप सिंह जोशन थैंक यू। गोल्डी बटारी तो, मनदीप चहल, गुरमेल पंगू ते चरणजीत शैली ते रजिंदर सिंह बिंदा। ते जरूर कोशिश करा करांगे। बल साहब थैंक यू, सिंह हैरी थैंक यू, रजिंदर सिंह बिंदा, बलवंत सिंह बिल्कुल कोई इन्फॉर्मेशन होया करेगी क्योंकि सुरेंद्र होरी काफ़ी इंटरस्ट रखते ने। कुछ बच्चे भी हुण चलो स्टडी सिरे लगी है, कई परिवारां दे बच्चे इन्हां दे आश्रित ने, ध्यान रखते हैं जॉबां दा भी, ते जरूर कोई ना कोई अपडेट होएगी, जरूर इहदे बारे भी दिया करांगे, जरूरी है। ते सुरेंद्रवीर झोने की स्थिति ते करोना की स्थिति ते थोड़ा जिहा अपडेट कर दिओ। वैसे कोई करोने का कोई बहुता नहीं है इन्हीं दिनी, पर फिर भी बचाव जरूरी है जिवें भीड़ां वध रहीआं ने। ते झोने की की स्थिति है? मौसम तो थोड़ा जिहा खुल रहा हुण, पच्छों अज थोड़ी वगी है, ते झोने की स्थिति ते दे दिओ अपडेट, ते फिर बुलाइए जकारा जी। देखो कोरोना तो ठीक ठाक है, कोरोने का बहुता रौला नहीं गा अजे तक, ठीक है। पर झोने की स्थिति यह है कि देखो लिफ्टिंग नहीं, एक तो सरकारी खरीद नहीं हो रही, तो दूजी लिफ्टिंग नहीं हो रही, दोनों की समस्या खड़ी हुई है। जिन्नी को मतलब सरकारी खरीद हुई सी वो ज्यों दा त्यों पिया भरी, दूसरा की कहंदे हुंदे आ तलाई हो के। ते दूसरी गल यह आ कि सरकारी खरीद जिहड़ी आ ओहदे च बहुत ढेला ते ढेर जिहड़े आ ओह मंडियां च लग चुके आ। ये बड़ी वड्डी समस्या जिहड़ी ओह खड़ी हो गई। अगली गल किसान जिहड़े ऐतकी अग बहुत वड्डे लैवल ते पराली नूं लाउणगे। अज भी जिन्ना को मैं देखिया जां जिन्ने को मिले आ वो इसे गल ते सी, ओह कहंदे साडे कोल अल्टरनेटिव नहीं है, असीं दसो जाइए ते कित्थे जाइए, ठीक है। साडे कोल प्रबंध नहीं है, ठीक है। इत्थों तक जिहड़े बंदियां ने अगे ठेके ते जमीनां लैके 40-40, 50-50, 60-60 किले की खेती कर रहे, उन्हां लई भी मजबूरी खड़ी हुई। ओह कहंदे असीं जाइए ते कित्थे जाइए, अग लाउण तो इलावा साडे कोल कोई अल्टरनेटिव नहीं है, असीं किधर जाइए, साडा अग लाए तो बगैर नहीं सरदा, असीं अग लाउणी आ। यानी कि आने वाले दिनों च यह दूसरी गल है इलैक्शन सिर ते आ, इलैक्शन करके कोई भी बहुता ज्यादा जिहड़ा पंगा नहीं लाएगा, सरकार भी थोड़ा जिहा सख्ती घट करेगी, ते इस करके अग जिहड़ी आ ओह भी किते ना किते लाउणी किसान दी जिहड़ी आ ओह मजबूरी होई है। दूजी गल किसान जथेबंदियां खड़ियां ने मगर अड़ के खड़ियां ने, जदों अड़ के खड़ियां होण ते सरकार भी जल्दी किते जिहड़ा ओह मत्था जिहड़ा ओह नहीं लाए। अपने 2-3 मित्र ने कहंदे ਅਸੀਂ दारू ਘਟਾਤੀ ਛੱਡ ਦਿੱਤੀ। ਹਰਜੀਤ ਸਿੰਘ ਸਰਾਂ ਕਹਿੰਦੇ ਇਸ ਵਕਤ ਨੂੰ ਕਹਿੰਦੇ ਅਸੀਂ ਕਈ ਭੜਕਾ ਦਿੰਦੇ ਸੀ, ਕਹਿੰਦੇ ਹੁਣ ਅਸੀਂ दारू ਪੀਣੀ ਵੀ ਛੱਡਤੀ, ਗੱਲਾਂ ਸੁਣਦੇ ਆ ਵੀ ਅੱਗੇ ਕੀ ਇਹਨਾਂ ਨੂੰ ਕਹਿੰਦੇ ਰੋਟੀ ਦਾ ਟਾਈਮ ਹੁੰਦਾ 2 ਘੰਟੇ ਤੁਹਾਡੇ ਕਹਿੰਦੇ ਸਸਪੈਂਸ ਚ ਨਗਾ ਇੱਥੇ ਬਨ ਆਪਾਂ ਲਿਖ ਕੇ ਲਾ ਦਈਏ ਟਵਾਣਾ ਰੇੜੀ ਤੇ दारू ਛਡਾਈ ਜਾਂਦੀ ਹੈ, फिर माफिया शराब वाला होर मगर पै जू अपने यार। नहीं आप 1 घंटा होर लंबा कर दिन्ने आ, रोटियां भी छड़ा देंगे, वो भी खर्चा घटावांगे, चिंता ना करो। क्योंकि इस वेले बंदा सत्या आउंदा, कई तां भैणां खुश ने भरजाइयां, कहंदी ठीक है आके तफरा तफरी करदे सी, कहंदी इधर सुनी जांदे आ जे असीं माड़ा जिहा बोलदे आ, कहंदी फिर कहंदे रौला ना पाओ आवाज क्योंकि घट जांदी है मेरी। ते नहीं ये गल मन्नी है हरजीत सराण ने, कहंदे जी इस वक्त क्योंकि माहौल पंजाब च इदां दा हुंदा ते उधर जदों सवेरे लगे हुंदे उधर NRI लगे हुंदे आ ते आपां तां दोनां नाल पंगा लिया, क्योंकि इस मौके ते बाई जी NRI ਦਾ ਪ੍ਰੋਗਰਾਮ ਸਵੇਰ ਦੇ ਮੌਕੇ ਜਾਣੀ ਉਹਨਾਂ ਦੀ ਸ਼ਾਮ ਤੇ ਇਧਰੋਂ ਸਾਡੇ ਵਾਲਾ ਸ਼ਾਮ ਬਹੁਤ ਔਖਾ ਕਰਨਾ ਇਲੈਕਸ਼ਨ 'ਚ ਤਾਂ ਖਾਸ ਕਰਕੇ, ਕਿਉਂਕਿ ਹਰ ਇੱਕ ਦੇ ਦੇਸੀ ਦੇ ਲੰਡੂ ਜੀ ਲੱਗੇ ਹੁੰਦੇ ਨੇ ਤੇ ਅਗਲੇ ਫੱਟੇ ਚੱਕੀ ਜਾਂਦੇ ਨੇ ਤੇ ਉਹਦੇ 'ਚ ਮਤਲਬ ਉਸ ਵਕਤ ਜਿਹੜੇ ਨੇ ਨਾ ਟਾਕ ਬੈਕ ਸ਼ੋਅ ਕਰਨੇ ਬਹੁਤ ਔਖੇ ਨੇ। ਸਰ ਬਰਾੜ ਮੁਕਤਸਰ ਤੋਂ ਜੁੜੇ ਨੇ। ਬਰਾੜ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਉਹ ਪਹਿਲਾਂ ਮੇਰਾ ਨਾਮ ਲਿਓ ਜੀ, ਸ਼ਰਾਬ ਮੈਂ ਛੱਡੀ ਆ। ਅੱਛਾ ਤੁਸੀਂ ਵੀ ਨਹੀਂ 2 ਘੰਟੇ ਪੀਂਦੇ ਫਿਰ? ਮੈਂ 2 ਪੈਕ ਲਾਏ ਆ ਜੀ ਅੱਜ। ਅੱਛਾ ਮਤਲਬ ਫਿਰ ਕਿਉਂ ਜ਼ਿਆਦਾ ਪੀਣ ਨੂੰ ਕਿਉਂ ਨਹੀਂ ਜੀ ਕਰਦਾ? ਐ ਹੁੰਦਾ ਵੀ ਫਿਰ ਗੱਲ ਨਹੀਂ ਸੁਣਨੀ, ਜਾਂ ਐ ਹੁੰਦਾ ਵੀ ਸਮਾਂ ਲੰਘ ਜਾਂਦਾ ਉਧਰ?
ਉਹ ਮੈਨੂੰ ਐ ਲੱਗੀ ਜਾਂਦਾ ਵੀ ਕਿਤੇ ਮੇਰਾ ਸਮਾਂ ਨਾ ਟੱਪ ਜੇ ਹਾਂ। ਅੱਛਾ, ਇਹਦੇ ਚ ਆਉਂਦਾ ਬਰਾੜ ਸਾਹਿਬ, ਮੈਂ ਜੋ ਸਟੱਡੀ ਕੀਤਾ ਕਿ ਜਦੋਂ ਬੰਦਾ ਇਕੱਲਾ ਬੈਠਾ ਨਾ ਉਦੋਂ ਕਈ ਵਾਰੀ ਜ਼ਿਆਦਾ ਵੀ ਪੀ ਜਾਂਦਾ ਨਾ, ਜਦੋਂ ਕਿਤੇ ਬਿਜੀ ਹੈ ਤੇ ਉਹ 2-4 ਮਿੰਟ ਟਪਾ ਦਿੰਦਾ। ਇਹ ਵੀ ਕਾਰਨ ਹੈ ਨਾ ਮੇਰੇ ਖਿਆਲ ਬਰਾੜ ਸਾਹਿਬ? ਹਾਂ ਪੱਕਾ ਜੀ, ਪੱਕਾ ਹੀ ਹੈ ਜੀ। ਓਕੇ, ਚਲੋ ਥੈਂਕ ਯੂ। ਸੋ ਪਰਿਵਾਰ ਸਾਡੇ ਭੈਣ ਜੀ ਹੋਣੀ ਤਾਂ ਬਹੁਤ ਖੁਸ਼ ਹੋਣੇ ਵੀ ਚਲੋ ਟਵਾਣੇ ਹੋਰਾਂ ਨੇ ਦਾਰੂ ਛਡਾ ਬੈਠਾ ਇੱਥੇ। ਅੱਗੇ ਤਾਂ ਮੇਰੇ ਨਾਲ ਰੋਜ਼ ਲੜਦੇ ਹੁੰਦੇ ਸੀਗੇ, ਅੱਜ ਮੈਂ ਵਧੀਆ ਮੌਜਾਂ ਕੀਤੀਆਂ। ਹਾਂ, ਥੈਂਕ ਯੂ ਵੀਰ, ਟੇਕ ਕੇਅਰ, ਸਿਹਤ ਦਾ ਧਿਆਨ ਰੱਖੋ। ਥੈਂਕ ਯੂ ਸਰ। ਬਰਾੜ ਮੁਕਤਸਰ ਭਾਗਸਰ ਪਿੰਡ ਤੋਂ ਨੇ ਬਰਾੜ ਸਾਹਿਬ, ਚੰਗੇ ਤਕੜੇ ਜ਼ਿਮੀਂਦਾਰ ਨੇ। ਤੇ ਗੁਰਵੀਰ, ਸਵਾਗਤ ਹੈ ਕਮੈਂਟਰੀ ਤੋਂ, ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਮੈਂ ਕਿਹਾ ਸਿੱਧੂ ਕਾਫੀ ਜੋਸ਼ ਚ ਰਹਿੰਦਾ ਆ ਤੇ ਉਧਰ ਮਨਪ੍ਰੀਤ ਬਾਦਲ ਕਾਫੀ ਹੋਸ਼ ਚ ਰਹਿੰਦਾ। ਮਨਪ੍ਰੀਤ ਸਾਹਿਬ ਦੀ ਗੱਲ ਕਰ ਰਹੇ ਸੀਗੇ, ਮਨਪ੍ਰੀਤ ਸਾਹਿਬ ਦਾ ਤੁਸੀਂ ਦੇਖਿਆ ਉਹ ਜਦੋਂ ਬੋਲਦੇ ਆ ਉਹਨਾਂ ਦੇ ਬੋਲਣ ਦਾ ਐਕਸੈਂਟ ਦੇਖਿਓ। LLB ਕੀਤੀ ਆ ਉਦਾਂ ਤਾਂ ਲੰਡਨ ਤੋਂ ਕੀਤੀ ਆ, ਤੇ ਉਦਾਂ ਉਹਨਾਂ ਦੀ ਭਾਸ਼ਾ ਤੁਸੀਂ ਸੁਣਿਓ, ਕਿਤੇ ਪ੍ਰੋਫੈਸਰ ਨੂੰ ਵੀ ਫੇਲ ਕਰਦੇ ਉਹ ਬੋਲਣ ਦਾ। ਉਹਨਾਂ ਦੇ ਗੁਰਵੀਰ ਉਹਨਾਂ ਦੇ ਨੇੜਲੇ ਦੱਸਦੇ ਆ ਨਾ, ਕਹਿੰਦੇ ਉਹ ਕਹਿੰਦੇ ਆ, ਕਹਿੰਦਾ ਪੜ੍ਹੇ ਲਿਖੇ ਬੰਦੇ ਦਾ ਤਾਂ ਮੈਂ ਦਿਮਾਗ ਚ ਨਾ ਕਹਿੰਦਾ ਮਿੰਟ ਚ ਹਾਈਜੈਕ ਕਰ ਲੈਣਾ। ਕਹਿੰਦਾ ਜਿਹੜੇ ਥੋੜੇ ਜਿਹੇ ਅਨਪੜ੍ਹ ਬੰਦੇ ਆ ਨਾ ਉਹਨਾਂ ਦਾ ਦਿਮਾਗ ਕਹਿੰਦਾ ਕਾਬੂ ਕਰਨਾ ਬਹੁਤ ਔਖਾ ਹੈ। ਮਨਪ੍ਰੀਤ ਬੜੀ ਸਿਰੇ ਦੀ ਚੀਜ਼ ਹੈ। ਕਿਉਂਕਿ ਨੌਲੇਜ ਬਹੁਤ ਆ ਉਹਨਾਂ ਨੂੰ, ਕਿਸੇ ਵੀ ਸਬਜੈਕਟ ਦੀ, ਕਿਸੇ ਵੀ ਕਿਤਾਬ ਦੀ ਗੱਲ ਕਰਦੇ ਆ ਨਾ, ਉਹ ਬੰਦੇ ਨੂੰ ਪ੍ਰਭਾਵਿਤ ਕਰ ਲੈਂਦੇ ਆ। ਤੇ ਉਹਦੇ ਚ ਇਸ ਕਰਕੇ ਉਹ ਪੜ੍ਹੇ ਲਿਖੇ ਬੰਦੇ ਦਾ ਤਾਂ ਕਹਿੰਦਾ ਮਿੰਟ ਚ ਦਿਮਾਗ ਘੁਮਾ ਦਿੰਦਾ ਮੈਂ, ਹੈਨਾ। ਹਾਂਜੀ, ਕਾਫੀ ਸਾਲ ਪਹਿਲਾਂ, 5-6 ਸਾਲ ਪਹਿਲਾਂ ਦੀ ਗੱਲ ਹੈ। ਇੱਕ ਵਾਰੀ ਜਦੋਂ ਬਾਦਲਾਂ ਦੀ ਬੱਸ ਦਾ ਕਾਂਡ ਨਹੀਂ ਹੋਇਆ ਸੀ, ਉਹ ਨਿਆਣੇ ਜਿੱਦਾਂ ਕਾਫੀ ਬਾਅਦ ਚ ਸਮਝੌਤਾ ਹੋ ਗਿਆ ਸੀ, ਉਦੋਂ ਮੈਂ ਕੀਤੀ ਸੀ ਬਾਦਲ ਸਾਹਿਬ ਮਨਪ੍ਰੀਤ ਬਾਦਲ ਨਾਲ ਗੱਲ, ਉਦੋਂ ਇਹ ਸਮਝੌਤਾ ਨਹੀਂ ਸੀ ਹੋਣ ਦਿੰਦੇ। ਅੱਛਾ। ਸੋ ਬਾਕੀ ਤਾਏ ਦੇ ਭਤੀਜੇ 80 ਤੋਂ ਲੈ ਕੇ 97 ਤੱਕ ਉਹਨਾਂ ਨੇ ਵੇਟ ਕੀਤੀ, ਹੁਣ ਇਹ ਵੀ ਕਰ ਲੈਣਗੇ, ਕੀ ਪਤਾ ਫਿਊਚਰ ਹੋਣਗੇ ਮੁੱਖ ਮੰਤਰੀ। ਹਾਂਜੀ, ਓਕੇ। ਲੰਮੀ ਦੌੜ ਰਹੇ ਨੇ। ਇੱਕ ਕਾਲ ਹੋਰ ਲੈ ਲਈ ਸੁਰਿੰਦਰ, ਫਿਰ ਸਮਾਪਤੀ ਕਰਦੇ ਆ। 60 ਨੰਬਰ ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਹਾਂਜੀ ਸੋਹਣਾ ਸਾਹਿਬ, ਸਤਿ ਸ਼੍ਰੀ ਅਕਾਲ। ਮਿਸ਼ਰਾ ਸਿੰਘ ਬੋਲ ਰਿਹਾ ਸੀ ਜੀ। ਹਾਂਜੀ, ਮਿਸ਼ਰਾ ਸਿੰਘ, ਇੰਡੀਆ ਆਇਓ ਬਾਈ ਜੀ? ਹਾਂਜੀ। ਕੀ ਬਾਤ ਹੈ। ਅੱਛਾ, ਹੋਰ ਠੀਕ ਠਾਕ ਹੋ? ਹਾਂ ਬਿਲਕੁਲ, ਤੁਸੀਂ ਸੁਣਾਓ? ਬਸ ਵਧੀਆ, ਚੜ੍ਹਦੀ ਕਲਾ, ਮੇਰਾ ਵਾਹਿਗੁਰੂ ਦੀਆਂ। ਤੁਸੀਂ ਦੱਸੋ? ਬਸ ਜੀ ਤੁਹਾਨੂੰ ਸੁਣੀਂਦਾ ਜੀ। ਅੱਛਾ, ਸੋਹਣਾ ਸਮਾਂ ਲੱਗ ਜਾਂਦਾ, ਬਹੁਤ ਵਧੀਆ ਪ੍ਰੋਗਰਾਮ ਦਾ। ਹਾਂ, ਆਨੰਦ ਲੈਂਦਾ ਤੁਹਾਡੀਆਂ ਗੱਲਾਂ ਮਿੱਠੀਆਂ। ਚਲੋ ਇਸ ਵਾਰੀ ਮੁਲਾਕਾਤ ਹੋ ਰਹਾ, ਪਿਛਲੀ ਵਾਰੀ ਲਾਂਭਾ ਰਹਿ ਗਿਆ ਤੁਹਾਡਾ, ਮਿਲ ਨਹੀਂ ਸਕਿਆ ਮੈਂ। ਠੀਕ ਹੈ, ਹਾਂਜੀ ਹਾਂ ਜ਼ਰੂਰ ਮਿਲਾਂਗੇ। ਕੋਈ ਨਹੀਂ, ਲਾਂਭਾ ਛੋਟੇ ਭਰਾ ਸਾਡੇ ਤੁਸੀਂ। ਹਾਂ ਜੀ, ਨਹੀਂ ਪਿਛਲੀ ਵਾਰੀ ਤੁਸੀਂ ਆਏ ਸੀ, ਮੈਂ ਮਿਲ ਨਹੀਂ ਸਕਿਆ, ਤੁਸੀਂ ਕਿਹਾ ਵੀ ਸੀ ਪਟਿਆਲੇ ਆਉਣ ਦਾ, ਤੇ ਇਸ ਵਾਰੀ ਜ਼ਰੂਰ ਮਿਲਾਂਗੇ। ਜੀ, ਥੈਂਕ ਯੂ। ਹਾਂਜੀ, ਹੋਰ ਪਰਿਵਾਰ ਠੀਕ ਹੈ ਸਰ? ਸਾਹਿਬ ਮੇਰਾ ਵਾਹਿਗੁਰੂ ਜੀ, ਥੈਂਕ ਯੂ ਬਾਈ ਜੀ ਮਿਸ਼ਰਾ ਸਿੰਘ। ਚਲੋ ਬਹੁਤ ਵਧੀਆ ਜੋੜੀ ਹੈ ਜੀ, ਬਹੁਤ ਵਧੀਆ ਆਨੰਦ ਆ ਉਹਦਾ, ਖੁੱਲ ਕੇ ਗੱਲ ਹੁੰਦੀ ਆ। ਨਹੀਂ ਅਸੀਂ ਤਾਂ ਇਹੀ ਮਹਿਸੂਸ ਕਰਦੇ ਹਾਂ ਜਿਵੇਂ 7 ਨੰਬਰ ਹੋਸਟਲ ਬੈਠੇ ਆ, ਇਹ ਬਾਬਿਆਂ ਦਾ ਹੋਸਟਲ ਹੁੰਦਾ ਸੀ ਇਹਨਾਂ ਵਾਲਾ, ਤੇ ਸਾਡਾ ਭਾਈ ਵੀਰ ਸਿੰਘ ਹੋਸਟਲ ਥੋੜਾ ਜਿਹਾ ਮੌਜੀ ਸੀ। ਅਸੀਂ ਤਾਂ ਇਹੀ ਮਹਿਸੂਸ ਕਰਦੇ ਹਾਂ ਕਿ ਬੈਂਚ ਤੇ ਉਸ ਹੋਸਟਲ ਤੇ ਬੈਠੇ ਗੱਪਾਂ ਮਾਰਦੇ ਆ ਦੋਵੇਂ ਜਣੇ। ਥੈਂਕ ਯੂ। ਹਾਂ ਨਹੀਂ, ਬਹੁਤ ਵਧੀਆ ਕਮਾਂਡ ਆਈ ਦੋਨਾਂ ਦੀ। ਕਮਾਂਡ ਵਧੀਆ, ਤੁਹਾਡਾ ਲਿਟਰੇਰੀ ਬਹੁਤ ਵਧੀਆ ਕਰਨਾ ਚਾਹੀਦਾ। ਮਿਹਰਬਾਨੀ। ਉਹ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤੁਸਦੇ, ਉਹ ਸਾਹਿਬ ਦੀ ਕਿਰਪਾ ਜੀ ਜਿਹਦੇ ਤੇ ਬਣਦੀ ਹੈ। ਥੈਂਕ ਯੂ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਸੋ ਸੁਰਿੰਦਰਵੀਰ ਮਿਸ਼ਰਾ ਸਿੰਘ ਸੀਗੇ ਆਪਣੇ ਪੁਰਾਣੇ ਸਰੋਤੇ, ਕਹਿੰਦੇ ਤੁਹਾਡੀ ਵਧੀਆ ਟਿਊਨਿੰਗ ਹੈ। ਮੈਂ ਅਸੀਂ ਕੁਛ ਨਹੀਂ ਕਰਦੇ, ਅਸੀਂ ਤਾਂ ਐਂ ਬਹਿ ਜਾਂਦੇ ਹਾਂ, ਤਾਂ ਹੀ ਤਾਂ ਅਸੀਂ ਵੀਡੀਓ ਨਹੀਂ ਪਾਉਂਦੇ। ਜਿਵੇਂ ਨਾ ਉੱਥੇ 7 ਨੰਬਰ ਹੋਸਟਲ ਇੱਧਰੋਂ ਖਾਣਾ ਖੂਣਾ ਖਾ ਕੇ ਤੁਹਾਡੇ ਵੱਲ ਨੂੰ ਆ ਜਾਂਦੇ ਸੀ, ਸਿੰਘਾਂ ਵਾਲੇ ਹੋਸਟਲ ਨੂੰ, ਹੁਣ ਤਾਂ ਬੀਬੀਆਂ ਵਾਲਾ ਹੋਸਟਲ ਹੋ ਗਿਆ। ਤੇ ਵੀ ਅਸੀਂ ਤਾਂ ਆਈ ਆ ਵੀ ਯੂਨੀਵਰਸਿਟੀ ਬੈਠੇ ਹਾਂ, ਅਸੀਂ ਤਾਂ ਆਪਣਾ ਉਹ ਜਿਹੜਾ ਜਵਾਨੀ ਵਾਲਾ ਦੌਰ ਹੈ ਮੁੜ ਕੇ ਯਾਦ ਕਰਦੇ ਹਾਂ ਰੇਡੀਓ ਤੇ ਬੈਠ ਕੇ। ਜੀ ਸੁਰਿੰਦਰ, ਮੈਂ ਦੱਸਦਾ, ਬੇਟੇ ਦੀ ਛੋਟੇ ਦੀ ਐਡਮਿਸ਼ਨ ਨਾ ਲਾ 'ਚ ਹੋਈ, ਤੇ ਉਹ ਕੀ ਹੋਇਆ ਵੀ ਉਹਨਾਂ ਨੇ ਗਰੁੱਪ ਬਣਾਤਾ। ਗਰੁੱਪ 'ਚ ਬੜੀ ਇੰਟਰਸਟਿੰਗ ਗੱਲ ਹੋਈ। ਉਹ ਨਾ ਬੱਚੇ ਇੱਕ ਦੂਜੇ ਨੂੰ ਪਾਉਣ ਲੱਗ ਗਏ ਵੀ ਤੂੰ ਕਿੱਥੋਂ ਦਾ। ਠੀਕ ਹੈ, ਉਹ ਦੱਸੀ ਜਾਣ ਟੀਚਰ ਜਿਹੜੇ ਸੀ, ਉਹ ਕਹਿਣ ਵੀ ਯਾਰ ਅਸੀਂ ਗਰੁੱਪ ਕਾਹਦਾ ਬਣਾਇਆ, ਤੁਸੀਂ ਇਹ ਕੀ ਕੰਮ ਕਰਦਾ, ਤੁਸੀਂ ਇਹ ਕੰਮ ਨਹੀਂ ਕਰਨਾ, ਹਟ ਜੋ ਪਾਵਾਂਗੇ ਅਸੀਂ ਪਾਵਾਂਗੇ, ਤੁਸੀਂ ਅਜੇ ਕਲਾਸਿਸ ਸਟਾਰਟ ਨਹੀਂ ਹੋਈਆਂ। ਚਲੋ ਕੱਲ ਕਲਾਸਿਸ ਸਟਾਰਟ ਆ ਉਹਨਾਂ ਦੀਆਂ। ਠੀਕ ਹੈ, ਤੇ ਕੀ ਹੋਇਆ ਵੀ ਉਹ ਕਿਸੇ ਲੜਕੀ ਨੇ ਪਾਇਆ, ਕਹਿੰਦੀ ਵੀ ਜੇ ਕਿਸੇ ਨੂੰ ਹੋਸਟਲ ਮਿਲ ਗਿਆ ਮੈਨੂੰ ਐਡਜਸਟ ਕਰ ਲੂ। ਇੱਕ ਮੁੰਡਾ ਕਹਿੰਦਾ ਮੈਂ ਕਰ ਲੂ। ਹੈਂ, ਉਹ ਕਹਿੰਦੀ ਤੈਨੂੰ ਹੋਸਟਲ ਮਿਲ ਗਿਆ, ਕਹਿੰਦਾ ਨਹੀਂ, ਤੇ ਕਹਿੰਦੀ ਫਿਰ ਮੈਨੂੰ ਕੀ ਕਰੇਗਾ। ਨਿਆਣੇ ਸ਼ਰਾਰਤੀ ਅੱਜ ਕੱਲ, ਉਹ ਸ਼ਰਾਰਤ ਪੀੜੀ ਯੂਨੀਵਰਸਿਟੀ ਪਹੁੰਚ ਗਈ ਆਪਣੀ, ਪਹੁੰਚ ਗਈ। ਮੈਂ ਤਾਂ ਕਿਹਾ ਸੀ, ਮੈਂ ਕਿਹਾ ਯਾਰ ਕੱਲ ਨੂੰ ਪੋਸਟ ਪਾਊਂਗਾ, ਅਸੀਂ ਯੂਨੀਵਰਸਿਟੀ 'ਚ ਬੜਾ ਕੁਛ ਗਵਾਇਆ ਤੇ ਬੜਾ ਕੁਛ
ਹਾਸਲ ਵੀ ਕੀਤਾ ਵਾ, ਠੀਕ ਹੈ ਨਾ। ਬਿਲਕੁਲ। ਹਾਂ, ਤੇ ਪਰ ਇਹ ਆ ਵੀ ਮੈਂ ਕਿਹਾ ਵੀ ਅਸੀਂ ਤੇ ਸਕੂਲ ਤੋਂ ਨਿਕਲ ਕੇ 4 ਸਾਲ ਕਾਲਜ ਲਾ ਕੇ ਫੇਰ ਪਹੁੰਚੇ ਸੀ, ਤੂੰ ਸਿੱਧਾ ਹੀ ਸਕੂਲ ਤੋਂ ਅਡਾਰੀ ਮਾਰ ਕੇ ਸਿੱਧਾ ਯੂਨੀਵਰਸਿਟੀ ਪਹੁੰਚ ਗਿਆ। ਮੈਂ ਕਿਹਾ ਤੂੰ ਖੁਸ਼ ਕੇ ਸਕੂਲ ਤੋਂ ਨਾ ਦੇਖੋ ਮਾਹੌਲ ਤੇ ਬਹੁਤ ਡਿਪੈਂਡ ਕਰਦਾ ਸੁਰਿੰਦਰ ਵੀਰ। ਜਿਹੜੇ ਯੂਨੀਵਰਸਿਟੀ ਸਕੂਲ 'ਚ ਬੱਚੇ ਸੀ ਨਾ ਉਦੋਂ, ਕਈ ਸੀਗੇ ਉਦੋਂ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਵੀ ਸਕੂਲ ਹੈ ਸਟਾਫ ਵਾਸਤੇ, ਉਹ ਸਕੂਲ ਦੇ ਬੱਚਿਆਂ ਦਾ ਤੇ ਸ਼ਹਿਰ ਦੇ ਸਾਰੇ ਸਕੂਲ ਦੇ ਬੱਚਿਆਂ ਦਾ ਬਹੁਤ ਜ਼ਿਆਦਾ ਫਰਕ ਸੀ ਆਪਸ 'ਚ, ਕਿਉਂਕਿ ਆਲੇ ਦੁਆਲੇ ਦਾ ਮਾਹੌਲ ਵੇਖ ਕੇ ਉਹ ਥੋੜਾ ਜਿਹਾ ਹੋਰ ਤਰ੍ਹਾਂ ਹੋ ਜਾਂਦੇ ਸੀਗੇ। ਉਹ ਇੰਟੈਲੈਕਚੁਅਲ ਵੀ ਸੀ ਤੇ ਸ਼ਰਾਰਤੀ ਵੀ ਬਹੁਤ ਸੀਗੇ। ਇਹ ਫਰਕ ਪੈਂਦਾ ਆਲਾ ਦੁਆਲਾ ਵੇਖ ਕੇ, ਹਨਾ ਜੀ। ਹਾਂ, ਨਹੀਂ ਉਹ ਫਰਕ ਪੈਂਦਾ, ਮੈਂ ਉਹਦੇ ਨਾਲ ਸਹਿਮਤ ਹਾਂ। ਦੇਖੋ ਗੱਲ ਇਹ ਆ ਕਿ ਕੁਝ ਹਾਲਾਤ ਵੀ ਚੇਂਜ ਹੁੰਦੇ ਆ। ਆਪਣੇ ਟਾਈਮ ਹਾਲਾਤ ਹੋਰ ਸੀ, ਅੱਜ ਹਾਲਾਤ ਹੋਰ ਨੇ, ਠੀਕ ਹੈ ਨਾ। ਸਮੇਂ ਦੇ ਨਾਲ ਬਹੁਤ ਕੁਝ ਜਿਹੜਾ ਉਹ ਚੇਂਜ ਆਉਂਦਾ ਵਾ, ਠੀਕ ਹੈ। ਬਾਕੀ ਬੱਚੇ ਤੇ ਡਿਪੈਂਡ ਕਰਦਾ ਹੁੰਦਾ, ਬੱਚੇ ਨੇ ਕਿੱਧਰ ਨੂੰ ਜਾਣਾ, ਕਿੱਧਰ ਨੂੰ ਨਹੀਂ, ਕੀ ਕੁਝ ਕਰਨਾ, ਉਹ ਬਾਅਦ ਦੀਆਂ ਗੱਲਾਂ ਹੁੰਦੀਆਂ। ਪਰ ਇਹ ਹੁੰਦਾ ਤੇ ਬਹੁਤ ਫਰਕ ਪੈਂਦਾ। ਸੁਰਿੰਦਰ ਇੱਕ ਕਾਲ ਲੈ ਲਈ, ਫਿਰ ਸਮਾਪਤੀ ਕਰਾਂਗੇ। 24 ਨੰਬਰ ਸਵਾਗਤ ਹੈ ਜੀ ਤੁਹਾਡਾ, ਵੈਲਕਮ। ਸਾਹਿਬ ਜੀ ਤੇ ਸੁਰਿੰਦਰ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੰਡੀ ਅਹਿਮਦਗੜ੍ਹ ਤੋਂ ਅੰਸਾਰੀ ਬੋਲਦਾ। ਸਰ ਜੀ ਮੈਂ 2 ਗੱਲਾਂ ਕਰਕੇ ਹੀ ਗੱਲ ਨਿਬੇੜੂੰਗਾ। ਇੱਕ ਆਪਣੇ ਮਨਪ੍ਰੀਤ ਬਾਦਲ ਜੀਆਂ ਤੇ ਇੱਕ ਸਰ ਜਿਹੜੀ ਤੁਹਾਡਾ ਪ੍ਰੋਗਰਾਮ ਸ਼ਾਮ ਨੂੰ 7 ਸਾਡੇ ਲੱਗਦੀ ਸੀ ਕਿ ਨਾ, ਸਹਿਜਣ ਮੇਰਾ ਦਰਖਤ ਬੀਜਿਆ ਦੁਕਾਨ ਦੇ ਬਾਹਰ। ਸਰ ਮੈਂ ਕਹਿੰਦਾ ਉੱਚੀ ਆਵਾਜ਼ ਦੇ ਵਿੱਚ ਜੇ ਪ੍ਰੋਗਰਾਮ ਨਾਲ ਸੁਣਾ ਤਾਂ ਕਹਿੰਦੇ ਆਨੰਦ ਪਿਆਰ ਸਵਾਦ ਨਹੀਂ ਆਉਂਦਾ। ਜੇ ਖਾਂਦੇ ਖਾਂਦੇ ਮੋਠਾਂ ਦੀ ਦਾਦ ਟੋਕੜੂ ਆ ਜਾਵੇ ਤਾਂ ਸਾਰਾ ਸਵਾਦ ਖਰਾਬ ਹੋ ਜਾਂਦਾ। ਜੇ ਕਿਸੇ ਨੇ ਕਟਿੰਗ ਕਰਾਉਣੀ ਹੈ ਜਾਂ ਕੁਛ ਵੀ ਕੰਮ ਕਰਾਉਣਾ, ਉਹਨੂੰ ਕਹੀਦਾ ਵੀ ਵੀਰ ਬਣ ਕੇ ਚੁੱਪ ਕਰਕੇ ਆਨੰਦ ਮਾਣ, ਨਿਊਜ਼ ਸੁਣ, ਨਹੀਂ ਬਾਹਰ 7 'ਚ ਬੈਠ। ਉਹ ਤਾਂ ਖੇਡ ਦਿੰਦੀ। ਉਹਨਾਂ ਚੋਂ ਸਾਡਾ ਇੱਕ ਦੋਸਤ ਜੀ, ਉਹਦੀ ਡੈਥ ਹੋ ਗਈ 20-25 ਦਿਨ ਹੋ ਗਏ, ਧਰਮਿੰਦਰ ਸਿੰਘ ਉਡੀ ਮਿਸਤਰੀਆਂ ਦਾ। ਉਹ ਤਾਂ ਜੇ ਖੇਡਣੋਂ ਹਟ ਗਏ। ਕੋਈ ਦਿਨ ਅਸੀਂ ਆਪਦਾ ਹੈਡਫੋਨ ਲਾ ਕੇ ਮੈਂ ਸੁਣਦਾ ਰਿਹਾ। ਹੁਣ ਫਿਰ ਐਂਪਲੀ ਫਿਰ ਮੇਰਾ ਬਣਾਇਆ ਹੋਇਆ ਡਿੱਕ ਤੇ, ਉਹਦੇ ਰਾਹੀਂ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਦਾ ਪੂਰੀ ਵਧੀਆ ਵੋਲੀਅਮ ਕਰਕੇ, ਇਕੱਲਾ ਬੈਠ ਕੇ ਜਾਂ 3-4-5 ਜਾਣੇ ਹੋ ਜਾਂਦੇ ਨੇ ਸ਼ਾਮ ਨੂੰ। ਫਿਰ ਸਰ ਜੀ ਮਨਪ੍ਰੀਤ ਦੀ ਗੱਲ ਕਰੀਏ, ਜਿਹਨੇ ਸਰ ਪੀਪੀ ਪਾਰਟੀ ਬਣਾਈ ਸੀ ਸਾਡੇ ਅਹਿਮਦਗੜ੍ਹ ਆਉਂਦਾ ਹੁੰਦਾ ਸੀ ਸਾਰੇ। ਮੇਰਾ ਇਹਦੇ ਨਾਲ ਰਾਬਤਾ ਵੱਧ ਗਿਆ, ਇਹਨਾਂ ਸੰਪਰਕ ਵੀ ਕਰਨ ਲੱਗ ਗਿਆ। ਮੈਂ ਕਿਹਾ ਵੀ ਮਨਪ੍ਰੀਤ ਜੀ ਬਹੁਤ ਔਖੇ ਆ। ਮੈਂ ਕਿਹਾ ਸਰਕਾਰ ਤੋਂ ਅਕਾਲੀਆਂ ਦੀ ਸਰਕਾਰ ਸੀ। ਕਹਿੰਦਾ ਕੋਈ ਨੀ ਵੀਰ ਮੇਰਿਆ, ਕਹਿੰਦਾ ਰੱਬ ਆਪਾਂ ਨੂੰ ਲੋਡ ਕਰੂਗਾ, ਸਭ ਕੁਝ ਲੋਡ ਹੋਊ। ਆ ਜੋ ਵੀ ਮਨਪ੍ਰੀਤ ਆ ਨਾ ਕਹਿੰਦਾ ਫੋਨ ਚੱਕੇ ਆਪਦੇ ਆਪ ਨੂੰ। ਇਹ ਅਜਿਹਾ ਬੰਦਾ ਸੀਗਾ ਨਾ ਕਿ ਕਹੀਏ ਜਿਵੇਂ ਨੱਚਣ ਵਾਲਿਆਂ ਨੂੰ ਕੰਜਰ ਕਹਿ ਲੈਂਦੇ ਨੇ। ਇਹ ਸਾਰੇ ਇੱਥੇ ਨਾ ਸਾਡੇ ਸਾਰੇ ਸਟੇਜ ਤੇ ਨਾਲੇ ਯੋਧਾ ਸੀਗਾ ਕਾਮਰੇਡ ਜਗਦੇਵ ਸਿੰਘ, ਇਹਨੇ ਸਰ ਉੱਥੇ ਸਟੇਜ ਤੇ ਗੱਲ ਕਹੀ ਸੀ, ਕਹਿੰਦਾ ਜਦੋਂ ਮੈਂ ਚੈੱਕ ਤੇ ਸਾਈਨ ਕਰ ਦੇਣਾ ਮਨਪ੍ਰੀਤ ਕਹਿੰਦਾ ਮੈਂ ਖਜ਼ਾਨਾ ਮੰਤਰੀ ਰਿਹਾ। ਕਹਿੰਦਾ ਮੈਂ ਸੁਖਬੀਰ ਬਾਦਲ ਨੂੰ ਇਹ ਕਹਿੰਦਾ ਹੁੰਦਾ ਸੀ ਵੀ ਇਹ ਗਰੀਬਾਂ ਦਾ ਪੈਸਾ, ਕਹਿੰਦਾ ਮੇਰਾ ਅੰਦਰੋਂ ਮਨ ਨੂੰ ਝੋੜਿਆ ਜਾਂਦਾ। ਅੱਜ ਨੀ ਇਹਨੂੰ ਇੰਨਾ ਦੁੱਖ ਲੱਗਦਾ। ਜਿਹੜੇ ਗੱਫੇ ਉਡਾਉਂਦੇ ਆ ਨੂੰ ਸਾਈਨ ਕਰਦੇ ਨੂੰ, ਇਹਨੂੰ ਹੁਣ ਨੀ ਸ਼ਰਮ ਆਉਂਦੀ ਹੈਗੀ। ਇਹਨੇ ਧੱਜੀਆਂ ਉਡਾਉਂਦੇ ਨੇ, ਕਾਰਾਂ ਦੇ ਜਾਂ ਮੰਤਰੀਆਂ ਦੇ ਖਰਚੇ ਕਰਦੇ ਨੇ। ਅੱਜ ਕਿੱਥੇ ਗਿਆ ਇਹ? ਐਡੀਆਂ ਗੱਲਾਂ ਮਾਰ ਦਿੰਦਾ ਸੀ ਫੋਨ ਤੇ ਵੀ, ਇੱਥੇ ਆ ਕੇ ਵੀ ਸਟੇਜ ਤੇ ਕਰ ਦਿੰਦਾ ਸੀ। ਥੈਂਕ ਯੂ। ਉਹ ਬਾਈ ਜੀ ਇਹ ਮਗਰਮੱਛੀ ਹੰਝੂ ਨੇ ਅੰਸਾਰੀ ਸਾਹਿਬ, ਥੈਂਕ ਯੂ। ਸੁਰਿੰਦਰ ਬਾਈ ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਵੇਰੇ ਹੁੰਦੀ ਮੁਲਾਕਾਤ 6 ਵਜੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ ਜੀ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਕਾਲਸ 1-2 ਆ ਰਹੀਆਂ, ਮੈਂ ਲੈ ਲਾਂ। ਅੱਜ ਸਪਾਂਸਰ ਦਾ ਵੀ ਜ਼ਿਕਰ ਨਹੀਂ ਕਰ ਸਕੇ। 53 ਨੰਬਰ ਸਵਾਗਤ ਹੈ ਜੀ ਤੁਹਾਡਾ, ਵੈਲਕਮ। ਸਤਿ ਸ੍ਰੀ ਅਕਾਲ ਜੀ ਦੋਨਾਂ ਮੇਰਿਆਂ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਕੌਣ? ਹਾਂ, ਜਸਵੀਰ ਸਿੰਘ ਜੀ, ਪਿੰਡ ਬਟਾਰੀ ਤੋਂ ਜੀ। ਹਾਂ, ਬਟਾਰੀ ਤੋਂ, ਸਵਾਗਤ। ਹਾਂਜੀ। ਪਹਿਲਾ ਨੰਬਰ ਦਾ ਟਵਾਣਾ ਜੀ, ਜਿਹਨੇ ਕਿਤੇ ਸੱਚ ਨਹੀਂ ਸੁਣਿਆ ਜੀ, ਉਹ ਆਪਣਾ ਰੇਡੀਓ ਸੁਣ ਵੀ ਨਹੀਂ ਸਕਦਾ ਜੀ। ਹਾਂਜੀ, ਤੇ ਬਹੁਤ ਵਧੀਆ। ਸਾਡੇ ਵੀ ਬੰਦੇ ਬਹੁਤ ਨੇ, 2-3 ਬੰਦੇ ਨੇ, ਜਦੋਂ ਰੇਡੀਓ ਤੁਹਾਡੇ ਵਾਲਾ ਚੱਲਦਾ ਹੁੰਦਾ ਨਾ, ਅੰਦਰ ਨਹੀਂ ਆਉਂਦੇ। ਪਹਿਲਾਂ ਕਹਿਣਗੇ ਬੰਦ ਕਰੋ ਇਹਨੂੰ, ਫੇਰ ਖਾਵਾਂਗੇ। ਕਿਉਂ ਅਸੀਂ ਕੀ ਡੰਗ ਮਾਰਦੇ? ਹਾਂਜੀ, ਅਸੀਂ ਕੀ ਕਹਿਣਾ ਕਿਸੇ ਨੂੰ? ਬੰਦ ਕਰ। ਹਾਂਜੀ, ਮੈਂ ਕਿਹਾ ਜੀ ਨਾ ਅੰਦਰ ਆ ਜਾਓ ਤੁਸੀਂ ਕੋਈ ਨਾ। ਤੇ ਫੇਰ ਅੱਜ ਹੁਣ ਪ੍ਰਵੀਨ ਗੁਪਤਾ ਜੀ ਨੇ, ਉਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਜੀ ਗੱਲ ਸੁਣੋ, ਤੁਸੀਂ ਦੇਖਦੇ ਹੋ ਜਿਹੜਾ ਚੈਨਲ ਅਸੀਂ ਅੱਜ ਤੱਕ ਦੇਖਿਆ ਹੀ ਨਹੀਂ, ਤੁਸੀਂ ਉਹ ਦੇਖਦੇ ਹੋ ਵੀ ਤੁਸੀਂ ਆਹ ਖਬਰਾਂ ਸੁਣਿਆ ਕਰੋ ਵੀ ਸਭ ਤੋਂ ਪਹਿਲਾਂ, ਸਭ ਤੋਂ ਵਧੀਆ ਜਿਹੜੀ ਕੱਲ ਨੂੰ ਖਬਰ ਆਉਣੀ ਆ, ਆਪਾਂ ਨੂੰ ਅਪਡੇਟ ਅੱਜ ਮਿਲਦੀ ਆ ਜੀ। ਉਹਨਾਂ ਨੂੰ ਮੈਂ 2-3 ਦਿਨ ਲਗਾਤਾਰ ਸੁਣਾਇਆ ਜੀ। ਤੇ ਅੱਜ ਫਿਰ ਉਹ ਮੈਨੂੰ ਕਹਿੰਦੇ ਵੀ ਹਾਂ ਜਸਵੀਰ, ਕਹਿੰਦੇ ਬਾਈ ਜੀ ਡਾਊਨਲੋਡ ਕਰਕੇ ਦਿਓ ਮੈਨੂੰ। ਪਲੇ ਸਟੋਰ 'ਚ ਜਾ ਕੇ ਮੈਨੂੰ ਡਾਊਨਲੋਡ ਕਰਕੇ ਦਿੱਤਾ ਤੇ ਫਿਰ ਉਹ ਸੁਣਨ ਲੱਗੇ ਜੀ। ਜੀ, ਥੈਂਕ ਯੂ। ਕਈ ਵਾਰੀ ਅਸੀਂ ਜਦੋਂ ਧਰਮ ਵਿਸ਼ੇਸ਼ ਕਿਸੇ ਦੀ ਵੀ ਗੱਲ ਕਰਦੇ ਆ ਨਾ, ਅਗਲੇ ਨੂੰ ਕਹਿੰਦਾ ਸਾਡੇ ਧਰਮ ਨੂੰ ਟਾਰਗੇਟ ਕਰਦੇ ਨੇ। ਹੁਣ ਉਹ ਪੰਡ ਨਾ ਅਗਲੇ ਨੂੰ ਕਹਿੰਦਾ ਸਾਡੇ ਧਰਮ ਨੂੰ ਟਾਰਗੇਟ ਕਰਦੇ ਨੇ। ਹੁਣ ਉਹ ਪੰਡ ਬੁਰਕਾ ਉੱਡਦੀ ਹੈ ਫਲਕਾਰੀ। ਸੋ ਉਸ ਬਟਾਰੀ ਤੋਂ ਬਾਈ ਜਸਵੀਰ ਬਾਈ ਜੀ ਜੁੜੇ ਸੀ, ਗੋਲਡੀ। ਜਿਸ ਤਰ੍ਹਾਂ ਨਾਲ ਜ਼ਿਕਰ ਕੀਤਾ ਨਾ, ਕਈ ਵਾਰੀ ਲੋਕ ਜਿਹੜੇ ਹਿੰਦੂ ਹੈ, ਸਿੱਖ ਹੈ, ਮੁਸਲਮ ਹੈ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਧਰਮ ਦੇ ਵਿਰੁੱਧ ਗੱਲ ਕਰ ਰਹੇ ਹਾਂ। ਨਹੀਂ, ਹਰਗਿਜ਼ ਨਹੀਂ। ਧਰਮ 'ਚ ਪੂਰਾ ਵਿਸ਼ਵਾਸ ਹੈ, ਕੋਈ ਨਾਸਤਿਕ ਕਾਮਰੇਡ ਨਹੀਂ ਅਸੀਂ।
ਪਰ ਜਿਹੜਾ ਕਿਸੇ ਵੀ ਕਿਸਮ ਦਾ ਪਖੰਡ ਹੈ ਨਾ ਧਰਮ 'ਚ, ਉਹਦੀ ਅਸੀਂ ਫੱਟੀ ਪੋਚਦੇ ਹੀ ਪੋਚਦੇ ਹਾਂ। ਉਹ ਤੁਹਾਨੂੰ ਬੁਰਾ ਲੱਗੇ ਚੰਗਾ ਲੱਗੇ, ਉਹ ਤੁਹਾਡੀ ਖੁਸ਼ੀ ਹੈ। ਕਈ ਵਾਰੀ ਬੰਦੇ ਇੱਕ ਦਿਨ ਸੁਣ ਲੈਂਦੇ ਨੇ ਕਿ ਯਾਰ ਇਹ ਤਾਂ ਉਹਦੇ ਬਾਰੇ ਬੋਲ ਰਹੇ। ਨਹੀਂ, ਜਦੋਂ ਆਪਣੇ ਧਰਮ 'ਚ ਵੀ ਕਿਤੇ ਗਲਤ ਹੈ ਉਹਦੀ ਵੀ ਅਸੀਂ ਆਲੋਚਨਾ ਕਰਦੇ ਹਾਂ। ਸੋ ਇਸ ਕਰਕੇ ਵੀਰੋ, ਸੱਜਰਾ ਲਿਪਿਆ ਵੇਖਣ ਦੀ ਆਦਤ ਛੱਡੋ। ਸਵਾਗਤ 15 ਨੰਬਰ, ਵੈਲਕਮ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਨਰ ਹੋ 15 ਨੰਬਰ 9715। ਸਵਾਗਤ ਹੈ ਤੁਹਾਡਾ। ਸੌਰੀ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ। ਅਮਰੀਕਾ 'ਚ ਇਹਨਾਂ ਦੇ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਨਾਲ ਟਰੱਕ ਪਾਰਕਿੰਗ ਫ੍ਰੀ ਹੈ। ਟਰੱਕਾਂ ਦਾ ਸਮਾਨ ਸਮੱਗਰੀ ਇੱਥੇ ਖਰੀਦ ਸਕਦੇ ਹੋ। ਵਾਸ਼ਿੰਗਟਨ ਸਟੇਟ ਦੇ ਵਿੱਚ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਲੌਸਟਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਚਾਹ ਫ੍ਰੀ ਛਕੋ, ਸ਼ਾਵਰ ਲਾਂਡਰੀ ਫ੍ਰੀ ਹੈ, ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਇਸ ਤੋਂ ਇਲਾਵਾ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ, ਮੋਬਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਹੈ 425 232 84 13 4252328413। ਇਸੇ ਤਰ੍ਹਾਂ ਸਿਆਟਲ ਇਲਾਕੇ 'ਚ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ। ਤੁਸੀਂ ਓਨਰ, ਆਪਰੇਟਰ ਹੋ, ਡਰਾਈਵਰ ਹੋ, ਵਾਧੂ ਲੋਡ ਮਿਲਣਗੇ। ਤੁਹਾਡੀ ਸਹੂਲਤ ਲਈ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ, ਪ੍ਰਤੀ ਘੰਟਾ ਦੇ ਹਿਸਾਬ ਨਾਲ ਆਵਰਲੀ ਪੇ ਕੀਤਾ ਜਾਂਦਾ ਡਰਾਈਵਰਜ਼ ਨੂੰ। ਕਾਲ ਕਰੋ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060। ਇਸੇ ਤਰ੍ਹਾਂ ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ, ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ। ਦੇਸੀ ਘਿਓ ਦੇ ਪਰੌਂਠੇ ਬਹੁਤ ਲਜ਼ੀਜ਼ ਛਕਾਉਂਦੇ ਨੇ। ਇੱਥੇ ਟਰੱਕ ਵਾਸ਼ ਕਰਾਓ, ਡੀਜ਼ਲ ਪਵਾਓ, ਹੋਰ ਦੇਸੀ ਵਿਦੇਸ਼ੀ ਖਾਣਿਆਂ ਦਾ ਆਨੰਦ ਲਓ। ਇਹ ਅਦਾਰਾ ਉੱਥੇ ਹੀ ਹੈ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਐਡਰੈਸ ਹੈ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਪ ਕੋਡ 93307। ਯੂਨੀਅਨ ਵਿਲੇਜ ਟਰੱਕ ਸਟਾਪ। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦੇ ਕਾਰੋਬਾਰ ਹੈ ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਸਤਰਸੇਮ ਸਿੰਘ ਗਿੱਲ CPA ਅਮਰੀਕਾ ਦੇ ਪੜ੍ਹੇ ਲਿਖੇ ਨੇ। ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਸਰਵਿਸ ਲੈ ਸਕਦੇ ਹੋ। ਆਪਣੇ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੰਮ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਅਪਲਾਈ ਕਰਨਾ, ਇਹ ਸੇਵਾਵਾਂ ਲੈ ਸਕਦੇ ਹੋ ਤਰਸੇਮ ਸਿੰਘ ਗਿੱਲ CPA ਤੋਂ। ਸਾਡਾ ਜ਼ਿਕਰ ਕਰਨ ਤੇ ਰਾਇਤ ਮਿਲੇਗੀ। ਆਪਣੇ ਪੁਰਾਣੇ ਸਰੋਤੇ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ, ਜਿਨ੍ਹਾਂ ਦਾ ਨੰਬਰ ਹੈ 484 764 9861 484 764 9861। ਦੋਸਤੋ, ਬੇਨਤੀ ਹੈ ਕਿ ਲਾਈਵ ਪ੍ਰੋਗਰਾਮ ਆਪਾਂ ਕਈ ਵਾਰੀ ਪ੍ਰਾਈਵੇਟ ਕਰ ਦਿੰਦੇ ਹਾਂ ਤੇ ਇਸ ਕਰਕੇ ਜੇ ਤੁਸੀਂ ਪ੍ਰੋਗਰਾਮ ਸੁਣਦੇ ਹੁੰਦੇ ਹੋ, ਰੁਕ ਜਾਵੇ ਤਾਂ ਉਸ ਦੌਰਾਨ ਫਿਰ ਦੁਬਾਰਾ YouTube ਤੇ ਜਾ ਕੇ ਜਾਂ ਮੈਂ ਦੁਬਾਰਾ ਲਿੰਕ ਵੀ ਚੜਾ ਦਿੰਦਾ ਤੇ ਫਿਰ ਉਸ ਨੂੰ ਡਾਊਨਲੋਡ ਵੀ ਇੱਕਦਮ ਹੋ ਜਾਂਦਾ ਹੈ ਤੇ ਉਹ ਡਾਊਨਲੋਡ ਕਰਕੇ ਤੁਸੀਂ ਸੁਣ ਸਕਦੇ ਹੋ। ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ। ਹਰਜੀਤ ਸਿੰਘ ਸਰਾਂ ਕਹਿੰਦੇ ਜੀ, ਸੱਚੀਆਂ ਤੱਤੀਆਂ ਗੱਲਾਂ ਨਾ ਕਰਿਆ ਕਰੋ, ਕੋਈ ਸਾਡੇ ਚੈਨਲ ਨੂੰ ਫੜ ਨਾ ਲਵੇ, ਅਸੀਂ ਕਿੱਥੇ ਜਾਵਾਂਗੇ। ਜਿੱਧਰ ਗਏ ਬਾਣੀਏ ਉੱਧਰ ਗਿਆ ਬਾਜ਼ਾਰ ਵੀਰ। ਗੱਲ ਜ਼ੁਬਾਨ ਤੇ ਆਉਂਦੀ ਹੈ, ਰੁਕਦੀ ਨਹੀਂ। ਦਿਲ ਦੀ ਗੱਲ ਜ਼ੁਬਾਨ ਤੇ ਕਰਦੇ ਆ। ਥੈਂਕ ਯੂ ਗੁਰਮੀਤ ਸਿੰਘ ਸੰਧੂ ਸਾਹਿਬ, ਥੈਂਕ ਯੂ। ਕਿਉਂਕਿ ਜੋ ਮੀਡੀਆ ਦੇ ਐਥਿਕਸ ਨੇ ਉਹਨਾਂ ਮਿਆਰਾਂ ਮੁਤਾਬਕ ਅਸੀਂ ਪੱਤਰਕਾਰੀ ਕਰਦੇ ਆ, ਕਰਾਂਗੇ। ਚੱਲੀਏ ਜਿੰਨੇ ਦੇਰ, ਉਹ ਵਾਹਿਗੁਰੂ ਦੀ ਕਿਰਪਾ ਹੈ, ਤੁਹਾਡਾ ਪਿਆਰ ਹੈ। ਸਿੰਘ ਕੁਲਜੀਤ ਹਾਂਗਕਾਂਗ ਤੋਂ, ਗੁਰਮੀਤ ਸੰਧੂ ਬਾਈ ਜੀ ਚੁੱਪ ਕੀਤੀ ਬ੍ਰੈਂਪਟਨ ਤੋਂ ਆਪਣੇ ਸਬਸਕ੍ਰਾਈਬਰ ਨੇ। ਹੋਰ ਬਹੁਤ ਸਾਰੇ ਲੋਕਾਂ ਨੇ ਸਬਸਕ੍ਰਿਪਸ਼ਨ ਲਈ ਹੈ, $20 ਮੰਥਲੀ ਹੈ। ਤੁਸੀਂ ਆਪਣੀ ਇੱਛਾ ਮੁਤਾਬਕ ਵੱਧ ਘੱਟ ਕਰ ਸਕਦੇ ਹੋ। ਧੰਨਵਾਦ ਸਭ ਸੱਜਣਾਂ ਦਾ। ਇਸੇ ਦੌਰਾਨ ਸਵੇਰੇ 6 ਵਜੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਤੇ ਸੁਣ ਸਕਦੇ ਹੋ।
ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਪੁਰਾਣੇ ਪ੍ਰੋਗਰਾਮਾਂ ਦੇ ਲਿੰਕ ਮਿਲਣਗੇ। ਸੋ ਵੈਬਸਾਈਟ ਤੇ ਵਿਜ਼ਿਟ ਮਾਰਿਆ ਕਰੋ। ਗਿਆਨ ਸਿੰਘ ਥੈਂਕ ਯੂ, ਚੀਮਾ ਸਾਹਿਬ ਥੈਂਕ ਯੂ। ਚੀਮਾ ਸਾਹਿਬ ਕਹਿੰਦੇ ਟਵਾਣਾ ਰੇਡੀਓ ਘਰਦਿਆਂ ਨੂੰ ਸੁਣ ਲਾਓ ਤੇ ਸ਼ਰਾਬ ਛਡਾਓ, ਹੁਣ ਆਹ ਵੀ ਬੋਲ ਦਿਆ ਕਰੋ। ਨਹੀਂ ਜੀ ਦੇਖੋ, ਉਹ ਤਾਂ ਆਪ ਹੀ ਦੱਸਿਆ ਸਾਡੇ ਸਰੋਤਿਆਂ ਨੇ, ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਸੀਗਾ। ਇੰਦਦਾਰ ਸਿੰਘ ਕਹਿੰਦੇ ਪਾਕਿਸਤਾਨ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਮਨਪ੍ਰੀਤ ਬਾਦਲ ਉਰਦੂ ਦਾ। ਨਹੀਂ ਉਹ ਠੀਕ ਹੈ, ਉਹਦਾ ਉਹਨਾਂ ਦੇ ਫਾਦਰ ਸਾਹਿਬ ਉਰਦੂ ਦੇ ਗਿਆਤਾ ਸੀ, ਇਸ ਕਰਕੇ ਠੀਕ ਹੈ, ਸਲੀਕੇ ਵਾਲੀ ਬੋਲੀ ਬੋਲਣੀ ਚਾਹੀਦੀ ਹੈ, ਪਰ ਕਹਿਣੀ ਤੇ ਕਰਨੀ ਦੇ ਵੀ ਪੱਕਾ ਹੋਣਾ ਚਾਹੀਦਾ। ਇਹ ਨਹੀਂ ਕਿ ਮਿੱਠੀਆਂ ਮਿੱਠੀਆਂ ਗੱਲਾਂ ਕਰੋ ਤੁਸੀਂ, ਉਹ ਵੀ ਸੋਹਣਾ ਨਹੀਂ ਲੱਗਦਾ। ਅੱਛਾ ਬੋਲਣਾ ਚਾਹੀਦਾ, ਕੋਈ ਮਾੜਾ ਨਹੀਂ, ਬਹੁਤ ਸੋਹਣਾ ਬੋਲਦੇ ਮਨਪ੍ਰੀਤ, ਪਰ ਕਰਨੀ ਤੇ ਕਹਿਣੀ 'ਚ ਇੱਕ ਸੁਰਤਾ ਚਾਹੀਦੀ ਹੈ। ਲਓ ਦੋਸਤੋ, ਇਸ ਦੇ ਨਾਲ ਹੀ ਹੁਣ ਆਪ ਜੀ ਤੋਂ ਆਗਿਆ। ਸਵੇਰੇ 6 ਵਜੇ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਪਰਮਿੰਦਰ ਸਿੰਘ ਟਵਾਣਾ ਨੂੰ ਦਿਓ ਇੱਥੇ ਹੀ ਆਗਿਆ। ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।